चर्चा। सत श्री अकाल दोस्तों, मैं दर्शन सिंह दर्शक चर्चा प्रोग्राम लैके हाजिर हाँ। इस समय भारत दे विच दो वड्डे गठजोड़ बन चुके ने। एक हैगा इंडिया, एक हैगा एनडीए। एनडीए पुराना चलिया आ रहा है ते इस गठजोड़ दे विच जेकर आपां पंजाब की गल करते हैं, भारतीय जनता पार्टी एनडीए की प्रतिनिधित्व करती है। कांग्रेस ते आम आदमी पार्टी इंडिया दे विच शामिल हो चुके हैं। इस गल करके हुण जो अकाली दल है उसकी पोजीशन एक बिल्कुल अलग तरह की बन चुकी है। ना तो वो इंडिया दे विच शामिल होया, ना वो अपने पुराने गठजोड़ एनडीए दे विच शामिल होया। ते उस वालों यही गल कही जा रही है कि इहदे जिहड़े दोनों गठजोड़ ने वो पंजाब दे लई हानिकारक ने। ते हुण अकाली दल ये भी कह रहे हैं कि पंजाब नूं एक स्थानक पार्टी की लोड़ है, खेतरी पार्टी की लोड़ है, जो पंजाब के लोगों ते सिखां की प्रतिनिधित्व कर सके, उन्हां दी हक्कां की राखी कर सके। इस तरीके दे नाल अकाली दल की भाईवाल पार्टी बसपा ने भी यही गल कह दी है कि वह ना इंडिया दे विच जाएगी, ना एनडीए का हिस्सा बनेगी। इस सब नूं देख के बहुत सारे लोग कह रहे ने अकाली दल का स्टैंड ठीक है, बहुत सारे कह रहे ने स्टैंड ठीक नहीं है। तो इस सारे मामले के उत्ते आपां चर्चा करन जा रहे हैं। चर्चा करने के लिए साडे विच मौजूद ने प्रोफैसर रण सिंह धालीवाल, सटीक टिप्पणीकार, निरपक्ष जिहड़े टिप्पणीकार के तौर पर उन्होंने सद्या गया है। जैसमीन सांदावालिया जिहड़े भारतीय जनता पार्टी की प्रतिनिधित्व कर रहे हैं। अकाली दल वालों साडे विच KS मठाड़ू जी शामिल ने, ते आम आदमी पार्टी जिहड़ी कि इंडिया का हिस्सा है उत्थों अपने बब्बी बादल जी साडे विच शामिल ने। तुहाडा सारिआं दा स्वागत है। सब तो पहला धालीवाल साहब, अकाली दल ने जो स्टैंड लिया कि असी ना तो इंडिया का हिस्सा बनांगे, ना एनडीए का हिस्सा बनांगे, ते ये कितना क सही है, पंजाब के हितां विच है या पार्टी के हितां विच है? दर्शक जी मेहरबानी, सारे श्रोतिਆਂ ਨੂੰ ਤੇ ਪੈਨਲਿਸਟ ਨੂੰ ਸਤਿ ਸ਼੍ਰੀ ਅਕਾਲ ਜੀ। ਇਹਦੇ ਵਿੱਚ ਗੱਲ ਇਹ ਹੈ ਜੀ ਕਿ ਜੇਕਰ ਆਪਾਂ ਥੋੜਾ ਜਿਹਾ ਪਿਛੋਕੜ ਦੇਖੀਏ, 1947 ਤੋਂ ਲੈ ਕੇ ਕਾਂਗਰਸ ਨਾਲ ਜਿਹੜਾ ਅੰਕੜਾ ਹੈ ਉਹ ਅਕਾਲੀ ਦਲ ਦਾ ਵਿਰੋਧਤਾ ਵਾਲਾ ਰਿਹਾ ਹੈ। 84 ਦੇ ਦੰਗਿਆਂ ਤੋਂ ਬਾਅਦ ਇਹ ਪੋਜੀਸ਼ਨ ਹੋ ਗਈ ਕਿ ਅਸੀਂ ਜੇ ਠੀਕ ਸਮਝੀਏ ਉਹ 'ਚ ਇਹ ਲੱਗਦਾ ਹੈ ਕਿ ਅਕਾਲੀ ਦਲ ਦਾ ਤੇ ਕਾਂਗਰਸ ਦਾ ਇੱਕ ਮੰਚ ਤੇ ਆਉਣਾ ਮੁਸ਼ਕਿਲ ਨਹੀਂ, ਅਸੰਭਵ ਲੱਗਦਾ ਹੈ। ਉਹਦੇ ਲਈ ਜਾਂ ਤੇ ਕਾਂਗਰਸ ਨੂੰ ਕੁਛ ਇਸ ਤਰ੍ਹਾਂ ਦੇ ਜੈਸਚਰ ਦੇਣੇ ਚਾਹੀਦੇ ਨੇ ਜਿਹਦੇ ਨਾਲ ਲੋਕਾਂ 'ਚ ਇਹ ਗੱਲ ਜਾਵੇ ਕਿ ਅੱਗੇ ਤੋਂ ਇਹ ਸਿੱਖਾਂ ਦੇ ਭਲੇ ਲਈ ਗੱਲ ਕਰ ਰਹੀ ਹੈ, ਇਸ ਲਈ ਇਹਦੇ ਨਾਲ ਕੋਈ ਅਲਾਇੰਸ ਹੋ ਸਕਦਾ ਹੈ। ਪਰੰਤੂ ਜਿਹੜੀਆਂ ਜਿੱਦਾਂ ਦੀਆਂ ਮੰਗਾਂ ਰੱਖੀਆਂ ਔਰ ਜਿੱਦਾਂ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੋਇਆ ਉਹਦੇ ਵਿੱਚ ਇਹ ਲੱਗਦਾ ਹੈ ਕਿ ਕਾਂਗਰਸ ਆਪਣੇ ਹਿੱਤ ਲਈ ਪੰਜਾਬੀਆਂ ਦੀਆਂ ਮੰਗਾਂ ਨੂੰ ਦਰਕਨਾਰ ਕਰਕੇ, ਬਲਕਿ ਉਹਨਾਂ ਦਾ ਵਿਰੋਧ ਕਰਕੇ, ਉਹਨਾਂ ਦੀ ਖਿੱਲੀ ਉਡਾ ਕੇ, ਉਹਨਾਂ ਦਾ ਮਜ਼ਾਕ ਉਡਾ ਕੇ ਵੱਡੇ ਪੱਧਰ ਤੇ ਨੈਸ਼ਨਲ ਲੈਵਲ ਤੇ ਇਹਨਾਂ ਗੱਲਾਂ ਦਾ ਫਾਇਦਾ ਲੈਣ ਦਾ ਯਤਨ ਕੀਤਾ ਹੈ, ਜਿਹਦੇ ਨਾਲ ਬਲੂ ਸਟਾਰ ਆਪਰੇਸ਼ਨ ਵਰਗੀ ਘਟਨਾ ਹੋ ਗਈ ਜਿਹੜੀ ਮਾਨਸਿਕ ਤੌਰ ਤੇ ਸਾਈਕੋਲੋਜੀਕਲੀ ਸਿੱਖਾਂ ਨੂੰ ਉਹ ਹਜੇ ਵੀ ਹਜਮ ਨਹੀਂ ਹੋਈ ਔਰ ਆਉਣ ਵਾਲੇ ਲੰਬੇ ਸਮੇਂ 'ਚ ਇਹ ਹਜਮ ਨਹੀਂ ਹੋਏਗਾ। ਇਹ ਧਾਰਮਿਕ ਭਾਵਨਾਵਾਂ ਨੇ ਜਿਹੜੀਆਂ ਉਹ ਕਾਂਗਰਸ ਨਾਲ ਕਿਤੇ ਜਾਂਦੀਆਂ ਨਹੀਂ ਦਿਖਾਈ ਦਿੰਦੀਆਂ। ਪਿਛਲੇ ਸਮੇਂ 'ਚ ਕੀ ਹੋਇਆ ਕਿ ਅਕਾਲੀ ਦਲ ਜਦੋਂ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਸੀ, ਅਕਾਲੀ ਦਲ ਜਨਸੰਘ ਨਾਲ ਵੀ ਐਡਜਸਟਮੈਂਟ ਜਾਂ ਅਲਾਇੰਸ ਕਰਦਾ ਰਿਹਾ, CPI CPM ਨਾਲ ਵੀ ਅਲਾਇੰਸ ਕਰਦਾ ਰਿਹਾ, BSP ਨਾਲ ਵੀ ਅਲਾਇੰਸ ਹੋਇਆ, ਕਦੇ ਟੁੱਟਿਆ ਕਦੇ ਬਣਿਆ, ਇਹਨਾਂ ਪਾਰਟੀਆਂ ਨਾਲ ਹੁੰਦਾ ਰਿਹਾ। ਪਰ ਅੱਜ ਤੱਕ ਕਾਂਗਰਸ ਨਾਲ ਕਦੇ ਅਲਾਇੰਸ ਨਹੀਂ ਹੋਇਆ, ਨਾ ਹੀ ਕੋਈ ਗੱਠਜੋੜ ਹੋਇਆ। ਹੁਣ ਉਸ ਦੇ ਵਿੱਚ ਆ ਕੇ ਇਹ ਪੋਜੀਸ਼ਨ ਆ ਗਈ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਕਿਸਮ ਨਾਲ ਅਕਾਲੀ ਦਲ ਨੂੰ, ਜੇ ਆਪਾਂ ਇਹਦੀ ਦੋਵੇਂ ਪੱਖ ਦੇਖੀਏ, ਇੱਕ ਤਾਂ ਅਕਾਲੀ ਦਲ ਦੀ ਲੀਡਰਸ਼ਿਪ
ਅਕਾਲੀ ਦਲ ਦੀ ਲੀਡਰਸ਼ਿਪ ਦਾ ਪਿਛਲੇ ਬਾਦਲ ਸਾਹਿਬ ਦੇ ਲਾਂਬੇ ਹੋਣ ਤੋਂ ਅਤੇ ਮ੍ਰਿਤੂ ਤੋਂ ਬਾਅਦ ਕਹਿ ਲਈਏ ਕਿ ਨਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਉਹ ਕੱਦ ਰਿਹਾ। 1975 ਦੀ ਐਮਰਜੈਂਸੀ ਦੇ ਵਿੱਚ ਅਕਾਲੀ ਦਲ ਕੋਲ ਵੱਡੇ ਲੀਡਰ ਸੀ, ਟੌੜਾ ਸਾਹਿਬ ਸੀ, ਬਾਦਲ ਸਾਹਿਬ ਸੀ, ਬਰਨਾਲਾ ਸਾਹਿਬ ਸੀ। ਉਹਨਾਂ ਨੇ ਇੱਕ ਆਪਣਾ ਇਮੇਜ ਬਣਾਇਆ ਤੇ ਉਹਦੇ ਵਿੱਚ ਵਿਰੋਧੀ ਦਲ ਨੂੰ ਇਹ ਨਹੀਂ ਮੈਂ ਕਹਿੰਦਾ ਵੀ ਸਿਰਫ ਜੋੜਨ ਦੇ ਲਈ, ਸਗੋਂ ਵਿਰੋਧੀ ਦਲ 'ਚ ਆਪਣੀ ਗੱਲ ਰੱਖਣ ਲਈ ਤੇ ਵਿਰੋਧੀ ਦਲ ਦੇ ਵਿੱਚ ਇਦਾਂ ਦਾ ਇਮੇਜ ਬਣਾਉਣ ਲਈ ਕਿ ਅਕਾਲੀ ਦਲ ਵਿਰੋਧੀ ਦਲ ਦਾ ਬਹੁਤ ਵੱਡਾ ਪਾਰਟ ਹੈ, ਭਾਵੇਂ ਸੀਟਾਂ ਪੰਜਾਬ ਤੋਂ ਘੱਟ ਆਉਂਦੀਆਂ ਨੇ। ਕਰੁਣਾਨਿਧੀ ਨਾਲ ਬੜੇ ਅੱਛੇ ਰਿਲੇਸ਼ਨ ਸੀ, ਜਿਹੜੇ JNK ਵਾਲਿਆਂ ਨਾਲ, ਅਬਦੁੱਲਾ ਜੀ ਨਾਲ ਬੜੇ ਅੱਛੇ ਰਿਲੇਸ਼ਨ ਸੀ। ਇਹ ਪਾਰਟੀਆਂ ਨਾਲ ਮਿਲ ਕੇ ਈਵਨ ਨਵੁੰਦਰੀ ਪਾਤ ਤੱਕ ਇਹਨਾਂ ਦੇ ਅੱਛੇ ਰਿਲੇਸ਼ਨ ਸੀ, ਜਿਹੜੇ CPM ਦੇ ਵੱਡੇ ਲੀਡਰ ਹੁੰਦੇ ਸੀ। ਪਰੰਤੂ ਹੁਣ ਪੋਜੀਸ਼ਨ ਇਹ ਆ ਗਈ ਕਿ ਕਾਂਗਰਸ ਜਾਂ NDA ਵਾਲੇ ਅਲਾਇੰਸ ਨਾਲ ਕਾਂਗਰਸ ਨਾਲ ਰਿਲੇਸ਼ਨ ਠੀਕ ਨਹੀਂ, ਤੇ ਜਿੰਨਾ ਪਾਰਟੀਆਂ ਨਾਲ ਰਿਲੇਸ਼ਨ ਠੀਕ ਸੀ ਖੇਤਰੀ ਪਾਰਟੀਆਂ ਨਾਲ, ਉਹ ਸਾਰੀਆਂ ਲਗਭਗ ਇੰਡੀਆ ਦਾ ਪਾਰਟ ਬਣ ਗਈਆਂ। ਦੂਜੇ ਪਾਸੇ BJP ਨਾਲ ਰਿਲੇਸ਼ਨ ਵਿਗੜ ਗਏ। BJP ਅਕਾਲੀ ਦਲ ਨੂੰ ਛੋਟੇ ਭਰਾ ਦੇ ਤੌਰ ਤੇ ਬਾਰ-ਬਾਰ ਇਹ ਪਰਸੈਪਸ਼ਨ ਬਣਾ ਰਹੀ ਹੈ ਕਿ ਹੁਣ ਤੁਸੀਂ ਛੋਟੇ ਭਰਾ ਦੇ ਤੌਰ ਤੇ ਸਾਡੇ ਨਾਲ ਆਓ। ਇਸ ਕਰਕੇ ਜਦੋਂ ਅਕਾਲੀ ਦਲ BJP ਨਾਲੋਂ ਨਿਖੜਿਆ, ਉਹ ਸ਼ਰਤਾਂ ਤੋਂ ਬਹੁਤ ਨੀਚੇ ਡਾਊਨ ਕਰਕੇ ਕੋਈ ਸਮਝੌਤਾ ਹੋ ਸਕਦਾ ਹੈ। ਜਿਹੜਾ ਉਹ 23 ਸੀਟਾਂ ਵਾਲਾ ਸੀ, ਹੁਣ ਉਹ ਘੱਟੋ ਘੱਟ 50-50 ਤੇ ਹੋ ਸਕਦਾ ਹੈ। ਜਿਹੜਾ ਉਹ 3 ਤੇ 10 ਸੀਟਾਂ ਵਾਲਾ ਸਮਝੌਤਾ ਸੀ ਪਾਰਲੀਮੈਂਟ ਦਾ, ਉਹ 8-7 ਤੇ 7-8 ਤੇ ਹੋ ਸਕਦਾ ਹੈ। ਪਰ ਇਸ ਗੱਲ ਤੇ ਅਕਾਲੀ ਦਲ ਨੂੰ ਆਉਣਾ ਬਹੁਤ ਮੁਸ਼ਕਲ ਹੈ। ਇਹ ਅਕਾਲੀ ਦਲ ਦੀ ਰਾਜਨੀਤਿਕ ਹਾਰ ਹੋਊਗੀ ਜੇ ਉਹ ਤੇ ਆਉਂਦਾ ਹੈ। ਸੋ ਅਕਾਲੀ ਦਲ ਦੀ ਸਥਿਤੀ ਇਹ ਬਣ ਗਈ ਹੁਣ ਕਿ ਅਕਾਲੀ ਦਲ ਨਾ ਇੱਧਰ ਜਾ ਸਕਦਾ ਹੈ, ਨਾ ਦੂਜੇ ਪਾਸੇ ਜਾ ਸਕਦਾ ਹੈ। ਹੁਣ ਅਕਾਲੀ ਦਲ ਦਾ ਇੱਕੋ ਹੀ ਗੱਲ ਇਹ ਹੈ ਕਿ ਹਾਲ ਦੀ ਘੜੀ ਜੇਕਰ ਅਕਾਲੀ ਦਲ ਕਿਸੇ ਪਾਸੇ ਵੀ ਨਹੀਂ ਜਾਂਦਾ ਤੇ ਉਸ ਦੇ ਨਾਲ ਜੋ ਸੰਭਾਵਨਾ ਲੱਗਦੀ ਹੈ BJP ਨੂੰ ਪੰਜਾਬ 'ਚ ਬਹੁਤਾ ਕੁਝ ਨਹੀਂ ਮਿਲਦਾ, ਤਦ ਅਕਾਲੀ ਦਲ ਦੁਬਾਰਾ ਕਿਤੇ ਰਿਵਾਈਵ ਹੋ ਸਕਦਾ ਹੈ, ਦੁਬਾਰਾ ਕੋਈ ਸਮਝੌਤਾ BJP ਨਾਲ ਹੋ ਸਕਦਾ ਹੈ। ਪਰੰਤੂ ਜੇਕਰ ਅਕਾਲੀ ਦਲ ਦੇ ਵੱਖ ਹੁੰਦਿਆਂ BJP ਨੂੰ ਫਿਰ ਵੀ ਆਪਣਾ ਆਧਾਰ ਬਚਾਉਣ 'ਚ 3-4 ਸੀਟਾਂ ਕੱਢਣ 'ਚ ਕਾਮਯਾਬੀ ਮਿਲ ਜਾਂਦੀ ਹੈ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਬਹੁਤ ਹੀ ਔਖੀ ਸਿਚੁਏਸ਼ਨ ਹੋਏਗੀ। ਅਕਾਲੀ ਦਲ ਨੂੰ ਅਲਾਇੰਸ ਲਈ ਕੋਈ ਨਹੀਂ ਮਿਲੇਗਾ। ਹਾਂ, ਇਹ ਵੀ ਪੋਜੀਸ਼ਨ ਹੈ 1985 ਦੇ ਵਿੱਚ ਇੱਕ ਸਥਿਤੀ ਬਣ ਗਈ ਸੀ ਜਦੋਂ ਅਕਾਲੀ ਦਲ ਕੱਲਿਆਂ ਇਲੈਕਸ਼ਨ ਲੜ ਕੇ ਸਰਕਾਰ ਬਣਾਉਣ ਲਈ ਕਾਮਯਾਬ ਰਿਹਾ। ਪਰੰਤੂ ਅੱਜ ਦੀ ਘੜੀ ਇਹ ਸਥਿਤੀ ਦਿਖਾਈ ਨਹੀਂ ਦਿੰਦੀ ਕਿ ਅਕਾਲੀ ਦਲ ਕੱਲਿਆਂ ਇਲੈਕਸ਼ਨ ਲੜ ਕੇ ਪੰਜਾਬ ਦੀ ਜਿਹੜੀ ਸਿਨਾਰੀਓ ਹੈ ਇਸ ਦੇ ਉੱਤੇ ਆਪਣਾ ਰਾਜਨੀਤਿਕ ਦਬਦਬਾ ਕਾਇਮ ਕਰ ਸਕੇਗਾ। ਸੋ ਦੇਰ ਸਵੇਰ ਲੱਗਦਾ ਇਹ ਹੈ, ਬਾਕੀ ਤਾਂ ਸਮਾਂ ਬੜਾ ਬਲਵਾਨ ਹੈ, ਪਤਾ ਨਹੀਂ ਕੀ ਕਰਦੇ ਵੇ। ਲੱਗਦਾ ਇਹ ਹੈ ਕਿ ਦੇਰ ਸਵੇਰ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਸਮਝੌਤੇ 'ਚ ਆਉਣਾ ਪਊਗਾ। ਇਹੀ ਲੱਗਦਾ ਕਿ ਕਾਂਗਰਸ ਨਾਲ ਜਾਣਾ ਬਹੁਤ ਮੁਸ਼ਕਲ ਹੈ। ਜੇ ਹਾਲਾਤ ਬਣੇ ਤਾਂ BJP ਨਾਲ ਕੋਈ ਸਮਝੌਤਾ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਵੀ। ਏਦਾਂ ਦੀਆਂ ਸਥਿਤੀਆਂ ਨੇ, ਪਰ ਇਹ ਦਿਖਾਈ ਦੇ ਰਿਹਾ ਕਿ ਅੱਜ ਉਹਨਾਂ ਕੋਲੇ ਆਪਸ਼ਨ ਹੀ ਨਹੀਂ। ਠੀਕ ਗਲਤ ਤਾਂ ਆਪਾਂ ਤਾਂ ਵਿਚਾਰੀਏ ਜੇ ਉਹਨਾਂ ਕੋਲੇ ਆਪਸ਼ਨ ਹੋਵੇ, ਉਹਨਾਂ ਕੋਲ ਕੋਈ ਆਪਸ਼ਨ ਹੀ ਨਹੀਂ, ਉਹ ਕਿਧਰੇ ਨਹੀਂ ਜਾ ਸਕਦੇ ਜੀ। ਠੀਕ ਹੈ ਮਠਾੜੂ ਸਾਹਿਬ, ਤੁਸੀਂ ਧਾਲੀਵਾਲ ਸਾਹਿਬ ਦੀ ਗੱਲਬਾਤ ਸੁਣੀ ਹੈ ਤੇ ਧਾਲੀਵਾਲ ਸਾਹਿਬ ਕਹਿੰਦੇ ਹੈ ਕਿ ਜਿਹੜਾ ਅਕਾਲੀ ਦਲ ਕੋਲੋਂ ਬਦਲੀ ਨਹੀਂ ਹੈਗਾ, ਇਸ ਗੱਲ ਕਰਕੇ ਉਹ ਨਾ ਤਾਂ ਇੰਡੀਆ ਦੇ ਹਿੱਸਾ ਬਣ ਰਹੇ ਤੇ ਨਾ ਉਹ NDA ਦਾ ਹਿੱਸਾ ਬਣ ਰਹੇ ਨੇ। ਤੁਹਾਡਾ ਕੀ ਵਿਚਾਰ ਹੈ? ਆਵਾਜ਼ ਨਹੀਂ ਆ ਰਹੀ ਮਠਾੜੂ ਸਾਹਿਬ? ਧਾਲੀਵਾਲ ਸਾਹਿਬ ਦੀ ਗੱਲ ਆ ਰਹੀ ਹੈ? ਆ ਰਹੀ ਹੈ ਜੀ, ਆ ਰਹੀ ਹੈ। ਹਾਂਜੀ, ਕੁਝ ਹੱਦ ਤੱਕ ਮੈਂ ਧਾਲੀਵਾਲ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਕਿ ਜਿਹੜੀ ਇਹਨਾਂ ਨੇ ਕਾਂਗਰਸ ਵਾਲੀ ਗੱਲ ਕੀਤੀ, ਵਿਸਥਾਰਪੂਰਵਕ ਇਹਨਾਂ ਨੇ ਦੱਸਿਆ ਕਿ ਕਾਂਗਰਸ ਨੇ ਪੰਜਾਬ ਤੇ ਸਿੱਖ ਕੌਮ ਦਾ ਤੇ ਪੰਜਾਬੀਅਤ ਦਾ ਬਹੁਤ ਵੱਡਾ ਨੁਕਸਾਨ ਕਾਂਗਰਸ ਨੇ ਕੀਤਾ। ਸ਼੍ਰੋਮਣੀ ਅਕਾਲੀ ਦਲ ਉਸ ਗੱਠਜੋੜ ਦੇ ਵਿੱਚ ਕਦੇ ਨਹੀਂ ਜਾਏਗਾ ਜਿਸ ਨੂੰ ਲੀਡ ਕਾਂਗਰਸ ਕਰ ਰਹੀ ਹੈ। ਔਰ ਮੈਂ ਹੈਰਾਨ ਹੈ, ਵਿਨੋਦ ਭਾਰਤੀ ਜੀ ਇਸ ਗੱਲ ਦਾ ਜਵਾਬ ਦੇਣਗੇ। ਇਹਨਾਂ ਦੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕੀਤਾ, ਕਹਿੰਦੇ ਅਕਾਲੀ ਦਲ ਨਾਲ ਸਾਡੀ ਗੱਲਬਾਤ ਚੱਲ ਰਹੀ ਆ। ਮੈਂ ਹੈਰਾਨ ਇਸ ਗੱਲ ਤੋਂ ਹੈ ਕਿ ਤੁਸੀਂ ਇਹ ਸੋਚ ਵੀ ਕਿਵੇਂ ਸਕਦੇ ਹੋ। ਇਸ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਕਦੇ ਜਾ ਹੀ ਨਹੀਂ ਸਕਦਾ। ਦੂਸਰੀ ਗੱਲ ਸਮਝੌਤੇ ਦੀ, ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਜਿਹੜਾ ਬਸਪਾ ਦੇ ਨਾਲ ਹੈ, ਔਰ ਸ਼੍ਰੋਮਣੀ ਅਕਾਲੀ ਦਲ ਬੜੀ ਕਲੀਅਰ ਇਹ ਗੱਲ ਨੂੰ ਕਰ ਚੁੱਕਿਆ ਹੈ
ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਬਸਪਾ ਨਾਲ ਹੈ ਔਰ ਬਸਪਾ ਦੇ ਨਾਲ ਮਿਲ ਕੇ ਹੀ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ। ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਖੇਤਰੀ ਪਾਰਟੀ ਹੈ, ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ। ਉਹਦੇ ਵਾਸਤੇ ਸਰਕਾਰਾਂ ਬਣਨੀਆਂ, ਉਹਦੇ ਵਾਸਤੇ ਸੀਟਾਂ ਆਉਣੀਆਂ ਜਾਂ ਉਹਦੇ ਵਾਸਤੇ ਇਹ ਚੀਜ਼ਾਂ ਮਾਇਨਾ ਨਹੀਂ ਰੱਖਦੀਆਂ। ਉਹਨਾਂ ਨੇ ਪੰਜਾਬ ਦੀ ਗੱਲ ਕਰਨੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਲੜਨਾ ਔਰ ਪੰਜਾਬ ਦੀ ਹੀ ਗੱਲ ਕਰਨੀ ਹੈ। ਔਰ ਅੱਜ ਦੀ ਘੜੀ ਅਗਰ ਬੀਜੇਪੀ ਦੀ ਗੱਲ ਕਰ ਲਈਏ, ਐਨਡੀ ਮਠਾੜੂ ਸਾਹਿਬ ਤੁਹਾਡੇ ਨਾਲ ਗੱਲਬਾਤ ਜਾਰੀ ਰਹੂਗੀ, ਲੈਣੇ ਇੱਕ ਬ੍ਰੇਕ। चर्चा चर्चा ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਆ। ਮਠਾੜੂ ਸਾਹਿਬ ਇਹ ਕਹਿ ਰਹੇ ਸੀਗੇ ਕਿ ਕਾਂਗਰਸ ਦੇ ਨਾਲ ਕਿਸੇ ਵੀ ਹਾਲਤ ਵਿੱਚ ਉਹਨਾਂ ਦਾ ਸਮਝੌਤਾ ਨਹੀਂ ਹੋ ਸਕਦਾ ਹੈਗਾ, ਪਰ ਭਾਰਤੀ ਜਨਤਾ ਪਾਰਟੀ ਬਾਰੇ ਉਹਨਾਂ ਨੇ ਹਲੇ ਕੋਈ ਗੱਲ ਨਹੀਂ ਕਹੀ। ਪੁੱਛਦੇ ਆ ਵੀ ਅਕਾਲੀ ਦਲ ਦਾ ਇਸ ਸਮੇਂ ਕੀ ਸਟੈਂਡ ਹੈ। ਹਾਂਜੀ ਮਠਾੜੂ ਸਾਹਿਬ। ਦਰਸ਼ਕ ਜੀ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਵੀ ਅੱਜ ਉਸੇ ਪੋਜੀਸ਼ਨ 'ਚ ਆਈ ਹੋਈ ਹੈ ਜਿਹੜੀ ਉਹਨਾਂ ਟਾਈਮਾਂ ਦੇ ਵਿੱਚ ਪਿਛਲੇ ਸਮਿਆਂ ਦੇ ਦੌਰਾਨ ਕਾਂਗਰਸ ਆਈ ਸੀ। ਕਾਂਗਰਸ ਨੇ ਜਿਵੇਂ ਨੁਕਸਾਨ ਕੀਤਾ ਸੀ ਉਹੀ, ਕਿਉਂਕਿ ਜਿਹੜਾ ਬੰਦਾ ਪਾਵਰ 'ਚ ਆ ਜਾਂਦਾ, ਜਿਹੜੀ ਵੀ ਸਰਕਾਰ ਸੈਂਟਰ ਦੇ ਵਿੱਚ ਪਾਵਰ ਦੇ ਵਿੱਚ ਆ ਜਾਂਦੀ ਹੈ, ਠੀਕ ਆ। ਅੱਜ ਚਾਹੇ ਕਾਂਗਰਸੀ ਲੱਖ ਫੈਡਰਲ ਢਾਂਚੇ ਦੀਆਂ ਗੱਲਾਂ ਕਰੀ ਜਾਣ, ਇਹਨਾਂ ਨੇ ਬੜੀਆਂ ਐਮਰਜੈਂਸੀਆਂ ਲਾਈਆਂ, ਬੜੀਆਂ ਸਰਕਾਰਾਂ ਤੋੜੀਆਂ। ਹੁਣ ਉਹਨਾਂ ਕੰਮਾਂ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਰਹੀ ਹੈ, ਧਾਰਮਿਕ ਮਸਲਿਆਂ ਦੇ ਵਿੱਚ, ਸਿੱਖਾਂ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਸਿੱਧੇ ਤੌਰ ਤੇ, ਪੰਜਾਬ ਦੇ ਜਿਹੜੇ ਜਿਵੇਂ ਚੰਡੀਗੜ੍ਹ ਦੀ ਜਗ੍ਹਾ ਦੇਣ ਵਾਸਤੇ, ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਵਾਸਤੇ ਤੇ ਹੋਰ ਕੁਝ ਯੂਨੀਵਰਸਿਟੀਆਂ ਦੇ ਵਿੱਚ ਦਖਲਅੰਦਾਜ਼ੀ ਔਰ ਉਹਦੀ ਹਿੱਸੇਦਾਰੀ ਘਟਾ ਦੇਣੀ ਪੰਜਾਬ ਦੀ ਚੰਡੀਗੜ੍ਹ ਦੇ ਵਿੱਚੋਂ, ਇਹਨਾਂ ਚੀਜ਼ਾਂ ਨੂੰ ਲੈ ਕੇ, ਪਾਣੀਆਂ ਦੇ ਮੁੱਦੇ ਨੂੰ ਲੈ ਕੇ ਦੇਖ ਲਓ, ਪੰਜਾਬ ਦੀ ਕੋਈ ਗੱਲ ਨਹੀਂ ਕਰ ਰਹੇ, ਬੰਦੀ ਸਿੰਘਾਂ ਦੀ ਰਿਹਾਈ ਤੇ ਕੋਈ ਗੱਲ ਨਹੀਂ ਕਰ ਰਹੇ। ਸੋ ਇਹ ਚੀਜ਼ਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੀ ਅੱਜ ਉਸੇ ਰਵੱਈਏ ਦੇ ਵਿੱਚ ਆ ਚੁੱਕੀ ਹੈ ਜਿਸ ਰਵੱਈਏ ਦੇ ਵਿੱਚ ਕਾਂਗਰਸ ਹੈ। ਸੋ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ, ਜਿਸ ਤਰ੍ਹਾਂ ਧਾਲੀਵਾਲ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਪੋਜੀਸ਼ਨ ਦੇ ਵਿੱਚ ਨਹੀਂ ਕਿ ਇਕੱਲਾ ਚੋਣ ਲੜ ਸਕੇ ਜਾਂ ਕੋਈ ਉਹਨਾਂ ਨਾਲ ਸਮਝੌਤਾ ਕਰ ਸਕੇ, ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਸ਼੍ਰੋਮਣੀ ਅਕਾਲੀ ਦਲ ਜਿਹੜੀ ਲੜਨ ਵਾਲੀ ਪਾਰਟੀ ਆ, ਸੰਘਰਸ਼ੀ ਪਾਰਟੀ ਆ, ਉਹਦਾ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਨੇ, ਲੀਡਰਾਂ ਨੇ ਵੇਖਿਆ, ਜਦੋਂ 4 ਬੰਦੇ ਇਕੱਠੇ ਕਰਨ ਵਾਸਤੇ ਜਿਹੜਾ ਹੈਗਾ ਰਾਤਾਂ ਨੂੰ ਸੁਨੇਹੇ ਲਾਉਣੇ ਪੈਂਦੇ ਸੀ ਔਰ ਮੀਟਿੰਗ ਕਰਨ ਵਾਸਤੇ 4-4 ਬੰਦੇ ਇਕੱਠੇ ਕਰਨੇ ਔਖੇ ਹੁੰਦੇ। ਹੁਣ ਤੇ ਸ਼੍ਰੋਮਣੀ ਅਕਾਲੀ ਦਲ ਨੇ 3 ਵਾਰ ਸਰਕਾਰ ਬਣਾ ਲਈ, ਉਸ ਤੋਂ ਪਹਿਲਾਂ ਵੀ ਸਰਕਾਰਾਂ ਬਣਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਨੇ 19 ਸਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਰਾਜ ਕੀਤਾ ਔਰ ਵੋਟ ਬੈਂਕ ਵੀ ਹੈ। ਅੱਜ ਸ਼੍ਰੋਮਣੀ ਅਕਾਲੀ ਦੇ ਨਾਲ ਲੀਡਰਸ਼ਿਪ, ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਔਰ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਜਿਹੜਾ ਹੈਗਾ ਉਹ ਬਰਕਰਾਰ ਹੈ। ਉਹਨਾਂ ਗੱਲਾਂ ਨੂੰ ਆਪਾਂ ਛੱਡ ਦਈਏ ਕਿ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਪੰਜਾਬ ਦੀ ਜਿਹੜੀ ਪਾਰਟੀ ਹੈ, ਲੋਕ ਅੱਜ ਵੀ ਦੇਖ ਰਹੇ ਆ ਸ਼੍ਰੋਮਣੀ ਅਕਾਲੀ ਦਲ ਵੱਲ ਕਿ ਜੋ ਪੰਜਾਬ ਵਾਸਤੇ ਗੱਲ ਕਰ ਸਕਦਾ ਹੈ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ। ਨਾ ਹੀ ਤਾਂ ਕੋਈ ਦਿੱਲੀ ਦੀ ਪਾਰਟੀ ਕਰ ਸਕਦੀ ਹੈ, ਨਾ ਹੀ ਕਾਂਗਰਸ, ਨਾ ਹੀ ਆਮ ਆਦਮੀ ਪਾਰਟੀ। ਔਰ ਇਹ ਤਾਂ ਸਾਰਿਆਂ ਨੂੰ ਹੁਣ ਦਿੱਲੀ ਥੈਲੋਂ ਬਾਹਰ ਆਈ ਗਈ, ਸਾਰਿਆਂ ਨੇ ਵੇਖ ਹੀ ਲਿਆ ਭਾਜਪਾ ਨਾਲ ਮਿਲ ਕੇ ਕਿਵੇਂ ਆਪਰੇਸ਼ਨ ਕੀਤੇ ਗਏ ਆਮ ਆਦਮੀ ਪਾਰਟੀ, ਔਰ ਅੱਜ ਸਮਝੌਤਾ ਜਿਹੜਾ ਹੈਗਾ ਕਾਂਗਰਸ ਨਾਲ ਕਰ ਲਿਆ। ਇਹ ਸਾਰੇ ਜਿਹੜੇ ਦਿੱਲੀ ਵਾਲੇ ਆ ਇੱਕ ਥਾਲੀ ਦੇ ਚੱਟੇ ਵੱਟੇ ਆ, ਪੰਜਾਬ ਦੇ ਹਿੱਤ ਦੀ ਗੱਲ ਇਹ ਕਰ ਨਹੀਂ ਸਕਦੇ। ਇਸ ਕਰਕੇ ਸਮਝੌਤਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਅੱਜ ਦੀ ਘੜੀ ਕਿਸੇ ਨਾਲ ਕੋਈ ਸਮਝੌਤਾ ਨਹੀਂ, ਬਸਪਾ ਨਾਲ ਸਮਝੌਤਾ ਹੈ ਔਰ ਇਸੇ ਤਰ੍ਹਾਂ ਹੀ ਚੋਣ ਲੜੇਗੀ। ਠੀਕ ਹੈ, ਠੀਕ ਹੈ। ਬੱਬੀ ਬਾਦਲ ਜੀ, ਤੁਸੀਂ ਮਠਾੜੂ ਸਾਹਿਬ ਦੀ ਗੱਲ ਸੁਣੀ ਹੈ, ਉਹਦੇ ਵਿੱਚ ਇਹ ਗੱਲ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਹੀ ਹੈ ਕਿ ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਉਹ ਅਸਲ ਦੇ ਵਿੱਚ ਦਿੱਲੀ ਦੇ ਇਸ਼ਾਰੇ ਤੇ ਚੱਲਦੀਆਂ ਨੇ ਤੇ ਉਹਨਾਂ ਦੀ ਜਿਹੜੀ ਖੇਤਰੀ ਪਾਰਟੀ ਹੈ ਉਹ ਖੇਤਰੀ ਪਾਰਟੀ ਦੇ ਤੌਰ ਤੇ ਵਿਚਰੂਗੀ। ਤੇ ਦੂਜੇ ਪਾਸੇ ਜਿਵੇਂ ਕਾਂਗਰਸ ਨੇ ਵੀ ਸੱਦਾ ਦਿੱਤਾ ਅਕਾਲੀ ਦਲ ਨੂੰ, ਪਰ ਉਹਨਾਂ ਨੇ ਠੁਕਰਾ ਦਿੱਤਾ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਦਰਸ਼ਕ ਜੀ, ਸਭ ਤੋਂ ਪਹਿਲਾਂ ਤਾਂ ਕਾਂਗਰਸ ਨੇ ਸੱਦਾ ਨਹੀਂ ਦਿੱਤਾ, ਇੰਡੀਆ ਅਲਾਇੰਸ ਨੇ ਸੱਦਾ ਦਿੱਤਾ ਸੀ ਅਕਾਲੀ ਦਲ ਨੂੰ। ਔਰ ਮੈਂ ਤੁਹਾਨੂੰ ਇਹ ਵੀ ਕਲੀਅਰ ਕਰਦਾ ਕਿ ਅਕਾਲੀ ਦਲ ਦਾ ਅਰਸ਼ਾਂ ਤੋਂ ਫਰਸ਼ ਤੱਕ ਦਾ ਸਫ਼ਰ ਅੱਜ ਪੂਰਾ ਹੋ ਚੁੱਕਿਆ ਹੈ, ਕਿਉਂ ਕਰਕੇ ਜਿਹੜੀ ਪਾਰਟੀ ਆਪਣੇ ਨਿੱਗਰ ਖਿਆਲਾਤਾਂ ਕਰਕੇ, ਸਾਦਗੀ ਕਰਕੇ, ਸਟੈਂਡ ਕਰਕੇ ਜਾਣੇ ਜਾਂਦੇ ਸੀਗੇ, ਜਿਹੜੀ ਪਾਰਟੀ, ਅੱਜ ਉਸ ਪਾਰਟੀ ਦਾ ਇਹ ਹਾਲ ਹੋ ਗਿਆ ਕਿ ਉਹਨਾਂ ਦੇ ਲੀਡਰਾਂ ਨੂੰ ਵੀ ਨਹੀਂ ਪਤਾ ਵੀ ਸਾਡਾ ਸਟੈਂਡ ਕੀ ਹੈ। ਕਿਉਂ ਕਰਕੇ ਐਨਡੀਏ ਦੇ ਦਰਵਾਜ਼ੇ ਦੇ ਬਾਹਰ ਖੜੇ ਆ, ਇਹ ਮਿੰਨਤਾਂ ਕਰ ਰਹੇ ਨੇ ਕਿ ਸਾਨੂੰ ਅੰਦਰ ਵਾੜ ਲਓ। ਉਹ ਢੀਂਸਾ ਦਲ ਨੂੰ ਅੰਦਰ ਬਿਠਾਈ ਬੈਠੇ ਨੇ। ਅਸਲੀਅਤ ਦੀ ਗੱਲ ਇਹ ਹੈ ਦਰਸ਼ਕ ਜੀ, ਜਦੋਂ 77 ਚ ਐਮਰਜੈਂਸੀ ਲੱਗੀ ਸੀ, ਕਿ ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ ਹਿੱਸਾ ਨਹੀਂ ਬਣਿਆ ਕਿ ਅਕਾਲੀ ਦਲ? ਉਦੋਂ ਜੈ ਪ੍ਰਕਾਸ਼ ਨਾਰਾਇਣ ਦੀ ਜਨਤਾ ਪਾਰਟੀ
ਔਰ ਸਾਰੇ ਉਦੋਂ ਨਾਲ ਜਨਸੰਘ ਦੇ ਨਾਲ ਸਾਰਿਆਂ ਨਾਲ ਜਾ ਕੇ ਦੇਸ਼ ਦੇ ਵਿੱਚ ਲੋਕਤੰਤਰ ਦੀ ਲੜਾਈ ਨਹੀਂ ਲੜੀ ਸੀ ਅਕਾਲੀ ਦਲ ਨੇ। ਅੱਜ ਵੀ ਉਹੀ ਲੜਾਈ ਹੈ। ਅੱਜ ਤੁਸੀਂ ਨਿੱਜੀ ਹਿੱਤਾਂ ਨੂੰ ਉੱਤੇ ਰੱਖ ਰਹੇ ਹੋ ਸਰਦਾਰ ਸਾਹਿਬ। ਤੁਸੀਂ ਅੱਜ ਲੋਕਤੰਤਰ ਖਤਰੇ 'ਚ ਹੈ। ਤੁਹਾਨੂੰ ਵੱਡਾ ਦਿਲ ਕਰਕੇ ਇੰਡੀਆ ਅਲਾਇੰਸ ਨੇ ਸੱਦਾ ਦਿੱਤਾ, ਲੇਕਿਨ ਤੁਸੀਂ ਕੀ ਕੀਤਾ? ਇੱਕੇ ਦਮ ਜਾ ਕੇ ਸਾਰੀ ਦੁਨੀਆ ਨੂੰ ਰੌਲਾ ਪਾਤਾ। ਸਾਨੂੰ ਬੁਲਾਇਆ ਸੀ ਪਰ ਅਸੀਂ ਨਹੀਂ ਗਏ। ਕਾਰਨ ਕੀ ਹੈ? ਰੇਟ ਵਧਾ ਰਹੇ ਨੇ ਕਿ ਬੀਜੇਪੀ ਸਾਨੂੰ ਸ਼ਾਇਦ ਇਸ ਗੱਲ ਕਰਕੇ ਬੁਲਾ ਲੇ ਕਿ ਕਿਤੇ ਦੂਜੇ ਪਾਸੇ ਨਾ ਚਲੇ ਜਾਣ। ਹੁਣ ਦਰਸ਼ਕ ਜੀ, ਮੈਂ ਇਹ ਪੁੱਛਦਾ ਹੈ ਕਿ ਪਿਛਲੇ 3 ਦਹਾਕਿਆਂ ਤੋਂ 4 ਦਹਾਕਿਆਂ ਤੋਂ ਜਿਹੜਾ ਸੰਘੀ ਢਾਂਚੇ ਦਾ ਰੌਲਾ ਪਾ ਰਿਹਾ ਸੀ ਅਕਾਲੀ ਦਲ ਕਿ ਸੰਘੀ ਢਾਂਚੇ ਦੇ ਹੱਕ 'ਚ ਆਇਆ ਸੀ, ਜਦੋਂ ਸੰਘੀ ਢਾਂਚੇ ਦੀ ਵਾਟਰਲੂ ਹੋਈ, ਜਦੋਂ ਸੰਘੀ ਢਾਂਚੇ ਦੀ ਨਿਰਣਾਇਕ ਲੜਾਈ ਹੋਈ ਦਿੱਲੀ ਆਰਡੀਨੈਂਸ ਤੇ ਅਕਾਲੀ ਦਲ ਨੇ ਕੀ ਕਿਹਾ? ਕਭੀ ਹਾਂ ਕਭੀ ਨਾ, ਕਭੀ ਹਾਂ ਕਭੀ ਨਾ, ਨਾ ਇੱਧਰ ਨਾ ਉੱਧਰ। ਕਹਿੰਦੇ ਵੈਸੇ ਤਾਂ ਅਸੀਂ ਖਿਲਾਫ ਹੈ ਪਰ ਲੇਕਿਨ ਕੇਜਰੀਵਾਲ ਉਹੀ ਵੱਢ ਰਿਹਾ ਜਿਹੜਾ ਕੇਜਰੀਵਾਲ ਨੇ ਬੀਜਿਆ। ਫਿਰ ਉਸ ਤੋਂ ਬਾਅਦ ਗਵਰਨਰੀ ਰਾਜ, ਜਦੋਂ ਗਵਰਨਰ ਦਾ ਮਿਸਯੂਜ਼ ਹੋਇਆ, ਸਭ ਤੋਂ ਵੱਧ ਅਕਾਲੀ ਸਰਕਾਰਾਂ ਦੇ ਖਿਲਾਫ 356 ਧਾਰਾ ਵਰਤੀ ਗਈ ਦਰਸ਼ਕ ਜੀ। ਲੇਕਿਨ ਅਕਾਲੀ ਦਲ ਨੇ ਕੀ ਕਿਹਾ? ਜਦੋਂ ਗਵਰਨਰ ਨਾਲ ਮੁੱਖ ਮੰਤਰੀ ਜੀ ਨੇ ਸਟੈਂਡ ਲਿਆ ਤਾਂ ਅਕਾਲੀ ਦਲ ਦਾ ਇਹ ਕਹਿਣਾ ਬਣਦਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਹਾਂ। ਲੇਕਿਨ ਅਕਾਲੀ ਦਲ ਨੇ ਕੀ ਕੀਤਾ? ਨਹੀਂ ਜੀ, ਲਾਅ ਐਂਡ ਆਰਡਰ ਬਹੁਤ ਖਰਾਬ ਹੈ। ਮਤਲਬ ਦੋਹੇ ਪਾਸਿਓਂ ਖੇਡਣ ਦੀ ਕੋਸ਼ਿਸ਼ ਕੀਤੀ। ਇਹ ਹਰ ਮੁੱਦੇ ਤੇ ਦੋਹਰੇ ਮਾਪਦੰਡ ਰੱਖਦੇ ਨੇ ਦਰਸ਼ਕ ਜੀ। ਇਸ ਕਰਕੇ ਹੁਣ ਜਿਹੜੇ ਮੁਲਾਜ਼ਮਾਂ ਦੀ ਹੜਤਾਲ ਹੈ, ਹੜ੍ਹਾਂ ਦੇ ਟਾਈਮ ਤੇ ਇਹਨਾਂ ਦੀ ਦੁੱਖ ਨਾ ਕਹਿਣਾ ਪੈ ਰਿਹਾ। 3.5 ਕਰੋੜ ਪੰਜਾਬੀਆਂ ਦਾ ਪੱਖ ਨਹੀਂ ਪੂਰਿਆ। 1700 ਪਟਵਾਰੀਆਂ ਦੇ ਹੱਕ 'ਚ ਕਹਿ ਰਹੇ ਨੇ ਕਿ ਭ੍ਰਿਸ਼ਟਾਚਾਰ ਦਾ ਲਾਇਸੈਂਸ ਦੇ ਦਿਓ ਇਹਨਾਂ ਨੂੰ। ਇਹ ਜਿਹੜੇ ਪਟਵਾਰੀ ਹੈ ਇਹਨਾਂ ਨੂੰ ਤੁਸੀਂ ਫੜੋ ਨਾ, ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਰੌਲਾ ਨਾ ਪਾਓ। ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਅਕਾਲੀ ਦਲ ਬਹੁਤ ਕਮਜ਼ੋਰ ਹੋ ਚੁੱਕਿਆ ਪਹਿਲਾਂ ਨਾਲੋਂ। ਅਕਾਲੀ ਦਲ ਭਾਜਪਾ ਨਾਲ ਗਠਬੰਧਨ ਕਰਨਾ ਚਾਹੁੰਦਾ ਹੈ, ਉਹ ਗੱਲ ਅਲੱਗ ਹੈ ਕਿ ਭਾਜਪਾ ਇਹਨਾਂ ਨੂੰ ਰਲਾ ਨਹੀਂ ਰਹੀ ਅੱਜ ਦੀ ਡੇਟ ਵਿੱਚ। ਸੋ ਮੈਂ ਇਹ ਕਹਿਣਾ ਕਿ ਪਿਛੋਕੜ ਤੇ ਝਾਤ ਮਾਰਨੀ ਚਾਹੀਦੀ ਹੈ। ਲੋਕਤੰਤਰ ਦੀ ਲੜਾਈ ਜਿਹੜੀ ਕਿ ਅਕਾਲੀ ਦਲ ਨੇ 1977 ਤੋਂ ਬਾਅਦ ਐਮਰਜੈਂਸੀ ਦੇ ਖਿਲਾਫ ਉਦੋਂ ਲੜੀ ਸੀ, ਅੱਜ ਵੀ ਲੋਕਤੰਤਰ ਦਾ ਸਵਾਲ ਹੈ। ਅੱਜ ਵੀ ਅਕਾਲੀ ਦਲ ਨੂੰ ਸਟੈਂਡ ਲੈਣਾ ਚਾਹੀਦਾ ਇੰਡੀਆ ਦੇ ਅਲਾਇੰਸ ਦੇ ਨਾਲ, ਕਿਉਂ ਕਰਕੇ ਫਿਰ ਹੁਣ ਤੁਹਾਡੇ ਕੋਲ ਜੈਸਮੀਨ ਸੰਧਾਵਾਲੀਆ ਜੀ, ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਸੁਣੀ ਆ, ਅਕਾਲੀ ਦਲ ਦੀ ਵੀ ਗੱਲ ਸੁਣੀ ਹੈ, ਪ੍ਰੋਫੈਸਰ ਧਾਲੀਵਾਲ ਸਾਹਿਬ ਦੀ ਵੀ ਜਿਹੜੀਆਂ ਟਿੱਪਣੀਆਂ ਉਹਦੀ ਵੀ ਸੁਣ ਚੁੱਕੇ ਆ, ਤੇ ਅਕਾਲੀ ਦਲ ਤੁਹਾਡਾ ਹਿੱਸਾ ਰਿਹਾ ਹੈ ਬਹੁਤ ਲੰਬੇ ਸਮੇਂ ਤੋਂ। ਪਰ ਇਹ ਹੈ ਕਿ ਤੁਸੀਂ ਉਸ ਲੀਡਰ ਨੂੰ ਆਪਣਾ ਐਨਡੀਏ ਦਾ ਹਿੱਸਾ ਬਣਾ ਰਹੇ ਹੋ ਜਿਨ੍ਹਾਂ ਦਾ ਬਹੁਤ ਵੱਡਾ ਆਧਾਰ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ, ਤੇ ਜਿਹੜਾ ਅਕਾਲੀ ਦਲ ਆ ਉਸ ਦਾ ਪੂਰੇ ਪੰਜਾਬ ਦੇ ਵਿੱਚ ਆਧਾਰ ਹੈ। ਪਰ ਹੁਣ ਜਿਸ ਤਰੀਕੇ ਦੇ ਨਾਲ ਥੋੜੇ ਮਤਭੇਦ ਚੱਲ ਰਹੇ ਨੇ, ਉਹਨਾਂ ਮਤਭੇਦਾਂ ਦੇ ਕਾਰਨ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਗੱਠਜੋੜ ਹੋ ਰਿਹਾ, ਪਰ ਆਉਣ ਵਾਲੀ ਕੋਈ ਸੰਭਾਵਨਾ ਹੈ? देखो जी, अकाली दल और बीजेपी का एक बहुत लंबा रिश्ता रहा है और बड़ा अच्छा रिश्ता रहा है, बड़े साल रूल किया है। और बीजेपी ने हमेशा ही एक छोटे भरा का दर्जा लैके अपने आप को नीवा करके 23 सीटां तक सीमित रख के रखिया, क्योंकि पंजाब च अमन चैन लियाना सब तो वड्डी गल सी कि पंजाब नूं बचाना सी। और असी कदी भी बीजेपी ने अपना साथ अकाली दल दे नाल नहीं छड्डिया। अकाली दल ने ही एक फैसला किया कि उन्होंने साडे तो अलायंस तोड़िया और असी उन्होंने कदी भी कोई ऐसा मौका नहीं सी दिता कि असी उन्होंने छड्डिया होवे, उन्होंने सानू छड्डिया। अगों उन्हों दा डिसीजन है कि उन्होंने किस पासे जाना है, पर सानू ये पता है कि असी 13 सीटां उत्ते बीजेपी खुद निरपक्ष होके इलेक्शन लड़ेगी पार्लियामेंट का और असी एक अच्छी परफॉर्मेंस देंगे एंड वी विश एवरीबडी द बेस्ट। ठीक है, ठीक है। विनोद भारती जी, ਜਿਹੜਾ ਇੰਡੀਆ ਵੱਲੋਂ ਜਿਹੜਾ ਅਕਾਲੀ ਦਲ ਨੂੰ ਸੱਦਾ ਦਿੱਤਾ ਗਿਆ ਵੀ ਉਹ ਸ਼ਾਮਲ ਹੋਵੇ, ਇਸ ਤੋਂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਅਕਾਲੀ ਦਲ ਨੇ ਕਿਹਾ ਕਿ ਅਸੀਂ ਕਾਂਗਰਸ ਦੇ ਨਾਲ ਤਾਂ ਕਦੇ ਵੀ ਗੱਠਜੋੜ ਨਹੀਂ ਕਰ ਸਕਦੇ, ਇਸ ਦੇ ਬਾਵਜੂਦ ਵੀ ਤੁਸੀਂ ਇਹ ਸੱਦਾ ਕਿਉਂ ਦਿੱਤਾ ਹੈ?
देखो दर्शक जी, बब्बी बादल जी ने पहले क्लियर करता है भी ये सत्ता कांग्रेस पार्टी ने नहीं दिता। ये इंडिया अलायंस जो बनी है, अलायंस की और जी ऑर्गेनाइजिंग कमेटी होगी या जिन्होंने भी इस सद्दे की जिम्मेवारी मिली होगी, उन्होंने सारिया पार्टियां नूं सद्दा दिता है। बीएसपी ने भी अपना स्टैंड कल क्लीयर किया है बीजेपी के प्रैशर च आके, अदरवाइज वो भी चौपी बैठी साइलेंट सी, सद्दा तो उन्होंने भी गया। तो इस करके क्योंकि इंडिया अलायंस है, कल नूं कोई ये ना कह दे कि तुसीं तां सानूं सिन्हा ही नहीं भेजा, इस करके सारिਆਂ ਨੂੰ सिन्हा भेजा जा रहा है। और लोकतंत्र की पराकाष्ठा ये कहती है कि अज जे लोकतंत्र नूं बचाना है तो बीजेपी की जिहड़ी डिक्टेटरशिप है उहदे तो निजात दिवानी है, तो सारे लोकतांत्रिक विचारधारा रखण वाले सारिया पार्टियां नूं सद्दा देना जिहड़ा वो जरूरी सी, और सद्दा देना बनता है। अगे उन्हों का प्रेरोगेटिव राइट है, उन्होंने उत्ते पार्टिसिपेट करना है या नहीं करना, क्योंकि अकाली दल की लीडरशिप जिहड़ी है वो कन्फ्यूज्ड लीडरशिप है। ना तो जदों माइनॉरिटीज के उपर अननैसेसरी और बिना किसी गल के अटैक्स होए है तो अकाली दल ने उहदे ते चुप्पी साध लई कोई स्टैंड नहीं लिता। और जिहड़ी पिछे जे जलंधर चिमनी चोण हुई, उत्थे भी दोनों पार्टियां नूं लोगों ने एक्चुअल पिक्चर दिखाती। सो इस करके आपां उस गल वल ना जांदे होइए तां जिहड़ी डिक्टेटरशिप बीजेपी थोप रही है और कर रही है, जिहड़ा उन्हां नूं लोगों ने ब्लाइंड फेस रखते हुए उन्हां ते विश्वास प्रगट किया, ओहदा वो नजायज फायदा उठा रही है। उस गल तो हिंदुस्तान नूं बचाउण लई सारा जिहड़ा इंडिया अलायंस है वो इकट्ठा होया, सारियां पार्टियां इकट्ठियां होईयां, और इस करके ਉਹਦੇ ਲਈ ਇਹਨਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ। ਅੱਗੋਂ ਇਹਨਾਂ ਦਾ ਪ੍ਰੈਰੋਗੇਟਿਵ ਰਾਈਟ ਹੈ ਕਿ ਇਹਨਾਂ ਨੇ ਉੱਥੇ ਜਾਣਾ ਹੈ ਜਾਂ ਨਹੀਂ ਜਾਣਾ, ਉਹਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਜਾਂ ਨਹੀਂ ਕਰਨਾ। ਲੇਕਿਨ ਲੋਕਤੰਤਰ ਦੀ ਜਿਹੜੀ ਰੂਹ ਹੈ ਉਹ ਇਹੀ ਕਹਿੰਦੀ ਹੈ ਕਿ ਲੋਕਤੰਤਰ ਬਚਾਉਣ ਲਈ ਆਪਾਂ ਨੂੰ ਪਿਛਲੇ ਜੇਕਰ ਕੋਈ ਗਿਲੇ ਸ਼ਿਕਵੇ ਹੋਣ ਤਾਂ ਦੇਸ਼ ਜੋ ਦੇਸ਼ ਦੀ ਸਥਿਤੀ ਹੈ ਉਹਨੂੰ ਮਜ਼ਬੂਤ ਕਰਨ ਲਈ, ਲੋਕਤੰਤਰ ਨੂੰ ਮਜ਼ਬੂਤ ਕਰਨ ਲਈ, ਦੇਸ਼ ਦੇ ਲੋਕਾਂ ਨੂੰ एक ठीक एडमिनिस्ट्रेशन देने लई उस विचारधारा नाल जरूर जुड़ना चाहिए। मैं तो यह कहूँगा। ठीक है जी। मठाड़ो जी, तुसी विनोद भारती जी की गल सुनी है कि लोकतंत्र नूं बचाउण दे लई इंडिया गठजोड़ तैयार होया, उस दे विच तुहानूं शामिल होना चाहिए। तुसी की समझदे हो कि एनडीए जिहड़ा हैगा लोकतंत्र नहीं बचा पा रहा है? मैं हमेशा एक गल कहना हुन्ना कि लोकतंत्र पूरे देश का बचाउणा कि पंजाब नूं छड्ड के बाकी देश का बचाउणा। पंजाब दे विच लोकतंत्र का की घाण हो रहा है, भगवंत मान की कर रहे हैं, ये डिक्टेटरशिप नहीं। पंजाब मैं बेनती करांगा साडे बब्बी बादल जी नूं कि भाई पहला पंजाब के मुख मंत्री नूं थोड़ी मोटी समत दिओ कि पंजाब का उन्होंने की हाल किया होया। पंजाब दे विच पंजाब की जिहड़ी सिखां दी सिरमौर संस्था SGPC किस तरह उन्होंने उस गुरुद्वारा एक्ट दे विच सोध करके बिल पास करके जिहड़ा अगों नहीं हो पास होया, वो दखलअंदाजी नहीं है सिखां दे धार्मिक मसलिਆਂ दे विच। ते जिहड़ा पंजाब दीआं जदों डिब्रूगढ़ दीआं जेलां दे विच पंजाब दे सिख नौजवानां नूं फड़ के सिट्टिया गया, सेंटर की पुलिस फोर्स लिया के मिलिटरी लिया के, उदों तुहानूं पंजाब दे लोकतंत्र का ध्यान नहीं आया कि भाई लोकतांत्रिक तरीके दे नाल उन्हां ते जो कार्रवाई बनती है वो करिए। ते जो तुसीं पंजाब दे विच कर रहे हो लॉ एंड ऑर्डर की है पंजाब दा ते की डिक्टेटरशिप, सीधा मुख मंत्री किसे जिहड़ी तुसीं पटवारियां दी गल कीती तो मुख मंत्री इहो जिहियां गल्लां करदे ते भी सारिਆਂ ਨੂੰ मैं घरे तोड़ दूंगा। ऐ तां फिर जिहड़ा मुख मंत्री आया हो सारिਆਂ ਨੂੰ जिहड़े तुहाडे रखे उन्हां नूं असीं घरे तोड़ देंगे जां कांग्रेस घरे तोड़ दू, नਵੇਂ ਬੰਦੇ रख लू, यही काम रह गया। अज ही कल ही तुसीं फैसला एक वापस लैके हटे हो ਜਿਹੜਾ ਤੁਸੀਂ ਡਿਕਟੇਟਰਸ਼ਿਪ ਦੀ ਗੱਲ ਕਰਦੇ ਹੋ। ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਭੰਗ ਕੀਤੀਆਂ, ਮੂੰਹ ਤੇ ਚਪੇੜਾਂ ਪਈਆਂ ਉੱਥੇ ਤੁਹਾਡੇ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਜਦੋਂ ਛਿੱਤਰੌਲ ਕੀਤੀ ਫਿਰ ਤੁਸੀਂ ਜਿਹੜਾ ਆਪਣਾ ਫੈਸਲਾ ਵਾਪਸ ਲਿਆ। ਪਤਾ ਨਹੀਂ ਜਿੰਨੇ ਅੱਜ ਤੱਕ ਫੈਸਲੇ ਲਏ ਸਾਰੇ ਵਾਪਸ ਲਏ। ਤੁਹਾਡੀ ਡਿਕਟੇਟਰਸ਼ਿਪ ਇੱਥੋਂ ਸਾਬਤ ਹੁੰਦੀ ਹੈ। ਦੂਜੀ ਗੱਲ, ਮੈਂ ਦਰਸ਼ਕ ਜੀ ਇੱਕ ਗੱਲ ਕਹਿਣੀ ਚਾਹਾਂਗਾ ਇਹਨਾਂ ਨੂੰ, ਸਾਰੀਆਂ ਪਾਰਟੀਆਂ ਨੂੰ मैं बेनती करूंगा, कांग्रेस के जिहड़े बुलारे भारती साहब बैठे है, बब्बी बादल जी बैठे, कदे तां कहंदे कांग्रेस अकाली दल दे पल्ले कुछ नहीं, अकाली दल हाशिए ते चला गया, अकाली दल नूं कोई पुछदा नहीं, अकाली दल नूं ओ भाई फिर तुसीं सद्दे क्यों भेजी जांदे हो? एक पासे कहंदे हो श्रोमणी अकाली दल दी लीडरशिप कन्फ्यूज्ड है, कन्फ्यूज बंदियां नूं फिर तुसीं अपने ओहदे विच क्यों पाउने हो?
ਬਾਕੀ ਗੱਲ ਜਿਹੜੀ ਹੈ ਕਹਿੰਦੇ ਇੰਡੀਆ ਨੇ ਸੱਦਾ ਭੇਜਿਆ, ਇੰਡੀਆ ਨੂੰ ਲੀਡ ਕੌਣ ਕਰ ਰਿਹਾ? ਕਾਂਗਰਸ ਪਾਰਟੀ, ਰਾਹੁਲ ਗਾਂਧੀ ਔਰ ਆਮ ਆਦਮੀ ਪਾਰਟੀ। ਇੱਕ ਅਨੈਤਿਕ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਕੌਣ ਆ ਪੰਜਾਬ ਠੀਕ ਹੈ ਮਠਾੜੂ ਜੀ ਫਿਰ ਹਾਂਜੀ ਇਹਨਾਂ ਨੂੰ ਇਹ ਪੁੱਛੋ ਪੰਜਾਬ ਦੇ ਵਿਰੋਧੀ ਧਿਰ ਕੌਣ ਹੈ? ਪੰਜਾਬ ਦੇ ਵਿੱਚ ਵਿਰੋਧੀ ਧਿਰ ਕਾਂਗਰਸ, ਆਮ ਆਦਮੀ ਪਾਰਟੀ ਸਰਕਾਰ। ਤੁਸੀਂ ਗੱਠ ਜੋੜ ਕਰ ਲਿਆ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵਿਰੋਧੀ ਧਿਰ ਚ ਬਿਠਾਇਆ। ਪੰਜਾਬ ਦੇ ਮਸਲੇ ਕੌਣ ਚੁੱਕੇਗਾ? ਪੰਜਾਬ ਦੀ ਲੀਡਰਤਾ ਤੁਹਾਡੀ ਜਿਹੜੀ ਕਾਂਗਰਸ ਦੇ ਸਾਰੇ ਮੁਰਗਿਆਂ ਤਰ੍ਹਾਂ ਫੜ ਕੇ ਉਹਨਾਂ ਨੇ ਅੰਦਰ ਤਾਰ। ਉੱਥੇ ਤਾਂ ਤੁਸੀਂ ਕਹਿੰਦੇ ਫਿਰ ਇਸ ਸਮੇਂ ਹੁਣ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ ਹੈ, ਲੈਣੇ ਆ ਇੱਕ ਬ੍ਰੇਕ। चर्चा चर्चा ब्रेक तो बाद फिर हाजिर होने हैं। भारती जी, मठाड़ू साहब ने यह कहा है कि पंजाब दे लोकां ने तुहानू विरोधी धिर विच बैठण वास्ते फतवा दिता सीगा, पर तुसीं तां विरोध जिहड़ी हैगी सत्ताधारी पार्टी नाल ही शामिल हो गए, तां लोकां दे मुद्दे कौन चुकूगा? ते इस संबंध विच ਤੁਹਾਡਾ ਕੀ ਵਿਚਾਰ ਹੈ? देखो दर्शक जी, मठारू साहब बड़े सियाणे है, कानूनदान है। असी अकाली दल नूं मैं पहलों भी कह चुकिया बई इंडिया का जिहड़ा गठबंधन है उन्होंने सारियां नूं सुनेहा भेजिया, उहदे विच अकाली दल नूं भी भेजता। ये अकाली दल का प्रेरोगेटिव राइट है, उन्हें नाल चलना है या नहीं चलना। और फिर कहंदे भी इन्होंने सुनेहा भेजिया। मठारू साहब तुहाडे लीडर ने बलविंदर सिंह भूंदड़ साहब, उन्होंने भी अप्रोच की सी, जरा कन्फर्म कर लियो कि कीती सी कि नहीं कीती सी। और दूजी गल जिहड़ी इन्होंने कहा कि पंजाब विच कांग्रेस कुछ हैगा तां दिखा दिओ। नहीं, तुसीं एक स्पैसिफिक लीडर का नाम लैके झूठ ना बोलो न्यूज़ चैनल ते। तुहाडे कोले कोई लैटर हैगा, तुहाडे कोले कोई फोन कॉल हैगी तां दिखा दिओ न्यूज़ चैनल। झूठ ना बोलो भारती जी, कल नूं गल देनी आउगी। ठारू साहब साडे ना चीफ ਜਿਹੜੇ स्पोक्स पर्सन है उन्होंने अज ही अपने उतों तुहाडे कोई यूथ विंग के बंदे ने कुछ बयान दिते सी, उन्होंने उहदे ते एतराज जतांदे होए इहदी क्लैरिफिकेशन दित्ती सी। उन्होंने बकायदा उन्होंने कहा जी साडे मानयोग बजुर्ग भूंदड़ साहब नूं तुसीं पुछ लईओ भी किहनां ने अप्रोच कीती सी। ਇਹ ਉਹਨਾਂ ने चीफ स्पोक्समैन ने बड़ी जिम्मेवारी दे नाल ਇਹ ਗੱਲ कही। अच्छा, दूजी गल ਜਿਹੜੀ ਤੁਸੀਂ ਇਹ ਗੱਲ कही कि भी कांग्रेस पार्टी ਆਪੋਜੀਸ਼ਨ ਚ बैठी है तो अज आम आदमी पार्टी नाल रल गई। यह जी कोई गल नहीं है। कांग्रेस पार्टी ने ਆਪੋਜੀਸ਼ਨ का रोल जिहड़ा है वो पूरी जिम्मेवारी दे नाल और पूरी तनदेही दे नाल निभाण दी जो मंशा नाल उत्थे बैठी है वो पूरी जिम्मेवारी नाल वो निभा रही है। जेकर तुसीं ये गल करदे हो पंचायतां दी जिहड़ी गल कीती है तां पंचायतां तोड़न दा विरोध कांग्रेस पार्टी ने पूरे जोर नाल कीता है। और जिहड़ी करप्शन की गल है, नशे की गल है, रेते की गल है, हर चीज ते साडा जिहड़ा स्टैंड है वो ओहदे ते खड़ा है। वो एक सैपरेट इशू है। ते साडे MLA साहब ने 2 MP साहबान ते भी एलीगेशन लाए, उन्हां दी क्लैरिफिकेशन लित्ती। इन्हां दे मिनिस्टर साहब ते एक एलीगेशन लग्या, उन्होंने ओहदी भी जिहड़ी है दबके ओहदी पैरवाई कीती है। जो आपोजिशन का फर्ज है वो असी वी आर कमिटेड टू प्लेट। लेकिन यह जी कोई गल नहीं है, जो साडा फर्ज है उन्होंने भी निभाना है। लेकिन उस दे नाल नाल जो साडी हाई कमांड का हुक्म होएगा वो लोकतंत्र नूं बचाउण लई उस हुक्म नूं पूरे तनदेही नाल निभावांगे। चाहे वो जे हुण अकाली दल दी गल है, साडे लीडरां ने कहा भी असीं अकाली दल दे नाल कोई समझौता नहीं करना, लेकिन इंडिया गठबंधन ने भेजिया उन्हां नूं सुनिया तां असीं उन्हां नूं रोक तां नहीं सकदे। वो ज्वाइंटली एक पार्टी का गठबंधन नहीं, 28 पार्टियां का गठबंधन है। वो 28 पार्टियां का फैसला कल्ली कांग्रेस पार्टी का फैसला नहीं, माइंड इट। ठीक है संधा वालिया जी, ये विशेष तौर पे भारतीय जनता पार्टी दे ते जिहड़ा हैगा दोष लग रहा है वो यही है कि जिहड़े ना संघी ढांचे नूं ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਜਿਹੜੀ ਭਾਰਤੀ ਜਨਤਾ ਪਾਰਟੀ ਆ ਸੱਟ ਮਾਰ ਰਹੀ ਹੈ। ਇਸ ਗੱਲ ਕਰਕੇ ਇੰਡੀਆ ਜਿਹੜਾ ਗੱਠਜੋੜ ਤਿਆਰ ਹੋਇਆ ਹੈ। ਤੇ ਤੁਸੀਂ ਇਸ ਸੰਬੰਧ ਵਿੱਚ ਕੀ ਕਲੈਰੀਫਿਕੇਸ਼ਨ, ਕੀ ਸਪਸ਼ਟੀਕਰਨ ਹੈ ਕਿ ਇਹ ਕਿਉਂ ਵਾਰ-ਵਾਰ ਇਸ ਤਰ੍ਹਾਂ ਦੇ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ? ਜਿਵੇਂ ਕਾਂਗਰਸ ਦੇ ਭਾਈ ਸਾਹਿਬ ਨੇ ਕਿਹਾ ਕਿ 28 ਪਾਰਟੀਆਂ ਇਕੱਠੀਆਂ ਹੋਈਆਂ ਨੇ,
28 ਪਾਰਟੀਆਂ ਇਸ ਕਰਕੇ ਇਕੱਠੀਆਂ ਹੋਈਆਂ ਨੇ ਕਿ ਉਹ ਪਿਛਲੇ 2014 ਤੋਂ ਉਹ ਵਿਲਡਰਨੈਸ ਵਿੱਚ ਨੇ ਔਰ ਉਹ ਕਿਤੇ ਪਾਰ ਦੇ ਵਿੱਚ ਸੈਂਟਰ ਦੇ ਵਿੱਚ ਨਹੀਂ ਆਈਆਂ। ਜੇ ਅੱਜ ਬੀਜੇਪੀ ਦੀ ਸਰਕਾਰ ਦੂਸਰੀ ਟਰਮ ਤੇ ਆਈ ਹੈ ਔਰ ਤੀਜੀ ਵੀ ਅਸੀਂ ਹੈਟ੍ਰਿਕ ਜ਼ਰੂਰ ਕਰਾਂਗੇ, ਉਹਦਾ ਰੀਜ਼ਨ ਇਹ ਹੈ ਕਿ ਆਮ ਹਿੰਦੁਸਤਾਨੀ ਲਾਈਨ 'ਚ ਖੜਾ ਹੋ ਕੇ ਬੀਜੇਪੀ ਨੂੰ ਵੋਟ ਜ਼ਰੂਰ ਪਾਉਂਦਾ ਹੈ। ਅਸੀਂ ਇੱਕ ਪਾਸੇ ਕਹਿੰਦੇ ਹਾਂ ਅਸੀਂ ਕਿ ਇੱਕ ਜਮਹੂਰੀਅਤ ਆ, ਜਮਹੂਰੀਅਤ ਦੇ ਵਿੱਚ ਵੋਟਰ ਸਭ ਤੋਂ ਉੱਚਾ ਹੁੰਦਾ ਹੈ, ਉਹ ਬਾਦਸ਼ਾਹ ਹੁੰਦਾ ਹੈ, ਪੋਲੀਟੀਸ਼ੀਅਨ ਵੀ ਨਹੀਂ ਹੁੰਦਾ। ਜਦੋਂ ਇਹ ਕਹਿੰਦੇ ਨੇ ਕਿ ਬੀਜੇਪੀ ਜਿਹੜੀ ਹੈ ਉਹ ਡੈਮੋਕ੍ਰੇਸੀ ਦੇ ਖਿਲਾਫ ਹੈ, ਤੇ ਮੈਨੂੰ ਬੜਾ ਹੀ ਬੁਰਾ ਲੱਗਦਾ ਹੈ ਇਹ ਗੱਲ ਸੁਣ ਕੇ, ਕਿਉਂਕਿ ਕਾਂਗਰਸ ਵਾਲਿਆਂ ਨੂੰ ਤਾਂ ਖਾਸ ਕਰ ਇਹ ਨਹੀਂ ਕਹਿਣਾ ਚਾਹੀਦਾ। 1947 ਤੋਂ ਬਾਅਦ ਜੇ ਸਭ ਤੋਂ ਵੱਡਾ ਧੱਬਾ ਡੈਮੋਕ੍ਰੇਸੀ ਉੱਤੇ ਲੱਗਾ ਹੈ ਤੇ ਉਹ ਕਾਂਗਰਸ ਨੇ ਲਾਇਆ ਤੇ ਐਮਰਜੈਂਸੀ ਲੱਗੀ ਸੀ। ਉਸ ਤੋਂ ਬਾਅਦ ਇਹਨਾਂ ਨੇ ਜੋ 84 ਚ ਕਰ ਛੜਿਆ ਉਹ ਸਾਰੀ ਹਿਸਟਰੀ ਸਾਨੂੰ ਪਤਾ ਹੈਗੀ ਹੈ। ਅੱਜ ਆਪ ਔਰ ਕਾਂਗਰਸ ਇਕੱਠੇ ਹੋ ਗਏ ਨੇ, ਮਿਲ ਜੁਲ ਗਏ ਨੇ। ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਆਪੋਜੀਸ਼ਨ 'ਚ ਬੈਠੇ ਨੇ ਬਾਜਵਾ ਸਾਹਿਬ, ਦੂਜੇ ਪਾਸੇ ਇਸ ਕਾਂਗਰਸ ਦੇ ਸਪੋਕਸਪਰਸਨ ਤੁਹਾਡੇ ਸਾਹਮਣੇ ਕਹੀ ਜਾ ਰਹੇ ਨੇ ਕਿ ਜੀ ਜੇ ਸੀਨੀਅਰ ਲੀਡਰਸ਼ਿਪ ਡਿਸਾਈਡ ਕਰੇਗੀ ਤੇ ਅਸੀਂ ਪੰਜਾਬ ਦੇ ਵਿੱਚ ਇਕੱਠੇ 13 ਸੀਟਾਂ ਉੱਤੇ ਲੜਾਂਗੇ। ਇਹ ਦੂਜਿਆਂ ਨੂੰ ਕਨਫਿਊਜ਼ ਕਹਿੰਦੇ ਨੇ। ਮੈਨੂੰ ਲੱਗਦਾ ਕਿ ਇਹ ਆਪ ਕਨਫਿਊਜ਼ ਨੇ ਔਰ ਇੱਕ ਆਮ ਵੋਟਰ ਨੂੰ ਕਨਫਿਊਜ਼ ਕਰਨਾ ਚਾਹੁੰਦੇ ਨੇ। ਇਹ ਇਕੱਠੇ ਨੇ, ਬਿਲਕੁਲ ਇਕੱਠੇ ਨੇ। ਜਿੱਥੇ ਖਾਣ ਪੀਣ ਦਾ ਮਾਮਲਾ ਆਉਂਦਾ ਹੈ ਉਦੋਂ ਇਹ ਇਕੱਠੇ ਹੋ ਜਾਂਦੇ ਨੇ ਤੇ ਲੜਨ ਨੂੰ ਇਹ ਵੱਖਰੇ ਵੱਖਰੇ ਹੋ ਜਾਂਦੇ ਨੇ। ਇਹ ਬਿਲਕੁਲ ਔਰ ਸਰਾਸਰ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਆਪੋਜੀਸ਼ਨ ਨਹੀਂ। ਮੈਂ ਸਮਝਦੀ ਆਪ ਜਿਹੜੀ ਹੈ ਉਹ ਬਿਲਕੁਲ ਡਿਕਟੇਟਰ ਰੂਲ ਕਰ ਰਹੀ ਹੈ। ਸਭ ਨੂੰ ਪਤਾ ਹੈ ਪੰਜਾਬ 'ਚ ਕੀ ਹੋ ਰਿਹਾ, ਮੈਂ ਬਾਰ-ਬਾਰ ਨਹੀਂ ਕਹਿਣਾ ਚਾਹੁੰਦੀ। ਤੇ ਬਾਕੀ ਕਾਂਗਰਸ ਜਿਹੜਾ ਆਪੋਜੀਸ਼ਨ ਦਾ ਰੋਲ ਪਲੇ ਕਰ ਰਹੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ। ਠੀਕ ਹੈ, ਠੀਕ ਹੈ। ਹਾਂਜੀ ਬੱਬੀ ਬਾਦਲ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਹਾਂਜੀ ਹਾਂਜੀ ਦਰਸ਼ਕ ਜੀ, ਮੈਂ ਮੇਰੀ ਵੱਡੀ ਭੈਣ ਜੀ ਨੇ ਕਿਹਾ ਕਿ ਡਿਕਟੇਟਰਸ਼ਿਪ ਕਰ ਰਹੀ ਹੈ ਆਪ, ਔਰ ਮੈਂ ਇਸ ਗੱਲ ਦਾ ਕਰਨਾ ਚਾਹੁੰਦਾ ਹੈ ਕਿ ਡਿਕਟੇਟਰਸ਼ਿਪ ਮੋਦੀ ਜੀ ਕਰ ਰਹੇ ਨੇ। ਦੇਖੋ, ਜੇ ਤਾਂ ਗੱਲ ਹੁੰਦੀ ਕਿ ਵੋਟਾਂ ਰਾਜ ਸਭਾ ਦੇ ਮੈਂਬਰ ਵੀ ਪੰਜਾਬ ਤੋਂ ਨਹੀਂ ਗਏ, ਰਾਜ ਸਭਾ ਦੇ ਮੈਂਬਰ ਵੀ ਪੰਜਾਬ ਤੋਂ ਨਹੀਂ ਲੈ ਕੇ ਗਏ। ਜੈਸਮੀਨ ਜੀ, ਡਿਬੇਟ ਦਾ ਇੱਕ ਅਸੂਲ ਹੈ ਕਿ ਆਪਾਂ ਇੱਕ ਦੂਜੇ ਦੇ ਟਾਈਮ 'ਚ ਨਹੀਂ ਬੋਲਦੇ। ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਹੈ ਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ, ਬੀਜੇਪੀ ਨੇ ਕਿੰਨੀਆਂ ਸਰਕਾਰਾਂ ਖਰੀਦੀਆਂ, ਅਦਾਨੀ ਅੰਬਾਨੀ ਦਾ ਪੈਸਾ ਲਿਆ। ਮਹਾਰਾਸ਼ਟਰ ਦੀ ਸਰਕਾਰ ਉद्धਵ ਠਾਕਰੇ ਜੀ ਦੇ ਪੁਰਾਣੇ ਮਿੱਤਰ ਹੁੰਦੇ ਸੀ ਭਾਜਪਾ ਵਾਲੇ, ਜਿਵੇਂ ਉਹਨਾਂ ਨਾਲ ਵਰਤਾਰਾ ਕੀਤਾ ਹੈ, ਉਹਨਾਂ ਦੀ ਤਾਂ ਪਾਰਟੀ ਚੋਰੀ ਕਰ ਲਈ ਇਹਨਾਂ ਨੇ। ਐਮਐਲਏ ਨੂੰ ਹੋਟਲਾਂ 'ਚ ਲੈ ਜਾਣਾ, ਮਹਾਰਾਸ਼ਟਰ ਦੇ ਐਮਐਲਏ ਨੂੰ ਅਸਾਮ 'ਚ ਲੈ ਜਾਣਾ, ਉੱਥੇ 5 ਸਟਾਰ ਹੋਟਲਾਂ 'ਚ ਰੱਖਣਾ, ਹਰ ਐਮਐਲਏ ਦੀ ਕੀਮਤ ਦੇਣੀ, ਫਿਰ ਗਵਰਨਰ ਨੂੰ ਸਪੈਸ਼ਲ ਸੈਸ਼ਨ ਬੁਲਾ ਕੇ ਉਦੋਂ ਬਾਅਦ ਸਰਕਾਰ ਡੇਗ ਦੇਣੀ। ਕਿੰਨੀਆਂ ਸਰਕਾਰਾਂ ਖਰੀਦੀਆਂ ਗਈਆਂ, ਕਿੰਨੀਆਂ ਨੂੰ ਡੇਗਣ ਦੇ ਯਤਨ ਕੀਤੇ ਗਏ। ਕੀ ਇਹ ਲੋਕਤੰਤਰ ਨੂੰ ਖਤਰਾ ਨਹੀਂ? ਨੰਬਰ ਦੂਸਰੀ ਗੱਲ ਮੈਨੂੰ ਇਹ ਦੱਸੋ ਕਿ ਅੱਜ ਦੇ ਡੇਟ ਵਿੱਚ ਕੀ ਅਕਾਲੀ ਦਲ ਨੂੰ ਸ਼ੋਭਾ ਦਿੰਦਾ ਹੈ ਕਿ ਇਹ ਅੱਜ ਉਹਨਾਂ ਪਾਰਟੀਆਂ ਵਿੱਚ ਸ਼ਮੂਲੀਅਤ ਰੱਖਦੇ ਨੇ ਕਿ ਰੀਜਨਲ ਪਾਰਟੀਆਂ ਨੂੰ ਸਭ ਤੋਂ ਵੱਡਾ ਖਤਰਾ ਅੱਜ ਜੇ ਕੋਈ ਹੈ ਤਾਂ ਉਹ ਮੋਦੀ ਸਾਹਿਬ ਦੀ ਸਰਕਾਰ ਤੋਂ ਹੈ। ਲੇਕਿਨ 3 ਪਾਰਟੀਆਂ ਦੇਖੋ ਵੱਡਾ ਰੋਲ ਨਿਭਾ ਰਹੀਆਂ ਹੈ। ਜਿਵੇਂ ਕਹਿੰਦੇ ਆ ਨਾ ਵੀ ਲੱਕੜ ਨੂੰ ਕੱਟਣ ਵਾਸਤੇ ਜਿਹੜੀ ਕੁਹਾੜੀ ਹੁੰਦੀ ਹੈ ਉਹਦਾ ਬਾਹਾਂ ਵੀ ਲੱਕੜ ਦਾ ਹੁੰਦਾ ਹੈ। ਅੱਜ ਸਾਨੂੰ ਬੜਾ ਅਫਸੋਸ ਹੈ ਕਿ ਇੰਡੀਆ ਗਠਬੰਧਨ ਨੂੰ ਬੜਾ ਅਫਸੋਸ ਹੈ ਕਿ ਇੱਕ ਜਗਨ ਮੋਹਨ ਰੈਡੀ, ਇੱਕ ਨਵੀਨ ਪਟਨਾਇਕ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਉਹ ਲੱਕੜ ਦੇ ਵਾਹੇ ਬਣੇ ਹੋਏ ਹੈ, ਜਿਹੜੇ ਰੀਜਨਲ ਪਾਰਟੀ ਹੋ ਕੇ ਵੀ ਅੱਜ ਰੀਜਨਲ ਪਾਰਟੀਆਂ ਦੇ ਸਭ ਤੋਂ ਵੱਡੇ ਦੁਸ਼ਮਣ ਜਿਹੜੀ ਕਿ ਕੇਂਦਰ ਸਰਕਾਰ ਹੈ ਉਹਦਾ ਸਾਥ ਦੇ ਰਹੇ ਨੇ। ਸੋ ਮੈਂ ਬੇਨਤੀ ਕਰਦਾ ਹਾਂ, ਅੱਜ ਦੇਸ਼ ਦੇ ਵਿੱਚ ਸਾਰੇ ਪਾਰਟੀਆਂ ਇਕੱਠੀਆਂ ਹੋ ਕੇ ਆਪਣਾ ਡਿਫਰੈਂਸਿਸ ਭੁਲਾ ਕੇ ਲੋਕਤੰਤਰ ਦੇ ਹੱਕ ਵਿੱਚ ਇਕੱਠੀਆਂ ਹੋਈਆਂ। ਕਿਰਪਾ ਕਰਕੇ ਉੱਥੇ ਨਿੱਜਵਾਦ ਔਰ ਨਿੱਜੀ ਮਫਾਦਾਂ ਨੂੰ ਅੱਗੇ ਨਾ ਰੱਖਦੇ ਹੋਏ ਆਪਾਂ ਦੇਸ਼ ਹਿੱਤ ਵਿੱਚ ਫੈਸਲੇ ਲਈਏ। ਸੋ ਪਹਿਲਾਂ ਵੀ ਤਾਂ 77 ਤੋਂ ਬਾਅਦ ਅਕਾਲੀ ਦਲ ਦੇ ਮੰਤਰੀ ਬਣੇ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੇਂਦਰ ਦੇ ਵਿੱਚ ਜਾ ਕੇ ਇਜਾਜ਼ਤ ਵਿੱਚ ਮੰਤਰੀ ਬਣੇ ਸੀ। ਤਾਂ ਹੁਣ ਦੱਸੋ ਵੀ ਹੁਣ ਉਹ ਮੰਤਰੀ ਬਣੇ ਜਿਹੜੇ ਹੈ, ਹੁਣ ਉਹ ਮਨੀਪੁਰ ਦੇ ਵਿੱਚ ਇੰਨੀਆਂ ਘਟਨਾਵਾਂ ਹੋਈਆਂ ਤੇ ਅਕਾਲੀ ਦਲ ਨੇ ਆਵਾਜ਼ ਵੀ ਨਹੀਂ ਚੱਕੀ। ਦੇਖੋ ਮਨੀਪੁਰ ਦੇ ਵਿੱਚ 2 ਸਮੁਦਾਇਆਂ ਦੀ ਲੜਾਈ ਕਰਾਈ, ਜਿਹੜੇ ਮੁੱਖ ਮੰਤਰੀ ਨੇ ਇੰਨੇ ਰੇਪ ਕਰਾਏ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ, ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਜੀ ਅਸੀਂ ਬੜੇ ਦੇਸ਼ ਭਗਤ ਜਥੇਬੰਦੀ ਹੈ।
ਸੋ ਮੈਂ ਬੇਨਤੀ ਕਰਦਾ ਅੱਜ ਇਤਿਹਾਸ ਦੇਖੂਗਾ ਕਿ ਕਿਹੜਾ ਲੋਕਤੰਤਰ ਵੱਲ ਖੜਿਆ ਸੀ ਔਰ ਕਿਹੜਾ ਆਪਣੇ ਨਿੱਜੀ ਮਫਾਦਾਂ ਕਰਕੇ ਗੋਡੇ ਟੇਕ ਗਿਆ ਸੀ। ਸੋ ਗੱਲ ਇੱਥੇ ਹੈ, ਲਖੀਰ ਖਿੱਚੀ ਵੀ ਹੈ। ਠੀਕ ਹੈ ਮਠਾਲੂ ਜੀ, ਕੁਝ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਬੱਬੀ ਸਾਹਿਬ ਦੇ ਐਲੀਗੇਸ਼ਨ ਜਿਹੜੇ ਲਾਏ ਨੇ, ਦੋਸ਼ ਲਾਏ ਨੇ, ਉਹਦੇ ਬਾਰੇ ਜਿਹੜਾ ਸਪਸ਼ਟੀਕਰਨ। ਇਹਨਾਂ ਨੇ ਦੋ ਗੱਲਾਂ ਕਹੀਆਂ ਦਰਸ਼ਕ ਜੀ। ਇੱਕ ਤਾਂ ਇਹ ਗੱਲ ਕਿ ਲੱਕੜ ਦਾ ਬਾਹਾਂ ਕਹਾੜੇ 'ਚ ਪਾਇਆ। ਜਿਹੜਾ ਤੁਸੀਂ ਭਗਵੰਤ ਮਾਨ ਲੱਕੜ ਦਾ ਬਾਹਾਂ ਕੇਜਰੀਵਾਲ ਦੇ ਕਹਾੜੇ 'ਚ ਪਾਇਆ, ਉਹ ਨਹੀਂ ਤੁਹਾਨੂੰ ਦਿਖਦਾ ਕਿ ਕੇਜਰੀਵਾਲ ਕੀ ਕਰ ਰਿਹਾ ਪੰਜਾਬ ਦੇ ਵਿੱਚ, ਕਿਸ ਤਰ੍ਹਾਂ ਜ਼ੁਲਮ ਕਰ ਰਿਹਾ ਪੰਜਾਬ ਦੇ ਨਾਲ। ਕੇਜਰੀਵਾਲ ਮੰਤਰੀ ਮਾਲਾ ਸਲੂਕ ਕਰ ਰਿਹਾ, ਚੱਲਦੀ ਦੂਸਰੀ ਗੱਲ ਜਿਹੜੀ ਇਹਨਾਂ ਨੇ ਗੱਲ ਕਹੀ, ਮੈਂ ਇੱਕ ਗੱਲ ਪੁੱਛਣੀ ਚਾਹਾਂਗਾ। ਕਾਂਗਰਸ ਉਹ ਪਾਰਟੀ ਹੈ ਜਿਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਮੈਂ ਧਾਲੀਵਾਲ ਸਾਹਿਬ ਨੂੰ ਵੀ ਕਰੈਕਟ ਕਰੂੰ, ਉਹ ਦੰਗੇ ਸ਼ਬਦ ਵਰਤ ਗਏ ਸੀ। ਧਾਲੀਵਾਲ ਸਾਹਿਬ ਦੰਗੇ ਨਾ ਵਰਤਿਆ ਕਰੋ। ਇਹਨਾਂ ਨੇ ਨਸਲਕੁਸ਼ੀ ਕੀਤੀ, ਸਿੱਖਾਂ ਦਾ ਕੋਹ ਕੇ ਮਾਰਿਆ। ਉਸ ਪਾਰਟੀ ਨਾਲ ਤੁਸੀਂ ਸਮਝੌਤਾ ਕੀਤਾ, ਪੰਜਾਬ ਦੇ ਸਿੱਖਾਂ ਦੀਆਂ ਵੋਟਾਂ ਲੈ ਕੇ ਸਰਕਾਰ ਬਣਾਈ। ਅੱਜ ਉਸ ਪਾਰਟੀ ਨਾਲ ਜਿਹਨੇ ਅਕਾਲ ਤਖਤ ਸਾਹਿਬ ਹਟਾਇਆ, ਕੀ ਤੁਸੀਂ ਇਹਦਾ ਮਤਲਬ ਸਮਝੌਤਾ ਕਰਨ ਦਾ ਕਿ ਤੁਸੀਂ ਉਹਨਾਂ ਗੱਲਾਂ ਨੂੰ ਜਿਹੜਾ ਹੈਗਾ ਮਿੱਟੀ ਪਾਤੀ, ਤੇ ਜੋ ਉਹਨਾਂ ਨੇ ਕੀਤਾ ਉਸ ਨੂੰ ਸਹੀ ਠਹਿਰਾ ਕੇ ਉਹਨਾਂ ਦੇ ਨਾਲ ਅੱਜ ਗਏ ਹੋ? ਤੁਸੀਂ ਸਿੱਖ ਕੌਮ ਦੀਆਂ ਵੋਟਾਂ ਕਹਿ ਕੇ ਲਈਆਂ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੋਟ ਸੀ ਉਹ ਵੀ ਤੁਹਾਨੂੰ ਭੁਗਤੀ ਉਸ ਵੇਲੇ ਲਹਿਰ ਦੇ ਵਿੱਚ, ਜੋ ਤੁਹਾਡੀ ਵੇਵ ਸੀ। ਤੁਹਾਡੇ 92 ਐਮਐਲਏ ਦਾ ਫਤਵਾ ਕੱਲੀ ਕਿਸੇ ਹੋਰ ਕਾਮਰੇਡਾਂ ਦੀ ਵੋਟ ਜਾਂ ਹੋਰ ਵੋਟਾਂ ਨਾਲ ਤੁਹਾਡੀ ਵੋਟ ਜੀ। ਆਪਾਂ ਹੁਣ ਆਪਾਂ ਧਾਲੀਵਾਲ ਸਾਹਿਬ ਕੋਲ ਜਾਂਦੇ ਹਾਂ। ਧਾਲੀਵਾਲ ਸਾਹਿਬ, ਮੈਨੂੰ ਇੱਕ ਗੱਲ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਹੁਣ ਅਕਾਲੀ ਦਲ ਬਿਲਕੁਲ ਅਲੱਗ ਹੋ ਗਿਆ ਹੈ ਇਹਨਾਂ ਦੋਨਾਂ ਪਾਰਟੀਆਂ ਦੇ ਤੋਂ, ਜਿਹੜੇ ਦੋਨੇ ਗੱਠਜੋੜਾਂ ਤੋਂ, ਇਹਦਾ ਭਵਿੱਖ ਤੁਹਾਨੂੰ ਕਿਸ ਤਰੀਕੇ ਦਾ ਨਜ਼ਰ ਆ ਰਿਹਾ ਹੈ? ਅਸੀਂ ਸਟੈਂਡ ਲੈਣ ਲਈ ਦਿਖਾਵਾ ਕਰਨਾ ਪੈਂਦਾ ਹੈ। ਮੁੱਖ ਮੰਤਵ ਜਿਹੜੇ ਸਾਡੇ ਹੁੰਦੇ ਨੇ, ਪਾਰਟੀ ਦਾ ਮੰਤਵ, ਮੌਕੇ ਦੀ ਪਾਰਟੀ ਦੀ ਲੀਡਰਸ਼ਿਪ ਦਾ ਮੰਤਵ, ਤੀਸਰਾ ਸਮਾਜਿਕ ਮੰਤਵ। ਜਿੱਥੇ ਉਹ ਤਿੰਨ ਮੈਚ ਕਰ ਜਾਂਦੇ ਨੇ ਉਸ ਤਰ੍ਹਾਂ ਦਾ ਫੈਸਲਾ ਲੈ ਲਿਆ ਜਾਂਦਾ ਹੈ। ਇਹ ਕਾਫੀ ਉੱਤੇ ਥੱਲੇ ਹੋ ਜਾਂਦਾ ਹੈ। ਜਿੱਥੋਂ ਤੱਕ ਅਕਾਲੀ ਦਲ ਦੇ ਵਕਤਾਂ ਨੇ ਕਿਹਾ ਹੈ 84 ਦੀ ਗੱਲ, 84 ਦੇ ਦੰਗਿਆਂ ਦੀ ਜਾਂ ਨਸਲਕੁਸ਼ੀ ਸ਼ਬਦ ਜਿਹੜਾ ਮਰਜ਼ੀ ਵਰਤ ਲਓ, ਮੈਂ ਵੀ ਨਸਲਕੁਸ਼ੀ ਕਹਿ ਲੈਣਾ, ਪਰੰਤੂ ਇਸ ਦੇ ਵਿੱਚ ਕਦੇ ਵੀ ਭਾਰਤੀ ਜਨਤਾ ਪਾਰਟੀ ਦੀ 10 ਸਾਲ ਦੀ ਸਰਕਾਰ ਹੈ, ਅੱਜ ਵੀ ਸਰਕਾਰ ਨੇ ਮਾਫੀ ਨਹੀਂ ਮੰਗੀ ਕਿ ਇਹ ਨਸਲਕੁਸ਼ੀ ਹੋਈ ਹੈ। ਵਿਦੇਸ਼ਾਂ ਦੀਆਂ ਸਰਕਾਰਾਂ ਨੇ ਇਹ ਗੱਲ ਉਠਾਈ ਹੈ, ਵਿਦੇਸ਼ਾਂ ਦੀਆਂ ਸਰਕਾਰਾਂ 'ਚ ਇਸ ਨੂੰ ਨਸਲਕੁਸ਼ੀ ਕਿਹਾ ਗਿਆ ਹੈ। ਪਰੰਤੂ ਜਦੋਂ ਭਾਈਵਾਲ ਸਰਕਾਰ ਦੇ ਵਿੱਚ ਅਕਾਲੀ ਦਲ ਹੋਵੇ ਤੇ ਬੀਜੇਪੀ ਦੀ ਸਰਕਾਰ ਹੋਵੇ, ਘੱਟੋ ਘੱਟ ਚੰਗਾ ਹੁੰਦਾ ਉਦੋਂ ਇੱਕ ਮਤਾ ਪਾਸ ਕਰਕੇ ਇਸ ਨੂੰ ਨਸਲਕੁਸ਼ੀ ਕਿਹਾ ਜਾਂਦਾ। ਸਰਕਾਰ ਜਿਹਦੀ ਮਰਜ਼ੀ ਹੋਵੇ, ਸਰਕਾਰ ਤਾਂ ਸਰਕਾਰ ਹੁੰਦੀ ਹੈ ਤੇ ਸਰਕਾਰ ਉਸ ਗੱਲ ਦੀ ਮਾਫੀ ਮੰਗਦੀ ਕਿ ਇਹ ਸਾਤੋਂ ਗਲਤ ਹੋਇਆ ਹੈ। ਇੱਥੇ ਇਹ ਨਹੀਂ ਹੁੰਦਾ ਵੀ ਇਹ ਕਾਂਗਰਸ ਦੀ ਸਰਕਾਰ ਤੋਂ ਹੋਇਆ ਜਾਂ ਫਲਾਣੀ ਸਰਕਾਰ ਤੋਂ ਹੋਇਆ ਹੈ। ਸੋ ਇਸ ਕਰਕੇ ਅਕਾਲੀ ਦਲ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜਦੋਂ ਉਹਨੂੰ ਫਾਇਦਾ ਲੱਗਦਾ ਉਦਾਂ ਦੀ ਗੱਲ ਕਰ ਲੈਂਦਾ ਹੈ, ਜਦੋਂ ਨਹੀਂ ਲੱਗਦਾ ਉਦਾਂ ਦੀ ਕਰ ਲੈਂਦਾ ਹੈ। ਇਸ ਤੋਂ ਬਿਨਾਂ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੇ ਵਿੱਚ ਰਿਕਾਰਡ ਆ ਗਿਆ ਕਿ ਬੀਜੇਪੀ ਦੇ ਨੇਤਾਵਾਂ ਨੇ ਵੀ ਸਰਕਾਰ ਨੂੰ, ਸਮੇਂ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉੱਥੇ ਇਸ ਤਰ੍ਹਾਂ ਦਾ ਵਰਤਾਰਾ ਹੈ, ਇਹਨੂੰ ਬੰਦ ਕਰਨ ਲਈ ਇੱਥੇ ਹਮਲਾ ਕੀਤਾ ਜਾਵੇ, ਔਰ ਉਹ ਹਮਲੇ ਦੀ ਸਪੋਰਟ ਕੀਤੀ ਗਈ ਹੈ। ਇਹਦੇ ਵਿੱਚ ਕੋਈ ਝੂਠ ਨਹੀਂ। ਮੈਂ ਇਹ ਗੱਲ ਕਿਉਂ ਕਰਦਾ? ਮੈਂ ਇਹ ਗੱਲ ਕਰਦਾ ਕਿ ਰਾਜਨੀਤਿਕ ਲੋਕਾਂ ਕੋਲੇ ਜਦੋਂ ਮੌਕਾ ਮਿਲਦਾ ਹੈ ਉਹ ਆਪਣੀ ਦਲੀਲ ਘੜ ਲੈਂਦੇ ਨੇ। ਇਸੇ ਤਰ੍ਹਾਂ ਮੇਰੇ ਆਮ ਆਦਮੀ ਪਾਰਟੀ ਦੇ ਭਰਾ ਨੇ ਬਹੁਤ ਵੱਡੀ ਗੱਲ ਕਹੀ ਕਿ ਜੀ ਸੰਘੀ ਢਾਂਚੇ ਤੇ ਹਮਲਾ ਹੈ। ਜਦੋਂ ਧਾਰਾ 370 ਟੁੱਟਦੀ ਹੈ, ਕੇਜਰੀਵਾਲ ਇੱਕ ਵੀ ਸ਼ਬਦ ਨਹੀਂ ਮੂੰਹੋਂ ਬੋਲਦੇ, ਉਦੋਂ ਸੰਘੀ ਢਾਂਚਾ ਕਿਤੇ ਉਰੇ ਪਰੇ ਜਿਹਾ ਹੋਇਆ ਸੀ, ਉਦੋਂ ਵੀ ਸੰਘੀ ਢਾਂਚਾ ਸੀ, ਉਦੋਂ ਵੀ ਸੰਘੀ ਢਾਂਚੇ ਤੇ ਹਮਲਾ ਸੀ। ਸੋ ਇਸ ਕਰਕੇ ਰਾਜਨੀਤਿਕ ਪਾਰਟੀਆਂ ਨੂੰ ਜਦੋਂ ਜਿਹੜਾ ਕੋਈ ਸੂਟ ਕਰਦਾ ਹੈ ਉਹ ਉਹਦੇ ਮੁਤਾਬਕ ਚੱਲਦੀਆਂ ਨੇ। ਇਹ ਸਿਚੁਏਸ਼ਨ ਦੇ ਵਿੱਚ ਫਿਰ ਮੈਂ ਕਹਿਣਾ ਕਿ ਅਕਾਲੀ ਦਲ ਕੋਲ ਕੋਈ ਆਪਸ਼ਨ ਨਹੀਂ। ਜੇ ਅਕਾਲੀ ਦਲ ਇੰਡੀਆ ਅਲਾਇੰਸ ਨਾਲ ਜਾਂਦਾ ਹੈ ਤਦ ਵੀ ਕੁਝ ਸੀਟਾਂ ਜਿਹੜੀਆਂ ਪਾਰਲੀਮੈਂਟ ਦੀਆਂ ਨੇ ਉਹ ਕਾਂਗਰਸ ਕੋਲ ਜਾਣਗੀਆਂ ਲੜਨ ਲਈ ਸਮਝੌਤੇ 'ਚ, ਕੁਝ ਸੀਟਾਂ ਆਮ ਆਦਮੀ ਕੋਲ ਜਾਣਗੀਆਂ।
ਤਾਂ ਆਪਾਂ ਸਮਝ ਸਕਦੇ ਹਾਂ ਕਿ ਅਕਾਲੀ ਦਲ ਲਈ ਹਿੱਸਾ ਕਿੰਨਾ ਬਚੇਗਾ। ਜੇਕਰ ਭਾਰਤੀ ਜਨਤਾ ਪਾਰਟੀ ਨਾਲ ਲੜਦੇ ਨੇ, ਉਹ ਵੱਡੇ ਭਰਾ ਦੇ ਰੂਪ ਚ ਆ ਗਏ ਨੇ, ਉਹਨਾਂ ਨੇ ਬਿਲਕੁਲ ਰਾਈਡਰ ਲਾ ਦਿੱਤਾ ਹੈ ਕਿ ਜੇਕਰ ਇੰਨੀਆਂ ਸੀਟਾਂ ਲੈਣੀਆਂ ਤਾਂ ਸਮਝੌਤੇ ਚ ਆਓ, ਨਹੀਂ ਨਾ ਆਓ। ਤੀਸਰੀ ਆਪਸ਼ਨ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇੱਕ ਪਰਸੈਪਸ਼ਨ ਬਣ ਰਹੀ ਹੈ ਕਿ ਯੂਪੀ ਦੇ ਵਿੱਚ ਜੇਕਰ ਭੈਣ ਮਾਇਆਵਤੀ ਆਪਣੀ ਪਾਰਟੀ ਨੂੰ ਵੱਖਰੇ ਤੌਰ ਤੇ ਲੜਾਉਂਦੇ ਨੇ ਤਾਂ ਉਹਦਾ ਫਾਇਦਾ ਜਿਹੜਾ ਹੈ ਉਹ ਬੀਜੇਪੀ ਨੂੰ ਮਿਲ ਸਕਦਾ ਹੈ, ਪਰੰਤੂ ਇੱਥੇ ਜਿਹੜਾ ਉਹ ਫਾਇਦਾ ਅਕਾਲੀ ਦਲ ਦਾ ਹੈ ਉਹ ਬੀਜੇਪੀ ਨੂੰ ਮਿਲਣ ਦੇ ਚਾਂਸ ਘੱਟ ਨੇ। ਮੇਰੀ ਸਮਝ ਮੁਤਾਬਕ ਇੱਥੇ ਉਹਦਾ ਫਾਇਦਾ ਇੰਡੀਆ ਅਲਾਈਅੰਸ ਨੂੰ ਮਿਲੇਗਾ। ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਲੈਣ ਦੇਣ ਨਹੀਂ, ਇਹਨਾਂ ਦੀ ਟੱਕਰ ਦਿੱਲੀ 'ਚ ਵੀ ਰਹੇਗੀ, ਟੱਕਰ ਪੰਜਾਬ 'ਚ ਵੀ ਰਹੇਗੀ, ਪਰ ਸਥਿਤੀ ਨੂੰ ਦੇਖਦੇ ਹੋਏ ਕਿਸੇ ਤਰ੍ਹਾਂ ਇੰਡੀਆ ਅਲਾਈਅੰਸ ਦੇ ਵਿੱਚ ਆਮ ਆਦਮੀ ਪਾਰਟੀ ਚਲੀ ਗਈ ਹੈ। ਹਲੇ ਵੀ ਸਾਰਾ ਕੁਝ ਸੈਟਲ ਨਹੀਂ ਹੋਇਆ, ਸੀਟਾਂ ਦੀ ਵੰਡ ਤੇ ਹਲੇ ਵੀ ਸੰਭਾਵਨਾ ਹੈ, ਮਤਲਬ ਅਲਾਈਅੰਸ ਭਾਵੇਂ ਬਣ ਗਿਆ, ਪ੍ਰੈਸ਼ਰ ਰਹੇਗਾ, ਪਰ ਹਲੇ ਵੀ ਔਖਾ ਲੱਗ ਰਿਹਾ ਹੈ ਕਿ ਇਹ ਸੀਟਾਂ ਦੀ ਲੈਣ ਦੇਣ ਸਮੇਂ ਇਹਨਾਂ ਪਾਰਟੀਆਂ ਦੇ ਵਿੱਚ ਅਲਾਈਅੰਸ ਸਿਰੇ ਚੜ ਜਾਏਗਾ। ਸੋ ਮੈਨੂੰ ਇਹ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਨੇ ਵੀ ਕਾਂਗਰਸ ਵਾਲੀ ਨੀਤੀ ਤੇ ਜਿਹੜੀਆਂ ਆਪਣੀਆਂ ਕਿਸੇ ਜ਼ਮਾਨੇ 'ਚ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦਾ ਸਮਝੌਤਾ 75 ਚ ਹੋਇਆ ਸੀ, ਮੇਰੀ ਭੈਣ ਨੇ ਕਿਹਾ ਯਾਦ ਕਰੋ 75 ਚ ਕੱਲੇ ਪੰਜਾਬ ਚੋਂ ਉਨੀਆਂ ਗ੍ਰਿਫਤਾਰੀਆਂ ਸੀ, ਸਾਰੇ ਹਿੰਦੁਸਤਾਨ ਚੋਂ ਉਨੀਆਂ ਨਹੀਂ ਸੀ। ਇਹ ਮੇਰੀ ਭੈਣ ਨੇ ਕਿਹਾ ਕਿ ਹੁਣ ਸਾਰੇ ਰਲ ਗਏ। ਜਦੋਂ ਤੁਹਾਡੇ ਕੋਲੇ 2 ਸੀਟਾਂ ਸੀ ਤੁਸੀਂ ਵੀ ਸਾਰੇ ਰਲ ਕੇ ਕਾਮਯਾਬ ਹੋਏ ਸੀ, ਇੱਕ ਦਿਨ ਤੁਸੀਂ ਵੀ ਨਹੀਂ ਕਾਮਯਾਬ ਹੋਏ। ਉਦੋਂ 2 ਸੀਟਾਂ ਤੋਂ ਬਾਅਦ ਤੁਸੀਂ ਸਾਰਿਆਂ ਨਾਲ ਰਲ ਕੇ ਕਾਮਯਾਬ ਹੋਏ ਸੀ। ਤੇ ਨੇਚਰਲੀ ਮੌਕੇ ਤਲਾਸ਼ ਕਰਨਾ ਰਾਜਨੀਤਿਕ ਲੋਕਾਂ ਦਾ ਹੱਕ ਹੈ, ਇਹ ਰਾਈਟ ਹੈ। ਇਸ ਕਰਕੇ ਇੰਡੀਆ ਅਲਾਈਅੰਸ ਆਪਣਾ ਮੌਕਾ ਤਲਾਸ਼ਣ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਨਾਲ ਜੋੜ ਰਿਹਾ ਹੈ। ਇਹ ਅੱਛੀ ਗੱਲ ਹੈ। ਠੀਕ ਹੈ ਧਾਲੀਵਾਲ ਸਾਹਿਬ, ਸਮੇਂ ਦੀ ਕਮੀ ਹੈ, ਪਰ ਇਹ ਹੈ ਕਿ ਇਸ ਸਮੇਂ ਅਕਾਲੀ ਦਲ ਕੋਲ ਕੋਈ ਆਪਸ਼ਨ ਨਹੀਂ ਹੈ। ਇਸ ਗੱਲ ਕਰਕੇ ਜਿਵੇਂ ਧਾਲੀਵਾਲ ਸਾਹਿਬ ਨੇ ਕਿਹਾ ਕਿ ਉਹ ਨਾ ਤਾਂ ਹੁਣ ਇੰਡੀਆ ਦੇ ਵਿੱਚ ਜਾ ਰਿਹਾ, ਨਾ ਉਹ ਐਨਡੀਏ ਦੇ ਵਿੱਚ ਜਾ ਰਿਹਾ, ਉਸ ਦੀ ਇੱਕ ਮਜਬੂਰੀ ਹੈ। ਤੇ ਇਸ ਗੱਲ ਕਰਕੇ ਇਹ ਸਹੀ ਜਾਂ ਗਲਤ ਸਟੈਂਡ ਹੈ, ਇਹ ਤਾਂ ਹੁਣ ਸਮਾਂ ਹੀ ਦੱਸੂਗਾ ਕਿ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈ। ਅਕਾਲੀ ਦਲ ਨੂੰ ਲੋਕ ਕਿੰਨਾ ਕੁ ਵੋਟ ਪਾਉਂਦੇ ਆ, ਕਿਵੇਂ ਇਹਦਾ ਮਾਣ ਸਤਿਕਾਰ ਰੱਖਦੇ ਆ, ਕਿਉਂਕਿ ਹਾਲ ਦੀ ਘੜੀ ਸਥਿਤੀ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ। ਧਾਲੀਵਾਲ ਸਾਹਿਬ, ਭਾਰਤੀ ਸਾਹਿਬ, ਜੈਸਮੀਨ ਜੀ, ਮਠਾੜੂ ਜੀ ਤੇ ਬੱਬੀ ਬਾਦਲ ਜੀ, ਤੁਸੀਂ ਆਪਣੇ ਆਪਣੇ ਵਿਚਾਰ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫਿਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਵਿੱਚ ਆਵਾਂਗੇ, ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਚਰਚਾ ਚਰਚਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਰਸ਼ਨ ਸਿੰਘ ਦਰਸ਼ਕ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਸਮੇਂ ਭਾਰਤ ਦੇ ਵਿੱਚ 2 ਵੱਡੇ ਗੱਠਜੋੜ ਬਣ ਚੁੱਕੇ ਨੇ। ਇੱਕ ਹੈਗਾ ਇੰਡੀਆ, ਇੱਕ ਹੈਗਾ ਐਨਡੀਏ। ਐਨਡੀਏ ਪੁਰਾਣਾ ਚੱਲਿਆ ਆ ਰਿਹਾ ਹੈ ਤੇ ਇਸ ਗੱਠਜੋੜ ਦੇ ਵਿੱਚ ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਐਨਡੀਏ ਦੀ ਪ੍ਰਤੀਨਿਧਤਾ ਕਰਦੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਇੰਡੀਆ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਇਸ ਗੱਲ ਕਰਕੇ ਹੁਣ ਜੋ ਅਕਾਲੀ ਦਲ ਹੈ ਉਸ ਦੀ ਪੋਜੀਸ਼ਨ ਇੱਕ ਬਿਲਕੁਲ ਅਲੱਗ ਤਰ੍ਹਾਂ ਦੀ ਬਣ ਚੁੱਕੀ ਹੈ। ਨਾ ਤਾਂ ਉਹ ਇੰਡੀਆ ਦੇ ਵਿੱਚ ਸ਼ਾਮਲ ਹੋਇਆ, ਨਾ ਉਹ ਆਪਣੇ ਪੁਰਾਣੇ ਗੱਠਜੋੜ ਐਨਡੀਏ ਦੇ ਵਿੱਚ ਸ਼ਾਮਲ ਹੋਇਆ। ਤੇ ਉਸ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਇਹਦੇ ਜਿਹੜੇ ਦੋਨੇ ਗੱਠਜੋੜ ਨੇ ਉਹ ਪੰਜਾਬ ਦੇ ਲਈ ਹਾਨੀਕਾਰਕ ਨੇ। ਤੇ ਹੁਣ ਅਕਾਲੀ ਲੀਡਰ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਨੂੰ ਇੱਕ ਸਥਾਨਕ ਪਾਰਟੀ ਦੀ ਲੋੜ ਹੈ, ਖੇਤਰੀ ਪਾਰਟੀ ਦੀ ਲੋੜ ਹੈ, ਜੋ ਪੰਜਾਬ ਦੇ ਲੋਕਾਂ ਤੇ ਸਿੱਖਾਂ ਦੀ ਪ੍ਰਤੀਨਿਧਤਾ ਕਰ ਸਕੇ, ਉਹਨਾਂ ਦੀ ਹੱਕਾਂ ਦੀ ਰਾਖੀ ਕਰ ਸਕੇ। ਇਸੇ ਤਰੀਕੇ ਦੇ ਨਾਲ ਅਕਾਲੀ ਦਲ ਦੀ ਭਾਈਵਾਲ ਪਾਰਟੀ ਬਸਪਾ ਨੇ ਵੀ ਇਹੀ ਗੱਲ ਕਹਿ ਦਿੱਤੀ ਹੈ ਕਿ ਉਹ ਨਾ ਇੰਡੀਆ ਦੇ ਵਿੱਚ ਜਾਏਗੀ, ਨਾ ਐਨਡੀਏ ਦਾ ਹਿੱਸਾ ਬਣੇਗੀ। ਇਸ ਸਭ ਨੂੰ ਦੇਖ ਕੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਅਕਾਲੀ ਦਲ ਦਾ ਸਟੈਂਡ ਠੀਕ ਹੈ, ਬਹੁਤ ਸਾਰੇ ਕਹਿ ਰਹੇ ਨੇ ਸਟੈਂਡ ਠੀਕ ਨਹੀਂ ਹੈ। ਤੇ
ਇਸ ਸਾਰੇ ਮਾਮਲੇ ਦੇ ਉੱਤੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਚਰਚਾ ਕਰਨ ਦੇ ਲਈ ਸਾਡੇ ਵਿੱਚ ਮੌਜੂਦ ਨੇ ਪ੍ਰੋਫੈਸਰ ਰਣ ਸਿੰਘ ਧਾਲੀਵਾਲ, ਸਟੀਕ ਟਿੱਪਣੀਕਾਰ, ਨਿਰਪੱਖ ਜਿਹੜੇ ਹੈਗੇ ਟਿੱਪਣੀਕਾਰ ਦੇ ਤੌਰ ਤੇ ਉਹਨਾਂ ਨੂੰ ਸੱਦਿਆ ਗਿਆ ਹੈ। ਜੈਸਮੀਨ ਸਾਂਦਾਵਾਲੀਆ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਪ੍ਰਤੀਨਿਧਤਾ ਕਰ ਰਹੇ ਨੇ। ਅਕਾਲੀ ਦਲ ਵੱਲੋਂ ਸਾਡੇ ਵਿੱਚ KS ਮਠਾੜੂ ਜੀ ਸ਼ਾਮਲ ਨੇ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਇੰਡੀਆ ਦਾ ਹਿੱਸਾ ਹੈ ਉੱਥੋਂ ਆਪਣੇ ਬੱਬੀ ਬਾਦਲ ਜੀ ਸਾਡੇ ਵਿੱਚ ਸ਼ਾਮਲ ਨੇ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਧਾਲੀਵਾਲ ਸਾਹਿਬ, ਅਕਾਲੀ ਦਲ ਨੇ ਜੋ ਸਟੈਂਡ ਲਿਆ ਕਿ ਅਸੀਂ ਨਾ ਤਾਂ ਇੰਡੀਆ ਦਾ ਹਿੱਸਾ ਬਣਾਂਗੇ ਨਾ NDA ਦਾ ਹਿੱਸਾ ਬਣਾਂਗੇ, ਤੇ ਇਹ ਕਿੰਨਾ ਕੁ ਸਹੀ ਹੈ, ਪੰਜਾਬ ਦੇ ਹਿੱਤਾਂ ਵਿੱਚ ਹੈ ਜਾਂ ਪਾਰਟੀ ਦੇ ਹਿੱਤਾਂ ਵਿੱਚ ਹੈ? ਦਰਸ਼ਕ ਜੀ, ਮਿਹਰਬਾਨੀ ਸਾਰੇ ਸਰੋਤਿਆਂ ਨੂੰ ਤੇ ਪੈਨਲਿਸਟ ਨੂੰ ਸਤਿ ਸ਼੍ਰੀ ਅਕਾਲ ਜੀ। ਇਹਦੇ ਵਿੱਚ ਗੱਲ ਇਹ ਹੈ ਜੀ ਕਿ ਜੇਕਰ ਆਪਾਂ ਥੋੜਾ ਜਿਹਾ ਪਿਛੋਕੜ ਦੇਖੀਏ, 1947 ਤੋਂ ਲੈ ਕੇ ਕਾਂਗਰਸ ਨਾਲ ਜਿਹੜਾ ਅੰਕੜਾ ਹੈ ਉਹ ਅਕਾਲੀ ਦਲ ਦਾ ਵਿਰੋਧਤਾ ਵਾਲਾ ਰਿਹਾ ਹੈ। 84 ਦੇ ਦੰਗਿਆਂ ਤੋਂ ਬਾਅਦ ਇਹ ਪੋਜੀਸ਼ਨ ਹੋ ਗਈ ਕਿ ਅਸੀਂ ਜੇ ਠੀਕ ਸਮਝੀਏ ਉਹ ਚ ਇਹ ਲੱਗਦਾ ਹੈ ਕਿ ਅਕਾਲੀ ਦਲ ਦਾ ਤੇ ਕਾਂਗਰਸ ਦਾ ਇੱਕ ਮੰਚ ਤੇ ਆਉਣਾ ਮੁਸ਼ਕਿਲ ਨਹੀਂ, ਅਸੰਭਵ ਲੱਗਦਾ ਹੈ। ਉਹਦੇ ਲਈ ਜਾਂ ਤੇ ਕਾਂਗਰਸ ਨੂੰ ਕੁਛ ਇਸ ਤਰ੍ਹਾਂ ਦੇ ਜੈਸਚਰ ਦੇਣੇ ਚਾਹੀਦੇ ਨੇ ਜਿਹਦੇ ਨਾਲ ਲੋਕਾਂ 'ਚ ਇਹ ਗੱਲ ਜਾਵੇ ਕਿ ਅੱਗੇ ਤੋਂ ਇਹ ਸਿੱਖਾਂ ਦੇ ਭਲੇ ਲਈ ਗੱਲ ਕਰ ਰਹੀ ਹੈ, ਇਸ ਲਈ ਇਹਦੇ ਨਾਲ ਕੋਈ ਅਲਾਇੰਸ ਹੋ ਸਕਦਾ ਹੈ। ਪਰੰਤੂ ਜਿਹੜੀਆਂ ਜਿੱਦਾਂ ਦੀਆਂ ਮੰਗਾਂ ਰੱਖੀਆਂ ਔਰ ਜਿੱਦਾਂ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੋਇਆ ਉਹਦੇ ਵਿੱਚ ਇਹ ਲੱਗਦਾ ਹੈ ਕਿ ਕਾਂਗਰਸ ਆਪਣੇ ਹਿੱਤ ਲਈ ਪੰਜਾਬੀਆਂ ਦੀਆਂ ਮੰਗਾਂ ਨੂੰ ਦਰਕਨਾਰ ਕਰਕੇ, ਬਲਕਿ ਉਹਨਾਂ ਦਾ ਵਿਰੋਧ ਕਰਕੇ, ਉਹਨਾਂ ਦੀ ਖਿੱਲੀ ਉਡਾ ਕੇ, ਉਹਨਾਂ ਦਾ ਮਜ਼ਾਕ ਉਡਾ ਕੇ ਵੱਡੇ ਪੱਧਰ ਤੇ ਨੈਸ਼ਨਲ ਲੈਵਲ ਤੇ ਇਹਨਾਂ ਗੱਲਾਂ ਦਾ ਫਾਇਦਾ ਲੈਣ ਦਾ ਯਤਨ ਕੀਤਾ ਹੈ, ਜਿਹਦੇ ਨਾਲ ਬਲੂ ਸਟਾਰ ਆਪਰੇਸ਼ਨ ਵਰਗੀ ਘਟਨਾ ਹੋ ਗਈ ਜਿਹੜੀ ਮਾਨਸਿਕ ਤੌਰ ਤੇ ਸਾਈਕੋਲੋਜੀਕਲੀ ਸਿੱਖਾਂ ਨੂੰ ਉਹ ਹਜੇ ਵੀ ਹਜਮ ਨਹੀਂ ਹੋਈ ਔਰ ਆਉਣ ਵਾਲੇ ਲੰਬੇ ਸਮੇਂ 'ਚ ਇਹ ਹਜਮ ਨਹੀਂ ਹੋਏਗਾ। ਇਹ ਧਾਰਮਿਕ ਭਾਵਨਾਵਾਂ ਨੇ ਜਿਹੜੀਆਂ ਉਹ ਕਾਂਗਰਸ ਨਾਲ ਕਿਤੇ ਜਾਂਦੀਆਂ ਨਹੀਂ ਦਿਖਾਈ ਦਿੰਦੀਆਂ। ਪਿਛਲੇ ਸਮੇਂ 'ਚ ਕੀ ਹੋਇਆ ਕਿ ਅਕਾਲੀ ਦਲ ਜਦੋਂ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਸੀ, ਅਕਾਲੀ ਦਲ ਜਨਸੰਘ ਨਾਲ ਵੀ ਐਡਜਸਟਮੈਂਟ ਜਾਂ ਅਲਾਇੰਸ ਕਰਦਾ ਰਿਹਾ, CPI CPM ਨਾਲ ਵੀ ਅਲਾਇੰਸ ਕਰਦਾ ਰਿਹਾ, BSP ਨਾਲ ਵੀ ਅਲਾਇੰਸ ਹੋਇਆ, ਕਦੇ ਟੁੱਟਿਆ ਕਦੇ ਬਣਿਆ, ਇਹਨਾਂ ਪਾਰਟੀਆਂ ਨਾਲ ਹੁੰਦਾ ਰਿਹਾ। ਪਰ ਅੱਜ ਤੱਕ ਕਾਂਗਰਸ ਨਾਲ ਕਦੇ ਅਲਾਇੰਸ ਨਹੀਂ ਹੋਇਆ, ਨਾ ਹੀ ਕੋਈ ਗੱਠਜੋੜ ਹੋਇਆ। ਹੁਣ ਉਸ ਦੇ ਵਿੱਚ ਆ ਕੇ ਇਹ ਪੋਜੀਸ਼ਨ ਆ ਗਈ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਕਿਸਮ ਨਾਲ ਅਕਾਲੀ ਦਲ ਨੂੰ, ਜੇ ਆਪਾਂ ਇਹਦੀ ਦੋਵੇਂ ਪੱਖ ਦੇਖੀਏ, ਇੱਕ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਦਾ ਪਿਛਲੇ ਬਾਦਲ ਸਾਹਿਬ ਦੇ ਲਾਂਬੇ ਹੋਣ ਤੋਂ ਅਤੇ ਮ੍ਰਿਤੂ ਤੋਂ ਬਾਅਦ ਕਹਿ ਲਈਏ ਕਿ ਨਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਉਹ ਕੱਦ ਰਿਹਾ। 1975 ਦੀ ਐਮਰਜੈਂਸੀ ਦੇ ਵਿੱਚ ਅਕਾਲੀ ਦਲ ਕੋਲ ਵੱਡੇ ਲੀਡਰ ਸੀ, ਟੌੜਾ ਸਾਹਿਬ ਸੀ, ਬਾਦਲ ਸਾਹਿਬ ਸੀ, ਬਰਨਾਲਾ ਸਾਹਿਬ ਸੀ। ਉਹਨਾਂ ਨੇ ਇੱਕ ਆਪਣਾ ਇਮੇਜ ਬਣਾਇਆ ਤੇ ਉਹਦੇ ਵਿੱਚ ਵਿਰੋਧੀ ਦਲ ਨੂੰ ਇਹ ਨਹੀਂ ਮੈਂ ਕਹਿੰਦਾ ਵੀ ਸਿਰਫ ਜੋੜਨ ਦੇ ਲਈ, ਸਗੋਂ ਵਿਰੋਧੀ ਦਲ 'ਚ ਆਪਣੀ ਗੱਲ ਰੱਖਣ ਲਈ ਤੇ ਵਿਰੋਧੀ ਦਲ ਦੇ ਵਿੱਚ ਏਦਾਂ ਦਾ ਇਮੇਜ ਬਣਾਉਣ ਲਈ ਕਿ ਅਕਾਲੀ ਦਲ ਵਿਰੋਧੀ ਦਲ ਦਾ ਬਹੁਤ ਵੱਡਾ ਪਾਰਟ ਹੈ, ਭਾਵੇਂ ਸੀਟਾਂ ਪੰਜਾਬ ਤੋਂ ਘੱਟ ਆਉਂਦੀਆਂ ਨੇ। ਕਰੁਣਾਨਿਧੀ ਨਾਲ ਬੜੇ ਅੱਛੇ ਰਿਲੇਸ਼ਨ ਸੀ, ਜਿਹੜੇ JNK ਵਾਲਿਆਂ ਨਾਲ, ਅਬਦੁੱਲਾ ਜੀ ਨਾਲ ਬੜੇ ਅੱਛੇ ਰਿਲੇਸ਼ਨ ਸੀ। ਇਹ ਪਾਰਟੀਆਂ ਨਾਲ ਮਿਲ ਕੇ ਈਵਨ ਨਵੁੰਦਰੀ ਪਾਤ ਤੱਕ ਇਹਨਾਂ ਦੇ ਅੱਛੇ ਰਿਲੇਸ਼ਨ ਸੀ, ਜਿਹੜੇ CPM ਦੇ ਵੱਡੇ ਲੀਡਰ ਹੁੰਦੇ ਸੀ। ਪਰੰਤੂ ਹੁਣ ਪੋਜੀਸ਼ਨ ਇਹ ਆ ਗਈ ਕਿ ਕਾਂਗਰਸ ਜਾਂ NDA ਵਾਲੇ ਅਲਾਇੰਸ ਨਾਲ ਕਾਂਗਰਸ ਨਾਲ ਰਿਲੇਸ਼ਨ ਠੀਕ ਨਹੀਂ, ਤੇ ਜਿੰਨਾ ਪਾਰਟੀਆਂ ਨਾਲ ਰਿਲੇਸ਼ਨ ਠੀਕ ਸੀ ਖੇਤਰੀ ਪਾਰਟੀਆਂ ਨਾਲ, ਉਹ ਸਾਰੀਆਂ ਲਗਭਗ ਇੰਡੀਆ ਦਾ ਪਾਰਟ ਬਣ ਗਈਆਂ। ਦੂਜੇ ਪਾਸੇ BJP ਨਾਲ ਰਿਲੇਸ਼ਨ ਵਿਗੜ ਗਏ। BJP ਅਕਾਲੀ ਦਲ ਨੂੰ ਛੋਟੇ ਭਰਾ ਦੇ ਤੌਰ ਤੇ ਬਾਰ-ਬਾਰ ਇਹ ਪਰਸੈਪਸ਼ਨ ਬਣਾ ਰਹੀ ਹੈ ਕਿ ਹੁਣ ਤੁਸੀਂ ਛੋਟੇ ਭਰਾ ਦੇ ਤੌਰ ਤੇ ਸਾਡੇ ਨਾਲ ਆਓ। ਇਸ ਕਰਕੇ ਜਦੋਂ ਅਕਾਲੀ ਦਲ BJP ਨਾਲੋਂ ਨਿਖੜਿਆ, ਉਹ ਸ਼ਰਤਾਂ ਤੋਂ ਬਹੁਤ ਨੀਚੇ ਡਾਊਨ ਕਰਕੇ ਕੋਈ ਸਮਝੌਤਾ ਹੋ ਸਕਦਾ ਹੈ। ਜਿਹੜਾ ਉਹ 23 ਸੀਟਾਂ ਵਾਲਾ ਸੀ, ਹੁਣ ਉਹ ਘੱਟੋ ਘੱਟ 50-50 ਤੇ ਹੋ ਸਕਦਾ ਹੈ। ਜਿਹੜਾ ਉਹ 3
ਤੇ 10 ਸੀਟਾਂ ਵਾਲਾ ਸਮਝੌਤਾ ਸੀ ਪਾਰਲੀਮੈਂਟ ਦਾ, ਉਹ 8-7 ਤੇ 7-8 ਤੇ ਹੋ ਸਕਦਾ ਹੈ। ਪਰ ਇਸ ਗੱਲ ਤੇ ਅਕਾਲੀ ਦਲ ਨੂੰ ਆਉਣਾ ਬਹੁਤ ਮੁਸ਼ਕਲ ਹੈ। ਇਹ ਅਕਾਲੀ ਦਲ ਦੀ ਰਾਜਨੀਤਿਕ ਹਾਰ ਹੋਊਗੀ ਜੇ ਉਹ ਤੇ ਆਉਂਦਾ ਹੈ। ਸੋ ਅਕਾਲੀ ਦਲ ਦੀ ਸਥਿਤੀ ਇਹ ਬਣ ਗਈ ਹੁਣ ਕਿ ਅਕਾਲੀ ਦਲ ਨਾ ਇੱਧਰ ਜਾ ਸਕਦਾ ਹੈ ਨਾ ਦੂਜੇ ਪਾਸੇ ਜਾ ਸਕਦਾ ਹੈ। ਹੁਣ ਅਕਾਲੀ ਦਲ ਦਾ ਇੱਕੋ ਹੀ ਗੱਲ ਇਹ ਹੈ ਕਿ ਹਾਲ ਦੀ ਘੜੀ ਜੇਕਰ ਅਕਾਲੀ ਦਲ ਕਿਸੇ ਪਾਸੇ ਵੀ ਨਹੀਂ ਜਾਂਦਾ ਤੇ ਉਸ ਦੇ ਨਾਲ ਜੋ ਸੰਭਾਵਨਾ ਲੱਗਦੀ ਹੈ ਬੀਜੇਪੀ ਨੂੰ ਪੰਜਾਬ 'ਚ ਬਹੁਤਾ ਕੁਝ ਨਹੀਂ ਮਿਲਦਾ, ਤਦ ਅਕਾਲੀ ਦਲ ਦੁਬਾਰਾ ਕਿਤੇ ਰਿਵਾਈਵ ਹੋ ਸਕਦਾ ਹੈ, ਦੁਬਾਰਾ ਕੋਈ ਸਮਝੌਤਾ ਬੀਜੇਪੀ ਨਾਲ ਹੋ ਸਕਦਾ ਹੈ। ਪਰੰਤੂ ਜੇਕਰ ਅਕਾਲੀ ਦਲ ਦੇ ਵੱਖ ਹੁੰਦਿਆਂ ਬੀਜੇਪੀ ਨੂੰ ਫਿਰ ਵੀ ਆਪਣਾ ਆਧਾਰ ਬਚਾਉਣ 'ਚ 3-4 ਸੀਟਾਂ ਕੱਢਣ 'ਚ ਕਾਮਯਾਬੀ ਮਿਲ ਜਾਂਦੀ ਹੈ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਬਹੁਤ ਹੀ ਔਖੀ ਸਿਚੁਏਸ਼ਨ ਹੋਏਗੀ। ਅਕਾਲੀ ਦਲ ਨੂੰ ਅਲਾਇੰਸ ਲਈ ਕੋਈ ਨਹੀਂ ਮਿਲੇਗਾ। ਹਾਂ, ਇਹ ਵੀ ਪੋਜੀਸ਼ਨ ਹੈ 1985 ਦੇ ਵਿੱਚ ਇੱਕ ਸਥਿਤੀ ਬਣ ਗਈ ਸੀ ਜਦੋਂ ਅਕਾਲੀ ਦਲ ਕੱਲਿਆਂ ਇਲੈਕਸ਼ਨ ਲੜ ਕੇ ਸਰਕਾਰ ਬਣਾਉਣ ਲਈ ਕਾਮਯਾਬ ਰਿਹਾ। ਪਰੰਤੂ ਅੱਜ ਦੀ ਘੜੀ ਇਹ ਸਥਿਤੀ ਦਿਖਾਈ ਨਹੀਂ ਦਿੰਦੀ ਕਿ ਅਕਾਲੀ ਦਲ ਕੱਲਿਆਂ ਇਲੈਕਸ਼ਨ ਲੜ ਕੇ ਪੰਜਾਬ ਦੀ ਜਿਹੜੀ ਸਿਨਾਰੀਓ ਹੈ ਇਸ ਦੇ ਉੱਤੇ ਆਪਣਾ ਰਾਜਨੀਤਿਕ ਦਬਦਬਾ ਕਾਇਮ ਕਰ ਸਕੇਗਾ। ਸੋ ਦੇਰ ਸਵੇਰ ਲੱਗਦਾ ਇਹ ਹੈ, ਬਾਕੀ ਤਾਂ ਸਮਾਂ ਬੜਾ ਬਲਵਾਨ ਹੈ, ਪਤਾ ਨਹੀਂ ਕੀ ਕਰਦੇ ਵੇ। ਲੱਗਦਾ ਇਹ ਹੈ ਕਿ ਦੇਰ ਸਵੇਰ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਸਮਝੌਤੇ 'ਚ ਆਉਣਾ ਪਊਗਾ। ਇਹੀ ਲੱਗਦਾ ਕਿ ਕਾਂਗਰਸ ਨਾਲ ਜਾਣਾ ਬਹੁਤ ਮੁਸ਼ਕਲ ਹੈ। ਜੇ ਹਾਲਾਤ ਬਣੇ ਤਾਂ ਬੀਜੇਪੀ ਨਾਲ ਕੋਈ ਸਮਝੌਤਾ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਵੀ। ਏਦਾਂ ਦੀਆਂ ਸਥਿਤੀਆਂ ਨੇ, ਪਰ ਇਹ ਦਿਖਾਈ ਦੇ ਰਿਹਾ ਕਿ ਅੱਜ ਉਹਨਾਂ ਕੋਲੇ ਆਪਸ਼ਨ ਹੀ ਨਹੀਂ। ਠੀਕ ਗਲਤ ਤਾਂ ਆਪਾਂ ਤਾਂ ਵਿਚਾਰੀਏ ਜੇ ਉਹਨਾਂ ਕੋਲੇ ਆਪਸ਼ਨ ਹੋਵੇ, ਉਹਨਾਂ ਕੋਲ ਕੋਈ ਆਪਸ਼ਨ ਹੀ ਨਹੀਂ, ਉਹ ਕਿਧਰੇ ਨਹੀਂ ਜਾ ਸਕਦੇ ਜੀ। ਠੀਕ ਹੈ ਮਠਾੜੂ ਸਾਹਿਬ, ਤੁਸੀਂ ਧਾਲੀਵਾਲ ਸਾਹਿਬ ਦੀ ਗੱਲਬਾਤ ਸੁਣੀ ਹੈ ਤੇ ਧਾਲੀਵਾਲ ਸਾਹਿਬ ਕਹਿੰਦੇ ਆ ਕਿ ਜਿਹੜਾ ਅਕਾਲੀ ਦਲ ਕੋਲੋਂ ਬਦਲੀ ਹੀ ਨਹੀਂ ਹੈਗਾ, ਇਸ ਗੱਲ ਕਰਕੇ ਉਹ ਨਾ ਤਾਂ ਇੰਡੀਆ ਦੇ ਹਿੱਸਾ ਬਣ ਰਹੇ ਨੇ ਨਾ ਉਹ ਐਨਡੀਏ ਦਾ ਹਿੱਸਾ ਬਣ ਰਹੇ ਨੇ। ਤੁਹਾਡਾ ਕੀ ਵਿਚਾਰ ਹੈ? ਆਵਾਜ਼ ਨਹੀਂ ਆ ਰਹੀ ਮਠਾੜੂ ਸਾਹਿਬ। ਧਾਲੀਵਾਲ ਸਾਹਿਬ ਦੀ ਗੱਲ ਆ ਰਹੀ ਹੈ? ਆ ਰਹੀ ਹੈ ਜੀ, ਆ ਰਹੀ ਹੈ। ਹਾਂਜੀ, ਕੁਝ ਹੱਦ ਤੱਕ ਮੈਂ ਧਾਲੀਵਾਲ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਕਿ ਜਿਹੜੀ ਇਹਨਾਂ ਨੇ ਕਾਂਗਰਸ ਵਾਲੀ ਗੱਲ ਕੀਤੀ, ਵਿਸਥਾਰਪੂਰਵਕ ਇਹਨਾਂ ਨੇ ਦੱਸਿਆ ਕਿ ਕਾਂਗਰਸ ਨੇ ਪੰਜਾਬ ਤੇ ਸਿੱਖ ਕੌਮ ਦਾ ਤੇ ਪੰਜਾਬੀਅਤ ਦਾ ਬਹੁਤ ਵੱਡਾ ਨੁਕਸਾਨ ਕਾਂਗਰਸ ਨੇ ਕੀਤਾ। ਸ਼੍ਰੋਮਣੀ ਅਕਾਲੀ ਦਲ ਉਸ ਗੱਠਜੋੜ ਦੇ ਵਿੱਚ ਕਦੇ ਨਹੀਂ ਜਾਏਗਾ ਜਿਸ ਨੂੰ ਲੀਡ ਕਾਂਗਰਸ ਕਰ ਰਹੀ ਹੈ। ਔਰ ਮੈਂ ਹੈਰਾਨ ਹੈ, ਵਿਨੋਦ ਭਾਰਤੀ ਜੀ ਇਸ ਗੱਲ ਦਾ ਜਵਾਬ ਦੇਣਗੇ। ਇਹਨਾਂ ਦੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕੀਤਾ, ਕਹਿੰਦੇ ਅਕਾਲੀ ਦਲ ਨਾਲ ਸਾਡੀ ਗੱਲਬਾਤ ਚੱਲ ਰਹੀ ਆ। ਮੈਂ ਹੈਰਾਨ ਇਸ ਗੱਲ ਤੋਂ ਹੈ ਕਿ ਤੁਸੀਂ ਇਹ ਸੋਚ ਵੀ ਕਿਵੇਂ ਸਕਦੇ ਹੋ। ਇਸ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਕਦੇ ਜਾ ਹੀ ਨਹੀਂ ਸਕਦਾ। ਦੂਸਰੀ ਗੱਲ ਸਮਝੌਤੇ ਦੀ, ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਜਿਹੜਾ ਬਸਪਾ ਦੇ ਨਾਲ ਹੈ, ਔਰ ਸ਼੍ਰੋਮਣੀ ਅਕਾਲੀ ਦਲ ਬੜੀ ਕਲੀਅਰ ਇਹ ਗੱਲ ਨੂੰ ਕਰ ਚੁੱਕਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਬਸਪਾ ਨਾਲ ਹੈ ਔਰ ਬਸਪਾ ਦੇ ਨਾਲ ਮਿਲ ਕੇ ਹੀ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ। ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਖੇਤਰੀ ਪਾਰਟੀ ਹੈ, ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ। ਉਹਦੇ ਵਾਸਤੇ ਸਰਕਾਰਾਂ ਬਣਨੀਆਂ, ਉਹਦੇ ਵਾਸਤੇ ਸੀਟਾਂ ਆਉਣੀਆਂ ਜਾਂ ਉਹਦੇ ਵਾਸਤੇ ਇਹ ਚੀਜ਼ਾਂ ਮਾਇਨਾ ਨਹੀਂ ਰੱਖਦੀਆਂ। ਉਹਨਾਂ ਨੇ ਪੰਜਾਬ ਦੀ ਗੱਲ ਕਰਨੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਲੜਨਾ ਔਰ ਪੰਜਾਬ ਦੀ ਹੀ ਗੱਲ ਕਰਨੀ ਹੈ। ਔਰ ਅੱਜ ਦੀ ਘੜੀ ਅਗਰ ਬੀਜੇਪੀ ਦੀ ਗੱਲ ਕਰ ਲਈਏ, ਐਂਟੀ ਮਠਾੜੂ ਸਾਹਿਬ ਤੁਹਾਡੇ ਨਾਲ ਗੱਲਬਾਤ ਜਾਰੀ ਰਹੂਗੀ, ਲੈਣੇ ਇੱਕ ਬ੍ਰੇਕ। चर्चा चर्चा ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਆ। ਮਠਾੜੂ ਸਾਹਿਬ ਇਹ ਕਹਿ ਰਹੇ ਸੀਗੇ ਕਿ ਕਾਂਗਰਸ ਦੇ ਨਾਲ ਕਿਸੇ ਵੀ ਹਾਲਤ ਵਿੱਚ ਉਹਨਾਂ ਦਾ ਸਮਝੌਤਾ ਨਹੀਂ ਹੋ ਸਕਦਾ ਹੈਗਾ, ਪਰ ਭਾਰਤੀ ਜਨਤਾ ਪਾਰਟੀ ਬਾਰੇ ਉਹਨਾਂ ਨੇ ਹਲੇ ਕੋਈ ਗੱਲ ਨਹੀਂ ਕਹੀ। ਪੁੱਛਦੇ ਆ ਵੀ ਅਕਾਲੀ ਦਲ ਦਾ ਇਸ ਸਮੇਂ ਕੀ ਸਟੈਂਡ ਹੈ। ਹਾਂਜੀ ਮਠਾੜੂ ਸਾਹਿਬ। ਦਰਸ਼ਕ ਜੀ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਵੀ ਅੱਜ ਉਸੇ ਪੋਜੀਸ਼ਨ 'ਚ ਆਈ ਹੋਈ ਹੈ ਜਿਹੜੀ ਉਹਨਾਂ ਟਾਈਮਾਂ ਦੇ ਵਿੱਚ ਪਿਛਲੇ ਸਮਿਆਂ ਦੇ ਦੌਰਾਨ ਕਾਂਗਰਸ ਆਈ ਸੀ। ਕਾਂਗਰਸ ਨੇ ਜਿਵੇਂ ਨੁਕਸਾਨ ਕੀਤਾ ਸੀ,
ਉਹੀ, ਕਿਉਂਕਿ ਜਿਹੜਾ ਬੰਦਾ ਪਾਵਰ 'ਚ ਆ ਜਾਂਦਾ, ਜਿਹੜੀ ਵੀ ਸਰਕਾਰ ਸੈਂਟਰ ਦੇ ਵਿੱਚ ਪਾਵਰ ਦੇ ਵਿੱਚ ਆ ਜਾਂਦੀ ਹੈ, ਠੀਕ ਆ। ਅੱਜ ਚਾਹੇ ਕਾਂਗਰਸੀ ਲੱਖ ਫੈਡਰਲ ਢਾਂਚੇ ਦੀਆਂ ਗੱਲਾਂ ਕਰੀ ਜਾਣ, ਇਹਨਾਂ ਨੇ ਬੜੀਆਂ ਐਮਰਜੈਂਸੀਆਂ ਲਾਈਆਂ, ਬੜੀਆਂ ਸਰਕਾਰਾਂ ਤੋੜੀਆਂ। ਹੁਣ ਉਹਨਾਂ ਕੰਮਾਂ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਰਹੀ ਹੈ, ਧਾਰਮਿਕ ਮਸਲਿਆਂ ਦੇ ਵਿੱਚ, ਸਿੱਖਾਂ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਸਿੱਧੇ ਤੌਰ ਤੇ, ਪੰਜਾਬ ਦੇ ਜਿਹੜੇ ਜਿਵੇਂ ਚੰਡੀਗੜ੍ਹ ਦੀ ਜਗ੍ਹਾ ਦੇਣ ਵਾਸਤੇ, ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਵਾਸਤੇ ਤੇ ਹੋਰ ਕੁਝ ਯੂਨੀਵਰਸਿਟੀਆਂ ਦੇ ਵਿੱਚ ਦਖਲਅੰਦਾਜ਼ੀ ਔਰ ਉਹਦੀ ਹਿੱਸੇਦਾਰੀ ਘਟਾ ਦੇਣੀ ਪੰਜਾਬ ਦੀ ਚੰਡੀਗੜ੍ਹ ਦੇ ਵਿੱਚੋਂ, ਇਹਨਾਂ ਚੀਜ਼ਾਂ ਨੂੰ ਲੈ ਕੇ, ਪਾਣੀਆਂ ਦੇ ਮੁੱਦੇ ਨੂੰ ਲੈ ਕੇ ਦੇਖ ਲਓ, ਪੰਜਾਬ ਦੀ ਕੋਈ ਗੱਲ ਨਹੀਂ ਕਰ ਰਹੇ, ਬੰਦੀ ਸਿੰਘਾਂ ਦੀ ਰਿਹਾਈ ਤੇ ਕੋਈ ਗੱਲ ਨਹੀਂ ਕਰ ਰਹੇ। ਸੋ ਇਹ ਚੀਜ਼ਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੀ ਅੱਜ ਉਸੇ ਰਵੱਈਏ ਦੇ ਵਿੱਚ ਆ ਚੁੱਕੀ ਹੈ ਜਿਸ ਰਵੱਈਏ ਦੇ ਵਿੱਚ ਕਾਂਗਰਸ ਹੈ। ਸੋ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ, ਜਿਸ ਤਰ੍ਹਾਂ ਧਾਲੀਵਾਲ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਪੋਜੀਸ਼ਨ ਦੇ ਵਿੱਚ ਨਹੀਂ ਕਿ ਇਕੱਲਾ ਚੋਣ ਲੜ ਸਕੇ ਜਾਂ ਕੋਈ ਉਹਨਾਂ ਨਾਲ ਸਮਝੌਤਾ ਕਰ ਸਕੇ, ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਸ਼੍ਰੋਮਣੀ ਅਕਾਲੀ ਦਲ ਜਿਹੜੀ ਲੜਨ ਵਾਲੀ ਪਾਰਟੀ ਆ, ਸੰਘਰਸ਼ੀ ਪਾਰਟੀ ਆ, ਉਹਦਾ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਨੇ, ਲੀਡਰਾਂ ਨੇ ਵੇਖਿਆ, ਜਦੋਂ 4 ਬੰਦੇ ਇਕੱਠੇ ਕਰਨ ਵਾਸਤੇ ਜਿਹੜਾ ਹੈਗਾ ਰਾਤਾਂ ਨੂੰ ਸੁਨੇਹੇ ਲਾਉਣੇ ਪੈਂਦੇ ਸੀ ਔਰ ਮੀਟਿੰਗ ਕਰਨ ਵਾਸਤੇ 4-4 ਬੰਦੇ ਇਕੱਠੇ ਕਰਨੇ ਔਖੇ ਹੁੰਦੇ। ਹੁਣ ਤੇ ਸ਼੍ਰੋਮਣੀ ਅਕਾਲੀ ਦਲ ਨੇ 3 ਵਾਰ ਸਰਕਾਰ ਬਣਾ ਲਈ, ਉਸ ਤੋਂ ਪਹਿਲਾਂ ਵੀ ਸਰਕਾਰਾਂ ਬਣਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਨੇ 19 ਸਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਰਾਜ ਕੀਤਾ ਔਰ ਵੋਟ ਬੈਂਕ ਵੀ ਹੈ। ਅੱਜ ਸ਼੍ਰੋਮਣੀ ਅਕਾਲੀ ਦੇ ਨਾਲ ਲੀਡਰਸ਼ਿਪ, ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਔਰ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਜਿਹੜਾ ਹੈਗਾ ਉਹ ਬਰਕਰਾਰ ਹੈ। ਉਹਨਾਂ ਗੱਲਾਂ ਨੂੰ ਆਪਾਂ ਛੱਡ ਦਈਏ ਕਿ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਪੰਜਾਬ ਦੀ ਜਿਹੜੀ ਪਾਰਟੀ ਹੈ, ਲੋਕ ਅੱਜ ਵੀ ਦੇਖ ਰਹੇ ਆ ਸ਼੍ਰੋਮਣੀ ਅਕਾਲੀ ਦਲ ਵੱਲ ਕਿ ਜੋ ਪੰਜਾਬ ਵਾਸਤੇ ਗੱਲ ਕਰ ਸਕਦਾ ਹੈ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ। ਨਾ ਹੀ ਤਾਂ ਕੋਈ ਦਿੱਲੀ ਦੀ ਪਾਰਟੀ ਕਰ ਸਕਦੀ ਹੈ, ਨਾ ਹੀ ਕਾਂਗਰਸ, ਨਾ ਹੀ ਆਮ ਆਦਮੀ ਪਾਰਟੀ। ਔਰ ਇਹ ਤਾਂ ਸਾਰਿਆਂ ਨੂੰ ਹੁਣ ਦਿੱਲੀ ਥੈਲੋਂ ਬਾਹਰ ਆਈ ਗਈ, ਸਾਰਿਆਂ ਨੇ ਵੇਖ ਹੀ ਲਿਆ ਭਾਜਪਾ ਨਾਲ ਮਿਲ ਕੇ ਕਿਵੇਂ ਆਪਰੇਸ਼ਨ ਕੀਤੇ ਗਏ ਆਮ ਆਦਮੀ ਪਾਰਟੀ, ਔਰ ਅੱਜ ਸਮਝੌਤਾ ਜਿਹੜਾ ਹੈਗਾ ਕਾਂਗਰਸ ਨਾਲ ਕਰ ਲਿਆ। ਇਹ ਸਾਰੇ ਜਿਹੜੇ ਦਿੱਲੀ ਵਾਲੇ ਆ ਇੱਕ ਥਾਲੀ ਦੇ ਚੱਟੇ ਵੱਟੇ ਆ, ਪੰਜਾਬ ਦੇ ਹਿੱਤ ਦੀ ਗੱਲ ਇਹ ਕਰ ਨਹੀਂ ਸਕਦੇ। ਇਸ ਕਰਕੇ ਸਮਝੌਤਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਅੱਜ ਦੀ ਘੜੀ ਕਿਸੇ ਨਾਲ ਕੋਈ ਸਮਝੌਤਾ ਨਹੀਂ, ਬਸਪਾ ਨਾਲ ਸਮਝੌਤਾ ਹੈ ਔਰ ਇਸੇ ਤਰ੍ਹਾਂ ਹੀ ਚੋਣ ਲੜੇਗੀ। ਠੀਕ ਹੈ, ਠੀਕ ਹੈ। ਬੱਬੀ ਬਾਦਲ ਜੀ, ਤੁਸੀਂ ਮਠਾੜੂ ਸਾਹਿਬ ਦੀ ਗੱਲ ਸੁਣੀ ਹੈ, ਉਹਦੇ ਵਿੱਚ ਇਹ ਗੱਲ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਹੀ ਹੈ ਕਿ ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਉਹ ਅਸਲ ਦੇ ਵਿੱਚ ਦਿੱਲੀ ਦੇ ਇਸ਼ਾਰੇ ਤੇ ਚੱਲਦੀਆਂ ਨੇ ਤੇ ਉਹਨਾਂ ਦੀ ਜਿਹੜੀ ਖੇਤਰੀ ਪਾਰਟੀ ਆ ਉਹ ਖੇਤਰੀ ਪਾਰਟੀ ਦੇ ਤੌਰ ਤੇ ਵਿਚਰੂਗੀ। ਤੇ ਦੂਜੇ ਪਾਸੇ ਜਿਵੇਂ ਕਾਂਗਰਸ ਨੇ ਵੀ ਸੱਦਾ ਦਿੱਤਾ ਅਕਾਲੀ ਦਲ ਨੂੰ, ਪਰ ਉਹਨਾਂ ਨੇ ਠੁਕਰਾ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ? ਦਰਸ਼ਕ ਜੀ, ਸਭ ਤੋਂ ਪਹਿਲਾਂ ਤਾਂ ਕਾਂਗਰਸ ਨੇ ਸੱਦਾ ਨਹੀਂ ਦਿੱਤਾ, ਇੰਡੀਆ ਅਲਾਇੰਸ ਨੇ ਸੱਦਾ ਦਿੱਤਾ ਸੀ ਅਕਾਲੀ ਦਲ ਨੂੰ। ਔਰ ਮੈਂ ਤੁਹਾਨੂੰ ਇਹ ਵੀ ਕਲੀਅਰ ਕਰਦਾ ਕਿ ਅਕਾਲੀ ਦਲ ਦਾ ਅਰਸ਼ਾਂ ਤੋਂ ਫਰਸ਼ ਤੱਕ ਦਾ ਸਫ਼ਰ ਅੱਜ ਪੂਰਾ ਹੋ ਚੁੱਕਿਆ ਹੈ, ਕਿਉਂ ਕਰਕੇ ਜਿਹੜੀ ਪਾਰਟੀ ਆਪਣੇ ਨਿੱਗਰ ਖਿਆਲਾਤਾਂ ਕਰਕੇ, ਸਾਦਗੀ ਕਰਕੇ, ਸਟੈਂਡ ਕਰਕੇ ਜਾਣੇ ਜਾਂਦੇ ਸੀਗੇ, ਜਿਹੜੀ ਪਾਰਟੀ, ਅੱਜ ਉਸ ਪਾਰਟੀ ਦਾ ਇਹ ਹਾਲ ਹੋ ਗਿਆ ਕਿ ਉਹਨਾਂ ਦੇ ਲੀਡਰਾਂ ਨੂੰ ਵੀ ਨਹੀਂ ਪਤਾ ਵੀ ਸਾਡਾ ਸਟੈਂਡ ਕੀ ਹੈ, ਕਿਉਂ ਕਰਕੇ ਐਨਡੀਏ ਦੇ ਦਰਵਾਜ਼ੇ ਦੇ ਬਾਹਰ ਖੜੇ ਆ, ਇਹ ਮਿੰਨਤਾਂ ਕਰ ਰਹੇ ਨੇ ਕਿ ਸਾਨੂੰ ਅੰਦਰ ਵਾੜ ਲਓ। ਉਹ ਢੀਂਸਾ ਦਲ ਨੂੰ ਅੰਦਰ ਬਿਠਾਈ ਬੈਠੇ ਨੇ। ਅਸਲੀਅਤ ਦੀ ਗੱਲ ਇਹ ਹੈ ਦਰਸ਼ਕ ਜੀ, ਜਦੋਂ 77 ਚ ਐਮਰਜੈਂਸੀ ਲੱਗੀ ਸੀ, ਕਿ ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ ਹਿੱਸਾ ਨਹੀਂ ਬਣਿਆ? ਕਿ ਅਕਾਲੀ ਦਲ ਉਦੋਂ ਜੈ ਪ੍ਰਕਾਸ਼ ਨਾਰਾਇਣ ਦੀ ਜਨਤਾ ਪਾਰਟੀ ਔਰ ਸਾਰੇ ਉਦੋਂ ਨਾਲ ਜਨਸੰਘ ਦੇ ਨਾਲ ਸਾਰਿਆਂ ਨਾਲ ਜਾ ਕੇ ਦੇਸ਼ ਦੇ ਵਿੱਚ ਲੋਕਤੰਤਰ ਦੀ ਲੜਾਈ ਨਹੀਂ ਲੜੀ ਸੀ ਅਕਾਲੀ ਦਲ ਨੇ? ਅੱਜ ਵੀ ਉਹੀ ਲੜਾਈ ਹੈ। ਅੱਜ ਤੁਸੀਂ ਨਿੱਜੀ ਹਿੱਤਾਂ ਨੂੰ ਉੱਤੇ ਰੱਖ ਰਹੇ ਹੋ ਸਰਦਾਰ ਸਾਹਿਬ। ਤੁਸੀਂ ਅੱਜ ਲੋਕਤੰਤਰ ਖਤਰੇ 'ਚ ਹੈ। ਤੁਹਾਨੂੰ ਵੱਡਾ ਦਿਲ ਕਰਕੇ ਇੰਡੀਆ ਅਲਾਇੰਸ ਨੇ ਸੱਦਾ ਦਿੱਤਾ, ਲੇਕਿਨ ਤੁਸੀਂ ਕੀ ਕੀਤਾ? ਇੱਕੇ ਦਮ ਜਾ ਕੇ ਸਾਰੀ ਦੁਨੀਆ ਨੂੰ ਰੌਲਾ ਪਾਤਾ, ਸਾਨੂੰ ਬੁਲਾਇਆ ਸੀ ਪਰ ਅਸੀਂ ਨਹੀਂ ਗਏ। ਕਾਰਨ ਕੀ ਹੈ? ਰੇਟ ਵਧਾ ਰਹੇ ਨੇ ਕਿ ਬੀਜੇਪੀ ਸਾਨੂੰ ਸ਼ਾਇਦ ਇਸ ਗੱਲ ਕਰਕੇ ਬੁਲਾ ਲੇ ਕਿ ਕਿਤੇ ਦੂਜੇ ਪਾਸੇ ਨਾ ਚਲੇ ਜਾਣ। ਹੁਣ ਦਰਸ਼ਕ ਜੀ, ਮੈਂ ਇਹ ਪੁੱਛਦਾ ਕਿ ਪਿਛਲੇ 3 ਦਹਾਕਿਆਂ ਤੋਂ 4 ਦਹਾਕਿਆਂ ਤੋਂ ਜਿਹੜਾ ਸੰਘੀ ਢਾਂਚੇ ਦਾ ਰੌਲਾ ਪਾ ਰਿਹਾ ਸੀ ਅਕਾਲੀ ਦਲ ਕਿ ਸੰਘੀ ਢਾਂਚੇ ਦੇ ਹੱਕ 'ਚ ਆਇਆ ਸੀ, ਜਦੋਂ ਸੰਘੀ ਢਾਂਚੇ ਦੀ ਵਾਟਰਲੂ ਹੋਈ, ਜਦੋਂ ਸੰਘੀ ਢਾਂਚੇ ਦੀ ਨਿਰਣਾਇਕ ਲੜਾਈ ਹੋਈ ਦਿੱਲੀ ਆਰਡੀਨੈਂਸ ਤੇ ਅਕਾਲੀ ਦਲ ਨੇ ਕੀ ਕਿਹਾ? ਕਭੀ ਹਾਂ ਕਭੀ ਨਾ, ਕਭੀ ਹਾਂ ਕਭੀ ਨਾ, ਨਾ ਇੱਧਰ ਨਾ ਉੱਧਰ। ਕਹਿੰਦੇ ਵੈਸੇ ਤਾਂ ਅਸੀਂ ਖਿਲਾਫ ਹੈ ਪਰ ਲੇਕਿਨ ਕੇਜਰੀਵਾਲ ਉਹੀ ਵੱਢ ਰਿਹਾ ਜਿਹੜਾ ਕੇਜਰੀਵਾਲ ਨੇ ਬੀਜਿਆ। ਫਿਰ ਉਸ ਤੋਂ ਬਾਅਦ ਗਵਰਨਰੀ ਰਾਜ, ਜਦੋਂ ਗਵਰਨਰ ਦਾ ਮਿਸਯੂਜ਼ ਹੋਇਆ, ਸਭ ਤੋਂ ਵੱਧ ਅਕਾਲੀ ਸਰਕਾਰਾਂ ਦੇ ਖਿਲਾਫ
356 ਧਾਰਾ ਵਰਤੀ ਗਈ ਦਰਸ਼ਕ ਜੀ। ਲੇਕਿਨ ਅਕਾਲੀ ਦਲ ਨੇ ਕੀ ਕਿਹਾ? ਜਦੋਂ ਗਵਰਨਰ ਨਾਲ ਮੁੱਖ ਮੰਤਰੀ ਜੀ ਨੇ ਸਟੈਂਡ ਲਿਆ ਤਾਂ ਅਕਾਲੀ ਦਲ ਦਾ ਇਹ ਕਹਿਣਾ ਬਣਦਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਹਾਂ। ਲੇਕਿਨ ਅਕਾਲੀ ਦਲ ਨੇ ਕੀ ਕੀਤਾ? ਨਹੀਂ ਜੀ, ਲਾ ਐਂਡ ਆਰਡਰ ਬਹੁਤ ਖਰਾਬ ਹੈ। ਮਤਲਬ ਦੋਹੇ ਪਾਸਿਓਂ ਖੇਡਣ ਦੀ ਕੋਸ਼ਿਸ਼ ਕੀਤੀ। ਇਹ ਹਰ ਮੁੱਦੇ ਤੇ ਦੋਹਰੇ ਮਾਪਦੰਡ ਰੱਖਦੇ ਨੇ ਦਰਸ਼ਕ ਜੀ। ਇਸ ਕਰਕੇ ਹੁਣ ਜਿਹੜੇ ਮੁਲਾਜ਼ਮਾਂ ਦੀ ਹੜਤਾਲ ਹੈ, ਹੜ੍ਹਾਂ ਦੇ ਟਾਈਮ ਤੇ ਇਹਨਾਂ ਦੀ ਦੁੱਖ ਨਾ ਕਹਿਣਾ ਪੈ ਰਿਹਾ। 3.5 ਕਰੋੜ ਪੰਜਾਬੀਆਂ ਦਾ ਪੱਖ ਨਹੀਂ ਪੂਰਿਆ। 1700 ਪਟਵਾਰੀਆਂ ਦੇ ਹੱਕ 'ਚ ਕਹਿ ਰਹੇ ਨੇ ਕਿ ਭ੍ਰਿਸ਼ਟਾਚਾਰ ਦਾ ਲਾਇਸੈਂਸ ਦੇ ਦਿਓ ਇਹਨਾਂ ਨੂੰ। ਇਹ ਜਿਹੜੇ ਪਟਵਾਰੀ ਹੈ ਇਹਨਾਂ ਨੂੰ ਤੁਸੀਂ ਫੜੋ ਨਾ, ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਰੌਲਾ ਨਾ ਪਾਓ। ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਅਕਾਲੀ ਦਲ ਬਹੁਤ ਕਮਜ਼ੋਰ ਹੋ ਚੁੱਕਿਆ ਪਹਿਲਾਂ ਨਾਲੋਂ। ਅਕਾਲੀ ਦਲ ਭਾਜਪਾ ਨਾਲ ਗਠਬੰਧਨ ਕਰਨਾ ਚਾਹੁੰਦਾ ਹੈ, ਉਹ ਗੱਲ ਅਲੱਗ ਹੈ ਕਿ ਭਾਜਪਾ ਇਹਨਾਂ ਨੂੰ ਰਲਾ ਨਹੀਂ ਰਹੀ ਅੱਜ ਦੀ ਡੇਟ ਵਿੱਚ। ਸੋ ਮੈਂ ਇਹ ਕਹਿਣਾ ਕਿ ਪਿਛੋਕੜ ਤੇ ਝਾਤ ਮਾਰਨੀ ਚਾਹੀਦੀ ਹੈ। ਲੋਕਤੰਤਰ ਦੀ ਲੜਾਈ ਜਿਹੜੀ ਕਿ ਅਕਾਲੀ ਦਲ ਨੇ 1977 ਤੋਂ ਬਾਅਦ ਐਮਰਜੈਂਸੀ ਦੇ ਖਿਲਾਫ ਉਦੋਂ ਲੜੀ ਸੀ, ਅੱਜ ਵੀ ਲੋਕਤੰਤਰ ਦਾ ਸਵਾਲ ਹੈ। ਅੱਜ ਵੀ ਅਕਾਲੀ ਦਲ ਨੂੰ ਸਟੈਂਡ ਲੈਣਾ ਚਾਹੀਦਾ ਇੰਡੀਆ ਦੇ ਅਲਾਈਅੰਸ ਦੇ ਨਾਲ, ਕਿਉਂ ਕਰਕੇ ਫਿਰ ਤੁਹਾਡੇ ਕੋਲ ਜੈਸਮੀਨ ਸੰਧਾਵਾਲੀਆ ਜੀ, ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਸੁਣੀ ਆ, ਅਕਾਲੀ ਦਲ ਦੀ ਵੀ ਗੱਲ ਸੁਣੀ ਹੈ, ਪ੍ਰੋਫੈਸਰ ਧਾਲੀਵਾਲ ਸਾਹਿਬ ਦੀ ਵੀ ਜਿਹੜੀਆਂ ਟਿੱਪਣੀਆਂ ਉਹਦੀ ਵੀ ਸੁਣ ਚੁੱਕੇ ਆ, ਤੇ ਅਕਾਲੀ ਦਲ ਤੁਹਾਡਾ ਹਿੱਸਾ ਰਿਹਾ ਹੈ ਬਹੁਤ ਲੰਬੇ ਸਮੇਂ ਤੋਂ। ਪਰ ਇਹ ਹੈ ਕਿ ਤੁਸੀਂ ਉਸ ਲੀਡਰ ਨੂੰ ਆਪਣਾ ਐਨਡੀਏ ਦਾ ਹਿੱਸਾ ਬਣਾ ਰਹੇ ਹੋ ਜਿਨ੍ਹਾਂ ਦਾ ਬਹੁਤ ਵੱਡਾ ਆਧਾਰ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ, ਤੇ ਜਿਹੜਾ ਅਕਾਲੀ ਦਲ ਆ ਉਸ ਦਾ ਪੂਰੇ ਪੰਜਾਬ ਦੇ ਵਿੱਚ ਆਧਾਰ ਹੈ। ਪਰ ਹੁਣ ਜਿਸ ਤਰੀਕੇ ਦੇ ਨਾਲ ਤੁਹਾਡੇ ਮਤਭੇਦ ਚੱਲ ਰਹੇ ਨੇ, ਉਹਨਾਂ ਮਤਭੇਦਾਂ ਦੇ ਕਾਰਨ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਗੱਠਜੋੜ ਹੋ ਰਿਹਾ, ਪਰ ਆਉਣ ਵਾਲੀ ਕੋਈ ਸੰਭਾਵਨਾ ਹੈ? देखो जी, अकाली दल और बीजेपी का एक बहुत लंबा रिश्ता रहा है और बड़ा अच्छा रिश्ता रहा है, बड़े साल रूल किया है। और बीजेपी ने हमेशा ही एक छोटे भरा का दर्जा लैके अपने आप नूं नीवां करके 23 सीटां तक सीमित रख के रखिया, क्योंकि पंजाब च अमन चैन लियाना सब तो वड्डी गल सी कि पंजाब नूं बचाना सी। और असी कदी भी बीजेपी ने अपना साथ अकाली दल दे नाल नहीं छड्डिया। अकाली दल ने ही एक फैसला किया कि उन्होंने साढ़े तो अलायंस तोड़िया और असी उन्होंने कदी भी कोई ऐसा मौका नहीं सी दिता कि असी उन्होंने छड्डिया होवे, उन्होंने सानू छड्डिया। अगों उन्हों दा डिसीजन है कि उन्होंने किस पासे जाना है, पर सानू ये पता है कि असी 13 सीटां उत्ते बीजेपी खुद निरपक्ष होके इलेक्शन लड़ेगी पार्लियामेंट का और असी एक अच्छी परफॉर्मेंस देंगे एंड वी विश एवरीबॉडी द बेस्ट। ठीक है विनोद भारती जी, ਜਿਹੜਾ ਇੰਡੀਆ ਵੱਲੋਂ ਜਿਹੜਾ ਅਕਾਲੀ ਦਲ ਨੂੰ ਸੱਦਾ ਦਿੱਤਾ ਗਿਆ ਵੀ ਉਹ ਸ਼ਾਮਲ ਹੋਵੇ, ਇਸ ਤੋਂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਅਕਾਲੀ ਦਲ ਨੇ ਕਿਹਾ ਕਿ ਅਸੀਂ ਕਾਂਗਰਸ ਦੇ ਨਾਲ ਤਾਂ ਕਦੇ ਵੀ ਗੱਠਜੋੜ ਨਹੀਂ ਕਰ ਸਕਦੇ, ਇਸ ਦੇ ਬਾਵਜੂਦ ਵੀ ਤੁਸੀਂ ਇਹ ਸੱਦਾ ਕਿਉਂ ਦਿੱਤਾ ਹੈ? देखो दर्शक जी, बब्बी बादल जी ने पहले क्लियर करता है भी ये सत्ता कांग्रेस पार्टी ने नहीं दिता, ये इंडिया अलायंस जो बनी है, अलायंस की और जिहड़ी ऑर्गेनाइजिंग कमेटी होगी या जिन्होंने भी इस सद्दे की जिम्मेवारी मिली होगी उन्होंने सारिया पार्टियां नूं सद्दा दिता है। बीएसपी ने भी अपना स्टैंड कल क्लीयर किया है बीजेपी के प्रैशर च आके, अदरवाइज वो भी चुप ही बैठी साइलेंट सीगी, सद्दा तो उन्होंने भी गया। तो इस करके क्योंकि इंडिया अलायंस है, कल नूं कोई ये ना कह दे कि तुसीं तां सानूं सिन्हा ही नहीं भेजिया, इस करके सारिਆਂ ਨੂੰ सिन्हा भेजा जा रहा है। और लोकतंत्र की पराकाष्ठा ये कहती है कि अज जे लोकतंत्र नूं बचाना है तो बीजेपी की जिहड़ी डिक्टेटरशिप है उहदे तो निजात दिवानी है, तो सारे लोकतांत्रिक विचारधारा रखने वाले सारिया पार्टियां नूं सद्दा देना जिहड़ा वो जरूरी सी और सद्दा देना बनता है। अगे उन्होंने प्रेरोगेटिव राइट है, उन्होंने उत्ते पार्टिसिपेट करना है या नहीं करना, क्योंकि अकाली दल की लीडरशिप जिहड़ी है वो कन्फ्यूज्ड लीडरशिप है। ना तो जदों माइनॉरिटीज के उपर अननैसेसरी और बिना किसी गल के अटैक्स होए है तो अकाली दल ने उहदे ते
ਚੁੱਪੀ ਸਾਧ ਲਈ, ਕੋਈ ਸਟੈਂਡ ਨਹੀਂ ਲਿੱਤਾ। ਔਰ ਜਿਹੜੀ ਪਿੱਛੇ ਜੇ ਜਲੰਧਰ ਚਿਮਨੀ ਚੋਣ ਹੋਈ, ਉੱਥੇ ਵੀ ਦੋਨੋਂ ਪਾਰਟੀਆਂ ਨੂੰ ਲੋਕਾਂ ਨੇ ਐਕਚੁਅਲ ਪਿਕਚਰ ਦਿਖਾਤੀ। ਸੋ ਇਸ ਕਰਕੇ ਆਪਾਂ ਉਸ ਗੱਲ ਵੱਲ ਨਾ ਜਾਂਦੇ ਹੋਈਏ ਤਾਂ ਜਿਹੜੀ ਡਿਕਟੇਟਰਸ਼ਿਪ ਬੀਜੇਪੀ ਥੋਪ ਰਹੀ ਹੈ ਔਰ ਕਰ ਰਹੀ ਹੈ, ਜਿਹੜਾ ਉਹਨਾਂ ਨੂੰ ਲੋਕਾਂ ਨੇ ਬਲਾਈਂਡ ਫੇਥ ਰੱਖਦੇ ਹੋਏ ਉਹਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ, ਉਹਦਾ ਉਹ ਨਜਾਇਜ਼ ਫਾਇਦਾ ਉਠਾ ਰਹੀ ਹੈ। ਉਸ ਗੱਲ ਤੋਂ ਹਿੰਦੁਸਤਾਨ ਨੂੰ ਬਚਾਉਣ ਲਈ ਸਾਰਾ ਜਿਹੜਾ ਇੰਡੀਆ ਅਲਾਇੰਸ ਹੈ ਉਹ ਇਕੱਠਾ ਹੋਇਆ, ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ, ਔਰ ਇਸ ਕਰਕੇ ਉਹਦੇ ਲਈ ਇਹਨਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ। ਅੱਗੋਂ ਇਹਨਾਂ ਦਾ ਪ੍ਰੈਰੋਗੇਟਿਵ ਰਾਈਟ ਹੈ ਕਿ ਇਹਨਾਂ ਨੇ ਉੱਥੇ ਜਾਣਾ ਹੈ ਜਾਂ ਨਹੀਂ ਜਾਣਾ, ਉਹਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਜਾਂ ਨਹੀਂ ਕਰਨਾ। ਲੇਕਿਨ ਲੋਕਤੰਤਰ ਦੀ ਜਿਹੜੀ ਰੂਹ ਹੈ ਉਹ ਇਹੀ ਕਹਿੰਦੀ ਹੈ ਕਿ ਲੋਕਤੰਤਰ ਬਚਾਉਣ ਲਈ ਆਪਾਂ ਨੂੰ ਪਿਛਲੇ ਜੇਕਰ ਕੋਈ ਗਿਲੇ ਸ਼ਿਕਵੇ ਹੋਣ ਤਾਂ ਦੇਸ਼ ਜੋ ਦੇਸ਼ ਦੀ ਸਥਿਤੀ ਹੈ ਉਹਨੂੰ ਮਜ਼ਬੂਤ ਕਰਨ ਲਈ, ਲੋਕਤੰਤਰ ਨੂੰ ਮਜ਼ਬੂਤ ਕਰਨ ਲਈ, ਦੇਸ਼ ਦੇ ਲੋਕਾਂ ਨੂੰ ਇੱਕ ਠੀਕ ਐਡਮਿਨਿਸਟ੍ਰੇਸ਼ਨ ਦੇਣ ਲਈ ਉਸ ਵਿਚਾਰਧਾਰਾ ਨਾਲ ਜ਼ਰੂਰ ਜੁੜਨਾ ਚਾਹੀਦਾ। ਮੈਂ ਤਾਂ ਇਹ ਕਹਾਂਗਾ। ਠੀਕ ਹੈ ਜੀ। ਮਠਾੜੂ ਜੀ, ਤੁਸੀਂ ਵਿਨੋਦ ਭਾਰਤੀ ਜੀ ਦੀ ਗੱਲ ਸੁਣੀ ਹੈ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ ਇੰਡੀਆ ਗੱਠਜੋੜ ਤਿਆਰ ਹੋਇਆ, ਉਸ ਦੇ ਵਿੱਚ ਤੁਹਾਨੂੰ ਸ਼ਾਮਲ ਹੋਣਾ ਚਾਹੀਦਾ ਹੈ। ਤੁਸੀਂ ਕੀ ਸਮਝਦੇ ਹੋ ਕਿ ਐਨਡੀਏ ਜਿਹੜਾ ਹੈਗਾ ਲੋਕਤੰਤਰ ਨਹੀਂ ਬਚਾ ਪਾ ਰਿਹਾ ਹੈ? ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਲੋਕਤੰਤਰ ਪੂਰੇ ਦੇਸ਼ ਦਾ ਬਚਾਉਣਾ ਕਿ ਪੰਜਾਬ ਨੂੰ ਛੱਡ ਕੇ ਬਾਕੀ ਦੇਸ਼ ਦਾ ਬਚਾਉਣਾ। ਪੰਜਾਬ ਦੇ ਵਿੱਚ ਲੋਕਤੰਤਰ ਦਾ ਕੀ ਘਾਣ ਹੋ ਰਿਹਾ ਹੈ, ਭਗਵੰਤ ਮਾਨ ਕੀ ਕਰ ਰਹੇ ਹੈ, ਇਹ ਡਿਕਟੇਟਰਸ਼ਿਪ ਨਹੀਂ। ਪੰਜਾਬ ਮੈਂ ਬੇਨਤੀ ਕਰਾਂਗਾ ਸਾਡੇ ਬੱਬੀ ਬਾਦਲ ਜੀਆਂ ਨੂੰ ਕਿ ਭਾਈ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਥੋੜੀ ਮੋਟੀ ਸਮੱਤ ਦਿਓ ਕਿ ਪੰਜਾਬ ਦਾ ਉਹਨਾਂ ਨੇ ਕੀ ਹਾਲ ਕੀਤਾ ਹੋਇਆ। ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਸਿੱਖਾਂ ਦੀ ਸਿਰਮੌਰ ਸੰਸਥਾ SGPC, ਕਿਸ ਤਰ੍ਹਾਂ ਉਹਨਾਂ ਨੇ ਉਸ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰਕੇ ਬਿੱਲ ਪਾਸ ਕਰਕੇ ਜਿਹੜਾ ਅੱਗੋਂ ਨਹੀਂ ਉਹ ਪਾਸ ਹੋਇਆ, ਉਹ ਦਖਲਅੰਦਾਜ਼ੀ ਨਹੀਂ ਹੈ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ। ਤੇ ਜਿਹੜਾ ਪੰਜਾਬ ਦੀਆਂ ਜਦੋਂ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਫੜ ਕੇ ਸਿੱਟਿਆ ਗਿਆ, ਸੈਂਟਰ ਦੀ ਪੁਲਿਸ ਫੋਰਸ ਲਿਆ ਕੇ, ਮਿਲਟਰੀ ਲਿਆ ਕੇ, ਉਦੋਂ ਤੁਹਾਨੂੰ ਪੰਜਾਬ ਦੇ ਲੋਕਤੰਤਰ ਦਾ ਧਿਆਨ ਨਹੀਂ ਆਇਆ ਕਿ ਭਾਈ ਲੋਕਤੰਤਰਿਕ ਤਰੀਕੇ ਦੇ ਨਾਲ ਉਹਨਾਂ ਤੇ ਜੋ ਕਾਰਵਾਈ ਬਣਦੀ ਹੈ ਉਹ ਕਰੀਏ। ਤੇ ਜੋ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ, ਲਾਅ ਐਂਡ ਆਰਡਰ ਕੀ ਹੈ ਪੰਜਾਬ ਦਾ ਤੇ ਕੀ ਡਿਕਟੇਟਰਸ਼ਿਪ। ਸਿੱਧਾ ਮੁੱਖ ਮੰਤਰੀ ਕਿਸੇ ਜਿਹੜੀ ਤੁਸੀਂ ਪਟਵਾਰੀਆਂ ਦੀ ਗੱਲ ਕੀਤੀ ਤਾਂ ਮੁੱਖ ਮੰਤਰੀ ਇਹੋ ਜਿਹੀਆਂ ਗੱਲਾਂ ਕਰਦੇ ਤੇ ਵੀ ਸਾਰਿਆਂ ਨੂੰ ਮੈਂ ਘਰੇ ਤੋਰ ਦੂੰਗਾ। ਐਂ ਤਾਂ ਫਿਰ ਜਿਹੜਾ ਮੁੱਖ ਮੰਤਰੀ ਆਇਆ ਉਹ ਸਾਰਿਆਂ ਨੂੰ, ਉਹ ਜਿਹੜੇ ਤੁਹਾਡੇ ਰੱਖੇ ਉਹਨਾਂ ਨੂੰ ਅਸੀਂ ਘਰੇ ਤੋਰ ਦਿਆਂਗੇ ਜਾਂ ਕਾਂਗਰਸ ਘਰੇ ਤੋਰ ਦੂ, ਨਵੇਂ ਬੰਦੇ ਰੱਖ ਲੂ, ਇਹੀ ਕੰਮ ਰਹਿ ਗਿਆ। ਅੱਜ ਹੀ ਕੱਲ ਹੀ ਤੁਸੀਂ ਫੈਸਲਾ ਇੱਕ ਵਾਪਸ ਲੈ ਕੇ ਹਟੇ ਹੋ ਜਿਹੜਾ ਤੁਸੀਂ ਡਿਕਟੇਟਰਸ਼ਿਪ ਦੀ ਗੱਲ ਕਰਦੇ ਹੋ। ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਭੰਗ ਕੀਤੀਆਂ, ਮੂੰਹ ਤੇ ਚਪੇੜਾਂ ਪਈਆਂ ਉੱਥੇ ਤੁਹਾਡੇ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਜਦੋਂ ਛਿੱਤਰਾਉਲ ਕੀਤੀ, ਫਿਰ ਤੁਸੀਂ ਜਿਹੜਾ ਆਪਣਾ ਫੈਸਲਾ ਵਾਪਸ ਲਿਆ। ਪਤਾ ਨਹੀਂ ਜਿੰਨੇ ਅੱਜ ਤੱਕ ਫੈਸਲੇ ਲਏ ਸਾਰੇ ਵਾਪਸ ਲਏ। ਤੁਹਾਡੀ ਡਿਕਟੇਟਰਸ਼ਿਪ ਇੱਥੋਂ ਸਾਬਤ ਹੁੰਦੀ ਹੈ। ਦੂਜੀ ਗੱਲ, ਮੈਂ ਦਰਸ਼ਕ ਜੀ ਇੱਕ ਗੱਲ ਕਹਿਣੀ ਚਾਹਾਂਗਾ ਇਹਨਾਂ ਨੂੰ, ਸਾਰੀਆਂ ਪਾਰਟੀਆਂ ਨੂੰ ਮੈਂ ਬੇਨਤੀ ਕਰੂੰਗਾ, ਕਾਂਗਰਸ ਦੇ ਜਿਹੜੇ ਬੁਲਾਰੇ ਭਾਰਤੀ ਸਾਹਿਬ ਬੈਠੇ ਆ, ਇਹ ਬੱਬੀ ਬਾਦਲ ਜੀ ਬੈਠੇ ਆ, ਕਦੇ ਤਾਂ ਇਹ ਕਹਿੰਦੇ ਆ ਕਾਂਗਰਸ ਅਕਾਲੀ ਦਲ ਦੇ ਪੱਲੇ ਕੁਛ ਨਹੀਂ, ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ, ਅਕਾਲੀ ਦਲ ਨੂੰ ਕੋਈ ਪੁੱਛਦਾ ਨਹੀਂ, ਅਕਾਲੀ ਦਲ ਨੂੰ ਉਹ ਭਾਈ ਫਿਰ ਤੁਸੀਂ ਸੱਦੇ ਕਿਉਂ ਭੇਜੀ ਜਾਂਦੇ ਹੋ? ਇੱਕ ਪਾਸੇ ਕਹਿੰਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਨਫਿਊਜ਼ਡ ਹੈ, ਕਨਫਿਊਜ਼ ਬੰਦਿਆਂ ਨੂੰ ਫਿਰ ਤੁਸੀਂ ਆਪਣੇ ਉਹਦੇ ਵਿੱਚ ਕਿਉਂ ਪਾਉਂਦੇ ਹੋ? ਬਾਕੀ ਗੱਲ ਜਿਹੜੀ ਹੈ ਕਹਿੰਦੇ ਇੰਡੀਆ ਨੇ ਸੱਦਾ ਭੇਜਿਆ, ਇੰਡੀਆ ਨੂੰ ਲੀਡ ਕੌਣ ਕਰ ਰਿਹਾ? ਕਾਂਗਰਸ ਪਾਰਟੀ, ਰਾਹੁਲ ਗਾਂਧੀ ਔਰ ਆਮ ਆਦਮੀ ਪਾਰਟੀ। ਇੱਕ ਅਨੈਤਿਕ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਕੌਣ ਆ ਪੰਜਾਬ ਦੇ ਵਿੱਚ? ਮਠਾੜੂ ਜੀ ਫਿਰ ਹਾਂਜੀ ਇਹਨਾਂ ਨੂੰ ਐ ਪੁੱਛੋ ਪੰਜਾਬ ਦੇ ਵਿੱਚ ਵਿਰੋਧੀ ਧਿਰ ਕੌਣ ਹੈ? ਪੰਜਾਬ ਦੇ ਵਿੱਚ ਵਿਰੋਧੀ ਧਿਰ ਕਾਂਗਰਸ, ਆਮ ਆਦਮੀ ਪਾਰਟੀ, ਸਰਕਾਰ। ਤੁਸੀਂ ਗੱਠਜੋੜ ਕਰ ਲਿਆ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵਿਰੋਧੀ ਧਿਰ ਚ ਬਿਠਾਇਆ। ਪੰਜਾਬ ਦੇ ਮਸਲੇ ਕੌਣ ਚੁੱਕੇਗਾ? ਪੰਜਾਬ ਦੀ ਲੀਡਰਤਾ ਤੁਹਾਡੀ ਜਿਹੜੀ ਕਾਂਗਰਸ ਦੇ ਸਾਰੇ ਮੁਰਗਿਆਂ ਤਰ੍ਹਾਂ ਫੜ ਕੇ ਉਹਨਾਂ ਨੇ ਅੰਦਰ ਤਾਂ ਉੱਥੇ ਤਾਂ ਤੁਸੀਂ ਕਹਿੰਦੇ ਫਿਰ ਇਸ ਸਮੇਂ ਹੁਣ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ ਹੈ, ਲੈਣੇ ਆ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਭਾਰਤੀ ਜੀ, ਮਠਾੜੂ ਸਾਹਿਬ ਨੇ ਇਹ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵਿਰੋਧੀ ਧਿਰ ਵਿੱਚ ਬੈਠਣ ਵਾਸਤੇ ਫਤਵਾ ਦਿੱਤਾ ਸੀਗਾ, ਪਰ ਤੁਸੀਂ ਤਾਂ ਵਿਰੋਧ ਜਿਹੜੀ ਹੈਗੀ ਸੱਤਾਧਾਰੀ ਪਾਰਟੀ ਨਾਲ ਹੀ ਸ਼ਾਮਲ ਹੋ ਗਏ, ਤਾਂ ਲੋਕਾਂ ਦੇ ਮੁੱਦੇ ਕੌਣ ਚੱਕੂਗਾ? ਤੇ ਇਸ ਸੰਬੰਧ ਵਿੱਚ ਤੁਹਾਡਾ ਕੀ ਵਿਚਾਰ ਹੈ? ਦੇਖੋ ਦਰਸ਼ਕ ਜੀ,
ਮਠਾਰੂ ਸਾਹਿਬ ਬੜੇ ਸਿਆਣੇ ਹੈ, ਕਾਨੂੰਨਦਾਨ ਹੈ। ਅਸੀਂ ਅਕਾਲੀ ਦਲ ਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਬਈ ਇੰਡੀਆ ਦਾ ਜਿਹੜਾ ਗਠਬੰਧਨ ਹੈ ਉਹਨਾਂ ਨੇ ਸਾਰਿਆਂ ਨੂੰ ਸੁਨੇਹਾ ਭੇਜਿਆ, ਉਹਦੇ ਵਿੱਚ ਅਕਾਲੀ ਦਲ ਨੂੰ ਵੀ ਭੇਜਤਾ। ਇਹ ਅਕਾਲੀ ਦਲ ਦਾ ਪ੍ਰੈਰੋਗੇਟਿਵ ਰਾਈਟ ਹੈ, ਉਹਨੇ ਨਾਲ ਚੱਲਣਾ ਹੈ ਜਾਂ ਨਹੀਂ ਚੱਲਣਾ। ਔਰ ਫਿਰ ਕਹਿੰਦੇ ਵੀ ਇਹਨਾਂ ਨੇ ਸੁਨੇਹਾ ਭੇਜਿਆ। ਮਠਾਰੂ ਸਾਹਿਬ ਤੁਹਾਡੇ ਲੀਡਰ ਨੇ ਬਲਵਿੰਦਰ ਸਿੰਘ ਭੂੰਦੜ ਸਾਹਿਬ, ਉਹਨਾਂ ਨੇ ਵੀ ਅਪਰੋਚ ਕੀਤੀ ਸੀ, ਜਰਾ ਕਨਫਰਮ ਕਰ ਲਿਓ ਕਿ ਕੀਤੀ ਸੀ ਕਿ ਨਹੀਂ ਕੀਤੀ ਸੀ। ਔਰ ਦੂਜੀ ਗੱਲ ਜਿਹੜੀ ਇਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਕੁਝ ਹੈਗਾ ਤਾਂ ਦਿਖਾ ਦਿਓ। ਨਹੀਂ, ਤੁਸੀਂ ਇੱਕ ਸਪੈਸੀਫਿਕ ਲੀਡਰ ਦਾ ਨਾਮ ਲੈ ਕੇ ਝੂਠ ਨਾ ਬੋਲੋ ਨਿਊਜ਼ ਚੈਨਲ ਤੇ। ਤੁਹਾਡੇ ਕੋਲੇ ਕੋਈ ਲੈਟਰ ਹੈਗਾ, ਤੁਹਾਡੇ ਕੋਲੇ ਕੋਈ ਫੋਨ ਕਾਲ ਹੈਗੀ ਤਾਂ ਦਿਖਾ ਦਿਓ ਨਿਊਜ਼ ਚੈਨਲ ਤੇ। ਝੂਠ ਨਾ ਬੋਲੋ ਭਾਰਤੀ ਜੀ, ਕੱਲ ਨੂੰ ਗੱਲ ਦੇਣੀ ਆਊਗੀ। ਠਾਰੂ ਸਾਹਿਬ ਸਾਡੇ ਨਾ ਚੀਫ ਜਿਹੜੇ ਸਪੋਕਸ ਪਰਸਨ ਹੈ ਉਹਨਾਂ ਨੇ ਅੱਜ ਹੀ ਆਪਣੇ ਉੱਥੋਂ ਤੁਹਾਡੇ ਕੋਈ ਯੂਥ ਵਿੰਗ ਦੇ ਬੰਦੇ ਨੇ ਕੁਝ ਬਿਆਨ ਦਿੱਤੇ ਸੀ, ਉਹਨਾਂ ਨੇ ਉਹਦੇ ਤੇ ਇਤਰਾਜ਼ ਜਤਾਉਂਦੇ ਹੋਏ ਇਹਦੀ ਕਲੈਰੀਫਿਕੇਸ਼ਨ ਦਿੱਤੀ ਸੀ। ਉਹਨਾਂ ਨੇ ਬਕਾਇਦਾ ਉਹਨਾਂ ਨੇ ਕਿਹਾ ਜੀ ਸਾਡੇ ਮਾਨਯੋਗ ਬਜ਼ੁਰਗ ਭੂੰਦੜ ਸਾਹਿਬ ਨੂੰ ਤੁਸੀਂ ਪੁੱਛ ਲਈਓ ਵੀ ਕਿਹਨਾਂ ਨੇ ਅਪਰੋਚ ਕੀਤੀ ਸੀ। ਇਹ ਉਹਨਾਂ ਨੇ ਚੀਫ ਸਪੋਕਸਮੈਨ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹੀ। ਅੱਛਾ, ਦੂਜੀ ਗੱਲ ਜਿਹੜੀ ਤੁਸੀਂ ਇਹ ਗੱਲ ਕਹੀ ਕਿ ਵੀ ਕਾਂਗਰਸ ਪਾਰਟੀ ਆਪੋਜੀਸ਼ਨ 'ਚ ਬੈਠੀ ਹੈ ਤਾਂ ਅੱਜ ਉਹ ਆਮ ਆਦਮੀ ਪਾਰਟੀ ਨਾਲ ਰਲ ਗਈ, ਇਹ ਜੀ ਕੋਈ ਗੱਲ ਨਹੀਂ ਹੈ। ਕਾਂਗਰਸ ਪਾਰਟੀ ਨੇ ਆਪੋਜੀਸ਼ਨ ਦਾ ਰੋਲ ਜਿਹੜਾ ਹੈ ਉਹ ਪੂਰੀ ਜ਼ਿੰਮੇਵਾਰੀ ਦੇ ਨਾਲ ਔਰ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਦੀ ਜੋ ਮਨਸ਼ਾ ਨਾਲ ਉੱਥੇ ਬੈਠੀ ਹੈ ਉਹ ਪੂਰੀ ਜ਼ਿੰਮੇਵਾਰੀ ਨਾਲ ਉਹ ਨਿਭਾ ਰਹੀ ਹੈ। ਜੇਕਰ ਤੁਸੀਂ ਇਹ ਗੱਲ ਕਰਦੇ ਹੋ ਪੰਚਾਇਤਾਂ ਦੀ ਜਿਹੜੀ ਗੱਲ ਕੀਤੀ ਹੈ ਤਾਂ ਪੰਚਾਇਤਾਂ ਤੋੜਨ ਦਾ ਵਿਰੋਧ ਕਾਂਗਰਸ ਪਾਰਟੀ ਨੇ ਪੂਰੇ ਜ਼ੋਰ ਨਾਲ ਕੀਤਾ। ਔਰ ਜਿਹੜੀ ਕਰਪਸ਼ਨ ਦੀ ਗੱਲ ਹੈ, ਨਸ਼ੇ ਦੀ ਗੱਲ ਹੈ, ਰੇਤੇ ਦੀ ਗੱਲ ਹੈ, ਹਰ ਚੀਜ਼ ਤੇ ਸਾਡਾ ਜਿਹੜਾ ਸਟੈਂਡ ਹੈ ਉਹ ਉਹਦੇ ਤੇ ਖੜਾ ਹੈ। ਉਹ ਇੱਕ ਸੈਪਰੇਟ ਇਸ਼ੂ ਹੈ। ਤੇ ਸਾਡੇ MLA ਸਾਹਿਬ ਨੇ 2 MP ਸਾਹਿਬਾਨ ਤੇ ਵੀ ਐਲੀਗੇਸ਼ਨ ਲਾਏ, ਉਹਨਾਂ ਦੀ ਕਲੈਰੀਫਿਕੇਸ਼ਨ ਲਿੱਤੀ। ਇਹਨਾਂ ਦੇ ਮਿਨਿਸਟਰ ਸਾਹਿਬ ਤੇ ਇੱਕ ਐਲੀਗੇਸ਼ਨ ਲੱਗਿਆ, ਉਹਨਾਂ ਨੇ ਉਹਦੀ ਵੀ ਜਿਹੜੀ ਹੈ ਦੱਬ ਕੇ ਉਹਦੀ ਪੈਰਵਾਈ ਕੀਤੀ ਹੈ। ਜੋ ਆਪੋਜੀਸ਼ਨ ਦਾ ਫਰਜ਼ ਹੈ ਉਹ ਅਸੀਂ ਵੀ ਆਰ ਕਮਿਟਡ ਟੂ ਪਲੇਟ, ਲੇਕਿਨ ਇਹ ਜੀ ਕੋਈ ਗੱਲ ਨਹੀਂ ਹੈ। ਜੋ ਸਾਡਾ ਫਰਜ਼ ਹੈ ਉਹਨੂੰ ਵੀ ਨਿਭਾਉਣਾ ਹੈ, ਲੇਕਿਨ ਉਸ ਦੇ ਨਾਲ ਨਾਲ ਜੋ ਸਾਡੀ ਹਾਈ ਕਮਾਂਡ ਦਾ ਹੁਕਮ ਹੋਏਗਾ ਉਹ ਲੋਕਤੰਤਰ ਨੂੰ ਬਚਾਉਣ ਲਈ ਉਸ ਹੁਕਮ ਨੂੰ ਪੂਰੇ ਤਨਦੇਹੀ ਨਾਲ ਨਿਭਾਵਾਂਗੇ। ਚਾਹੇ ਉਹ ਜੇ ਹੁਣ ਅਕਾਲੀ ਦਲ ਦੀ ਗੱਲ ਹੈ, ਸਾਡੇ ਲੀਡਰਾਂ ਨੇ ਕਿਹਾ ਵੀ ਅਸੀਂ ਅਕਾਲੀ ਦਲ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ, ਲੇਕਿਨ ਇੰਡੀਆ ਗਠਬੰਧਨ ਨੇ ਭੇਜਿਆ ਉਹਨਾਂ ਨੂੰ ਸੁਨੇਹਾ ਤਾਂ ਅਸੀਂ ਉਹਨਾਂ ਨੂੰ ਰੋਕ ਤਾਂ ਨਹੀਂ ਸਕਦੇ। ਉਹ ਜੁਆਇੰਟਲੀ ਇੱਕ ਪਾਰਟੀ ਦਾ ਗਠਬੰਧਨ ਨਹੀਂ, 28 ਪਾਰਟੀਆਂ ਦਾ ਗਠਬੰਧਨ ਹੈ। ਉਹ 28 ਪਾਰਟੀਆਂ ਦਾ ਫੈਸਲਾ, ਕੱਲੀ ਕਾਂਗਰਸ ਪਾਰਟੀ ਦਾ ਫੈਸਲਾ ਨਹੀਂ। ਮਾਈਂਡ ਇਟ। ਠੀਕ ਹੈ ਸੰਧਾ ਵਾਲੀਆ ਜੀ, ਇਹ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਜਿਹੜਾ ਹੈਗਾ ਦੋਸ਼ ਲੱਗ ਰਿਹਾ ਹੈ ਉਹ ਇਹੀ ਹੈ ਕਿ ਜਿਹੜੇ ਨਾ ਸੰਘੀ ਢਾਂਚੇ ਨੂੰ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਸੱਟ ਮਾਰ ਰਹੀ ਹੈ। ਇਸ ਗੱਲ ਕਰਕੇ ਇੰਡੀਆ ਜਿਹੜਾ ਗੱਠਜੋੜ ਤਿਆਰ ਹੋਇਆ ਹੈ। ਤੇ ਤੁਸੀਂ ਇਸ ਸੰਬੰਧ ਵਿੱਚ ਕੀ ਕਲੈਰੀਫਿਕੇਸ਼ਨ, ਕੀ ਸਪਸ਼ਟੀਕਰਨ ਕਰਨਾ ਕਿ ਇਹ ਕਿਉਂ ਵਾਰ-ਵਾਰ ਇਸ ਤਰ੍ਹਾਂ ਦੇ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ? ਜਿਵੇਂ ਕਾਂਗਰਸ ਦੇ ਭਾਈ ਸਾਹਿਬ ਨੇ ਕਿਹਾ ਕਿ 28 ਪਾਰਟੀਆਂ ਇਕੱਠੀਆਂ ਹੋਈਆਂ ਨੇ। 28 ਪਾਰਟੀਆਂ ਇਸ ਕਰਕੇ ਇਕੱਠੀਆਂ ਹੋਈਆਂ ਨੇ ਕਿ ਉਹ ਪਿਛਲੇ 2014 ਤੋਂ ਉਹ ਵਿਲਡਰਨੈਸ ਵਿੱਚ ਨੇ ਔਰ ਉਹ ਕਿਤੇ ਪਾਰ ਦੇ ਵਿੱਚ ਸੈਂਟਰ ਦੇ ਵਿੱਚ ਨਹੀਂ ਆਈਆਂ। ਜੇ ਅੱਜ BJP ਦੀ ਸਰਕਾਰ ਦੂਸਰੀ ਟਰਮ ਤੇ ਆਈ ਹੈ ਔਰ ਤੀਜੀ ਵੀ ਅਸੀਂ ਹੈਟ੍ਰਿਕ ਜ਼ਰੂਰ ਕਰਾਂਗੇ, ਉਹਦਾ ਰੀਜ਼ਨ ਇਹ ਹੈ ਕਿ ਆਮ ਹਿੰਦੁਸਤਾਨੀ ਲਾਈਨ 'ਚ ਖੜਾ ਹੋ ਕੇ BJP ਨੂੰ ਵੋਟ ਜ਼ਰੂਰ ਪਾਉਂਦਾ ਹੈ। ਅਸੀਂ ਇੱਕ ਪਾਸੇ ਕਹਿੰਦੇ ਸੀ ਕਿ ਇੱਕ ਜਮਹੂਰੀਅਤ ਆ, ਜਮਹੂਰੀਅਤ ਦੇ ਵਿੱਚ ਵੋਟਰ ਸਭ ਤੋਂ ਉੱਚਾ ਹੁੰਦਾ ਹੈ, ਉਹ ਬਾਦਸ਼ਾਹ ਹੁੰਦਾ ਹੈ, ਪੋਲੀਟੀਸ਼ੀਅਨ ਵੀ ਨਹੀਂ ਹੁੰਦਾ। ਜਦੋਂ ਇਹ ਕਹਿੰਦੇ ਨੇ ਕਿ BJP ਜਿਹੜੀ ਹੈ ਉਹ ਡੈਮੋਕ੍ਰੇਸੀ ਦੇ ਖਿਲਾਫ ਹੈ ਤੇ ਮੈਨੂੰ ਬੜਾ ਹੀ ਬੁਰਾ ਲੱਗਦਾ ਹੈ ਇਹ ਗੱਲ ਸੁਣ ਕੇ, ਕਿਉਂਕਿ ਕਾਂਗਰਸ ਵਾਲਿਆਂ ਨੂੰ ਤਾਂ ਖਾਸ ਕਰ ਇਹ ਨਹੀਂ ਕਹਿਣਾ ਚਾਹੀਦਾ। 1947 ਤੋਂ ਬਾਅਦ ਜੇ ਸਭ ਤੋਂ ਵੱਡਾ ਧੱਬਾ ਡੈਮੋਕ੍ਰੇਸੀ ਉੱਤੇ ਲੱਗਾ ਹੈ ਤੇ ਉਹ ਕਾਂਗਰਸ ਨੇ ਲਾਇਆ ਤੇ ਐਮਰਜੈਂਸੀ ਲੱਗੀ ਸੀ।
ਉਸ ਤੋਂ ਬਾਅਦ ਇਹਨਾਂ ਨੇ ਜੋ 84 ਚ ਕਰ ਛੜਿਆ ਉਹ ਸਾਰੀ ਹਿਸਟਰੀ ਸਾਨੂੰ ਪਤਾ ਹੈਗੀ ਹੈ। ਅੱਜ ਆਪ ਔਰ ਕਾਂਗਰਸ ਇਕੱਠੇ ਹੋ ਗਏ ਨੇ, ਮਿਲ ਜੁਲ ਗਏ ਨੇ। ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਆਪੋਜੀਸ਼ਨ ਚ ਬੈਠੇ ਨੇ ਬਾਜਵਾ ਸਾਹਿਬ, ਦੂਜੇ ਪਾਸੇ ਇਸ ਕਾਂਗਰਸ ਦੇ ਸਪੋਕਸਪਰਸਨ ਤੁਹਾਡੇ ਸਾਹਮਣੇ ਕਹੀ ਜਾ ਰਹੇ ਨੇ ਕਿ ਜੀ ਜੇ ਸੀਨੀਅਰ ਲੀਡਰਸ਼ਿਪ ਡਿਸਾਈਡ ਕਰੇਗੀ ਤੇ ਅਸੀਂ ਪੰਜਾਬ ਦੇ ਵਿੱਚ ਇਕੱਠੇ 13 ਸੀਟਾਂ ਉੱਤੇ ਲੜਾਂਗੇ। ਇਹ ਦੂਜਿਆਂ ਨੂੰ ਕਨਫਿਊਜ਼ਡ ਕਹਿੰਦੇ ਨੇ। ਮੈਨੂੰ ਲੱਗਦਾ ਹੈ ਕਿ ਇਹ ਆਪ ਕਨਫਿਊਜ਼ ਨੇ ਔਰ ਇੱਕ ਆਮ ਵੋਟਰ ਨੂੰ ਕਨਫਿਊਜ਼ ਕਰਨਾ ਚਾਹੁੰਦੇ ਨੇ। ਇਹ ਇਕੱਠੇ ਨੇ, ਬਿਲਕੁਲ ਇਕੱਠੇ ਨੇ। ਜਿੱਥੇ ਖਾਣ ਪੀਣ ਦਾ ਮਾਮਲਾ ਆਉਂਦਾ ਹੈ ਉਦੋਂ ਇਹ ਇਕੱਠੇ ਹੋ ਜਾਂਦੇ ਨੇ ਤੇ ਲੜਨ ਨੂੰ ਇਹ ਵੱਖਰੇ ਵੱਖਰੇ ਹੋ ਜਾਂਦੇ ਨੇ। ਇਹ ਬਿਲਕੁਲ ਔਰ ਸਰਾਸਰ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਆਪੋਜੀਸ਼ਨ ਨਹੀਂ। ਮੈਂ ਸਮਝਦੀ ਆਪ ਜਿਹੜੀ ਹੈ ਉਹ ਬਿਲਕੁਲ ਡਿਕਟੇਟਰ ਰੂਲ ਕਰ ਰਹੀ ਹੈ। ਸਭ ਨੂੰ ਪਤਾ ਹੈ ਪੰਜਾਬ 'ਚ ਕੀ ਹੋ ਰਿਹਾ, ਮੈਂ ਬਾਰ-ਬਾਰ ਨਹੀਂ ਕਹਿਣਾ ਚਾਹੁੰਦੀ। ਤੇ ਬਾਕੀ ਕਾਂਗਰਸ ਜਿਹੜਾ ਆਪੋਜੀਸ਼ਨ ਦਾ ਰੋਲ ਪਲੇ ਕਰ ਰਹੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ। ਠੀਕ ਹੈ, ਠੀਕ ਹੈ। ਹਾਂਜੀ ਬੱਬੀ ਬਾਦਲ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਹਾਂਜੀ ਹਾਂਜੀ ਦਰਸ਼ਕ ਜੀ, ਮੈਂ ਮੇਰੀ ਵੱਡੀ ਭੈਣ ਜੀ ਨੇ ਕਿਹਾ ਕਿ ਡਿਕਟੇਟਰਸ਼ਿਪ ਕਰ ਰਹੀ ਹੈ ਆਪ, ਔਰ ਮੈਂ ਇਸ ਗੱਲ ਦਾ ਕਰਨਾ ਚਾਹੁੰਦਾ ਹੈ ਕਿ ਡਿਕਟੇਟਰਸ਼ਿਪ ਮੋਦੀ ਜੀ ਕਰ ਰਹੇ ਨੇ। ਦੇਖੋ, ਜੇ ਤਾਂ ਗੱਲ ਹੁੰਦੀ ਕਿ ਵੋਟਾਂ ਰਾਜ ਸਭਾ ਦੇ ਮੈਂਬਰ ਵੀ ਪੰਜਾਬ ਤੋਂ ਨਹੀਂ ਗਏ, ਰਾਜ ਸਭਾ ਦੇ ਮੈਂਬਰ ਵੀ ਪੰਜਾਬ ਤੋਂ ਨਹੀਂ ਲੈ ਕੇ ਗਏ। ਜੈਸਮੀਨ ਜੀ, ਡਿਬੇਟ ਦਾ ਇੱਕ ਅਸੂਲ ਹੈ ਕਿ ਆਪਾਂ ਇੱਕ ਦੂਜੇ ਦੇ ਟਾਈਮ 'ਚ ਨਹੀਂ ਬੋਲਦੇ। ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਹੈ ਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ, ਬੀਜੇਪੀ ਨੇ ਕਿੰਨੀਆਂ ਸਰਕਾਰਾਂ ਖਰੀਦੀਆਂ, ਅਦਾਨੀ ਅੰਬਾਨੀ ਦਾ ਪੈਸਾ ਲਿਆ। ਮਹਾਰਾਸ਼ਟਰ ਦੀ ਸਰਕਾਰ ਉद्धਵ ਠਾਕਰੇ ਜੀ ਦੇ ਪੁਰਾਣੇ ਮਿੱਤਰ ਹੁੰਦੇ ਸੀ ਭਾਜਪਾ ਵਾਲੇ, ਜਿਵੇਂ ਉਹਨਾਂ ਨਾਲ ਵਰਤਾਰਾ ਕੀਤਾ ਹੈ, ਉਹਨਾਂ ਦੀ ਤਾਂ ਪਾਰਟੀ ਚੋਰੀ ਕਰ ਲਈ ਇਹਨਾਂ ਨੇ। ਐਮਐਲਏ ਨੂੰ ਹੋਟਲਾਂ 'ਚ ਲੈ ਜਾਣਾ, ਮਹਾਰਾਸ਼ਟਰ ਦੇ ਐਮਐਲਏ ਨੂੰ ਅਸਾਮ 'ਚ ਲੈ ਜਾਣਾ, ਉੱਥੇ 5 ਸਟਾਰ ਹੋਟਲਾਂ 'ਚ ਰੱਖਣਾ, ਹਰ ਐਮਐਲਏ ਦੀ ਕੀਮਤ ਦੇਣੀ, ਫਿਰ ਗਵਰਨਰ ਨੂੰ ਸਪੈਸ਼ਲ ਸੈਸ਼ਨ ਬੁਲਾ ਕੇ ਉਦੋਂ ਬਾਅਦ ਸਰਕਾਰ ਡੇਗ ਦੇਣੀ। ਕਿੰਨੀਆਂ ਸਰਕਾਰਾਂ ਖਰੀਦੀਆਂ ਗਈਆਂ, ਕਿੰਨੀਆਂ ਨੂੰ ਡੇਗਣ ਦੇ ਯਤਨ ਕੀਤੇ ਗਏ। ਕੀ ਇਹ ਲੋਕਤੰਤਰ ਨੂੰ ਖਤਰਾ ਨਹੀਂ? ਨੰਬਰ ਦੂਸਰੀ ਗੱਲ ਮੈਨੂੰ ਇਹ ਦੱਸੋ ਕਿ ਅੱਜ ਦੇ ਡੇਟ ਵਿੱਚ ਕੀ ਅਕਾਲੀ ਦਲ ਨੂੰ ਸ਼ੋਭਾ ਦਿੰਦਾ ਹੈ ਕਿ ਇਹ ਅੱਜ ਉਹਨਾਂ ਪਾਰਟੀਆਂ ਵਿੱਚ ਸ਼ਮੂਲੀਅਤ ਰੱਖਦੇ ਨੇ ਕਿ ਰੀਜਨਲ ਪਾਰਟੀਆਂ ਨੂੰ ਸਭ ਤੋਂ ਵੱਡਾ ਖਤਰਾ ਅੱਜ ਜੇ ਕੋਈ ਹੈ ਤਾਂ ਉਹ ਮੋਦੀ ਸਾਹਿਬ ਦੀ ਸਰਕਾਰ ਤੋਂ ਹੈ। ਲੇਕਿਨ 3 ਪਾਰਟੀਆਂ ਦੇਖੋ ਵੱਡਾ ਰੋਲ ਨਿਭਾ ਰਹੀਆਂ। ਜਿਵੇਂ ਕਹਿੰਦੇ ਆ ਨਾ ਵੀ ਲੱਕੜ ਨੂੰ ਕੱਟਣ ਵਾਸਤੇ ਜਿਹੜੀ ਕੁਹਾੜੀ ਹੁੰਦੀ ਹੈ ਉਹਦਾ ਬਾਹਾਂ ਵੀ ਲੱਕੜ ਦਾ ਹੁੰਦਾ ਹੈ। ਅੱਜ ਸਾਨੂੰ ਬੜਾ ਅਫਸੋਸ ਹੈ ਕਿ ਇੰਡੀਆ ਗਠਬੰਧਨ ਨੂੰ ਬੜਾ ਅਫਸੋਸ ਹੈ ਕਿ ਇੱਕ ਜਗਨ ਮੋਹਨ ਰੈਡੀ, ਇੱਕ ਨਵੀਨ ਪਟਨਾਇਕ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਉਹ ਲੱਕੜ ਦੇ ਵਾਹੇ ਬਣੇ ਹੋਏ ਹੈ, ਜਿਹੜੇ ਰੀਜਨਲ ਪਾਰਟੀ ਹੋ ਕੇ ਵੀ ਅੱਜ ਰੀਜਨਲ ਪਾਰਟੀਆਂ ਦੇ ਸਭ ਤੋਂ ਵੱਡੇ ਦੁਸ਼ਮਣ ਜਿਹੜੀ ਕਿ ਕੇਂਦਰ ਸਰਕਾਰ ਹੈ ਉਹਦਾ ਸਾਥ ਦੇ ਰਹੇ ਨੇ। ਸੋ ਮੈਂ ਬੇਨਤੀ ਕਰਦਾ ਹਾਂ, ਅੱਜ ਦੇਸ਼ ਦੇ ਵਿੱਚ ਸਾਰੇ ਪਾਰਟੀਆਂ ਇਕੱਠੀਆਂ ਹੋ ਕੇ ਆਪਣਾ ਡਿਫਰੈਂਸਿਸ ਭੁਲਾ ਕੇ ਲੋਕਤੰਤਰ ਦੇ ਹੱਕ ਵਿੱਚ ਇਕੱਠੀਆਂ ਹੋਈਆਂ। ਕਿਰਪਾ ਕਰਕੇ ਉੱਥੇ ਨਿੱਜਵਾਦ ਔਰ ਨਿੱਜੀ ਮਫਾਦਾਂ ਨੂੰ ਅੱਗੇ ਨਾ ਰੱਖਦੇ ਹੋਏ ਆਪਾਂ ਦੇਸ਼ ਹਿੱਤ ਵਿੱਚ ਫੈਸਲੇ ਲਈਏ। ਸੋ ਪਹਿਲਾਂ ਵੀ ਤਾਂ 77 ਤੋਂ ਬਾਅਦ ਅਕਾਲੀ ਦਲ ਦੇ ਮੰਤਰੀ ਬਣੇ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੇਂਦਰ ਦੇ ਵਿੱਚ ਜਾ ਕੇ ਵਜ਼ਾਰਤ ਵਿੱਚ ਮੰਤਰੀ ਬਣੇ ਸੀ। ਤਾਂ ਹੁਣ ਦੱਸੋ ਵੀ ਹੁਣ ਉਹ ਮੰਤਰੀ ਬਣੇ ਜਿਹੜੇ ਹੈ, ਹੁਣ ਉਹ ਮਨੀਪੁਰ ਦੇ ਵਿੱਚ ਇੰਨੀਆਂ ਘਟਨਾਵਾਂ ਹੋਈਆਂ ਤੇ ਅਕਾਲੀ ਦਲ ਨੇ ਆਵਾਜ਼ ਵੀ ਨਹੀਂ ਚੱਕੀ। ਦੇਖੋ ਮਨੀਪੁਰ ਦੇ ਵਿੱਚ 2 ਸਮੁਦਾਇਆਂ ਦੀ ਲੜਾਈ ਕਰਾਈ, ਜਿਹੜੇ ਮੁੱਖ ਮੰਤਰੀ ਨੇ ਇੰਨੇ ਰੇਪ ਕਰਾਏ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ, ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਜੀ ਅਸੀਂ ਬੜੇ ਦੇਸ਼ ਭਗਤ ਜਥੇਬੰਦੀ ਹੈ। ਸੋ ਮੈਂ ਬੇਨਤੀ ਕਰਦਾ, ਅੱਜ ਇਤਿਹਾਸ ਦੇਖੂਗਾ ਕਿ ਕਿਹੜਾ ਲੋਕਤੰਤਰ ਵੱਲ ਖੜਿਆ ਸੀ ਔਰ ਕਿਹੜਾ ਆਪਣੇ ਨਿੱਜੀ ਮਫਾਦਾਂ ਕਰਕੇ ਗੋਡੇ ਟੇਕ ਗਿਆ ਸੀ। ਸੋ ਗੱਲ ਇੱਥੇ ਹੈ, ਲਖੀਰ ਖਿੱਚੀ ਵੀ ਹੈ। ਠੀਕ ਹੈ ਮਠਾਲੂ ਜੀ, ਕੁਝ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਬੱਬੀ ਸਾਹਿਬ ਦੇ ਐਲੀਗੇਸ਼ਨ ਜਿਹੜੇ ਲਾਏ ਨੇ, ਦੋਸ਼ ਲਾਏ ਨੇ, ਉਹਦੇ ਬਾਰੇ ਜਿਹੜਾ ਸਪਸ਼ਟੀਕਰਨ। ਇਹਨਾਂ ਨੇ 2 ਗੱਲਾਂ ਕਹੀਆਂ ਦਰਸ਼ਕ ਜੀ। ਇੱਕ ਤਾਂ ਇਹ ਗੱਲ ਕਿ ਲੱਕੜ ਦਾ ਬਾਹਾਂ ਕਹਾੜੇ 'ਚ ਪਾਇਆ। ਜਿਹੜਾ ਤੁਸੀਂ ਭਗਵੰਤ ਮਾਨ ਲੱਕੜ ਦਾ ਬਾਹਾਂ ਕੇਜਰੀਵਾਲ ਦੇ ਕਹਾੜੇ 'ਚ ਪਾਇਆ, ਉਹ ਨਹੀਂ ਤੁਹਾਨੂੰ ਦਿਖਦਾ ਕਿ ਕੇਜਰੀਵਾਲ ਕੀ ਕਰ ਰਿਹਾ ਪੰਜਾਬ ਦੇ ਵਿੱਚ, ਕਿਸ ਤਰ੍ਹਾਂ ਜ਼ੁਲਮ ਕਰ ਰਿਹਾ ਪੰਜਾਬ ਦੇ ਨਾਲ। ਕੇਜਰੀਵਾਲ ਮਤਰੀਮ ਵਾਲਾ ਸਲੂਕ ਕਰ ਰਿਹਾ, ਚਲਦੀ ਉੱਥੋਂ ਡੋਰ ਆ। ਦੂਸਰੀ ਗੱਲ ਦਰਸ਼ਕ ਜੀ, ਇੱਕ ਜਿਹੜੀ ਇਹਨਾਂ ਨੇ ਗੱਲ ਕਹੀ, ਇਹ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ। ਕਾਂਗਰਸ ਉਹ ਪਾਰਟੀ ਹੈ ਜਿਸ ਨੇ
ਸਿੱਖਾਂ ਦੀ ਨਸਲਕੁਸ਼ੀ ਕੀਤੀ। ਮੈਂ ਧਾਲੀਵਾਲ ਸਾਹਿਬ ਨੂੰ ਵੀ ਕਰੈਕਟ ਕਰੂੰ, ਉਹ ਦੰਗੇ ਸ਼ਬਦ ਵਰਤ ਗਏ ਸੀ। ਧਾਲੀਵਾਲ ਸਾਹਿਬ ਦੰਗੇ ਨਾ ਵਰਤਿਆ ਕਰੋ। ਇਹਨਾਂ ਨੇ ਨਸਲਕੁਸ਼ੀ ਕੀਤੀ, ਸਿੱਖਾਂ ਦਾ ਕੋਹ ਕੇ ਮਾਰਿਆ। ਉਸ ਪਾਰਟੀ ਨਾਲ ਤੁਸੀਂ ਸਮਝੌਤਾ ਕੀਤਾ, ਪੰਜਾਬ ਦੇ ਸਿੱਖਾਂ ਦੀਆਂ ਵੋਟਾਂ ਲੈ ਕੇ ਸਰਕਾਰ ਬਣਾਈ। ਅੱਜ ਉਸ ਪਾਰਟੀ ਨਾਲ ਜਿਹਨੇ ਅਕਾਲ ਤਖਤ ਸਾਹਿਬ ਹਟਾਇਆ, ਕੀ ਤੁਸੀਂ ਇਹਦਾ ਮਤਲਬ ਸਮਝੌਤਾ ਕਰਨ ਦਾ ਕਿ ਤੁਸੀਂ ਉਹਨਾਂ ਗੱਲਾਂ ਨੂੰ ਜਿਹੜਾ ਹੈਗਾ ਮਿੱਟੀ ਪਾਤੀ, ਤੇ ਜੋ ਉਹਨਾਂ ਨੇ ਕੀਤਾ ਉਸ ਨੂੰ ਸਹੀ ਠਹਿਰਾ ਕੇ ਉਹਨਾਂ ਦੇ ਨਾਲ ਅੱਜ ਗਏ ਹੋ। ਤੁਸੀਂ ਸਿੱਖ ਕੌਮ ਦੀਆਂ ਵੋਟਾਂ ਇਹ ਕਹਿ ਕੇ ਲਈਆਂ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੋਟ ਸੀ ਉਹ ਵੀ ਤੁਹਾਨੂੰ ਭੁਗਤੀ ਉਸ ਵੇਲੇ ਲਹਿਰ ਦੇ ਵਿੱਚ, ਜੋ ਤੁਹਾਡੀ ਵੇਵ ਸੀ। ਤੁਹਾਡੇ 92 ਐਮਐਲਏ ਦਾ ਫਤਵਾ ਕੱਲੀ ਕਿਸੇ ਹੋਰ ਕਾਮਰੇਡਾਂ ਦੀ ਵੋਟ ਜਾਂ ਹੋਰ ਵੋਟਾਂ ਨਾਲ, ਤੁਹਾਡੀ ਵੋਟ ਨਾਲ ਪਠਾੜੂ ਜੀ ਆਪਾਂ ਹੁਣ ਆਪਾਂ ਧਾਲੀਵਾਲ ਸਾਹਿਬ ਕੋਲ ਜਾਂਦੇ ਹਾਂ। ਧਾਲੀਵਾਲ ਸਾਹਿਬ, ਮੈਨੂੰ ਇੱਕ ਗੱਲ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਹੁਣ ਅਕਾਲੀ ਦਲ ਬਿਲਕੁਲ ਅਲੱਗ ਹੋ ਗਿਆ ਇਹਨਾਂ ਦੋਨਾਂ ਪਾਰਟੀਆਂ ਦੇ ਤੋਂ, ਜਿਹੜੇ ਦੋਨੇ ਗੱਠਜੋੜਾਂ ਤੋਂ, ਇਹਦਾ ਭਵਿੱਖ ਤੁਹਾਨੂੰ ਕਿਸ ਤਰੀਕੇ ਨਾਲ ਨਜ਼ਰ ਆ ਰਿਹਾ ਹੈ? ਅਸੀਂ ਸਟੈਂਡ ਲੈਣ ਲਈ ਦਿਖਾਵਾ ਕਰਨਾ ਪੈਂਦਾ ਹੈ। ਮੁੱਖ ਮੰਤਵ ਜਿਹੜੇ ਸਾਡੇ ਹੁੰਦੇ ਨੇ, ਪਾਰਟੀ ਦਾ ਮੰਤਵ, ਮੌਕੇ ਦੀ ਪਾਰਟੀ ਦੀ ਲੀਡਰਸ਼ਿਪ ਦਾ ਮੰਤਵ, ਤੀਸਰਾ ਸਮਾਜਿਕ ਮੰਤਵ। ਜਿੱਥੇ ਉਹ ਤਿੰਨ ਮੈਚ ਕਰ ਜਾਂਦੇ ਨੇ ਉਸ ਤਰ੍ਹਾਂ ਦਾ ਫੈਸਲਾ ਲੈ ਲਿਆ ਜਾਂਦਾ ਹੈ। ਇਹ ਕਾਫੀ ਉੱਤੇ ਥੱਲੇ ਹੋ ਜਾਂਦਾ ਹੈ। ਜਿੱਥੋਂ ਤੱਕ ਅਕਾਲੀ ਦਲ ਦੇ ਵਕਤਾਂ ਨੇ ਕਿਹਾ 84 ਦੀ ਗੱਲ, 84 ਦੇ ਦੰਗਿਆਂ ਦੀ ਜਾਂ ਨਸਲਕੁਸ਼ੀ ਸ਼ਬਦ ਜਿਹੜਾ ਮਰਜ਼ੀ ਵਰਤ ਲਓ, ਮੈਂ ਵੀ ਨਸਲਕੁਸ਼ੀ ਕਹਿ ਲੈਣਾ, ਪਰੰਤੂ ਇਸ ਦੇ ਵਿੱਚ ਕਦੇ ਵੀ ਭਾਰਤੀ ਜਨਤਾ ਪਾਰਟੀ ਦੀ 10 ਸਾਲ ਦੀ ਸਰਕਾਰ ਹੈ, ਅੱਜ ਵੀ ਸਰਕਾਰ ਨੇ ਮਾਫੀ ਨਹੀਂ ਮੰਗੀ ਕਿ ਇਹ ਨਸਲਕੁਸ਼ੀ ਹੋਈ ਹੈ। ਵਿਦੇਸ਼ਾਂ ਦੀਆਂ ਸਰਕਾਰਾਂ ਨੇ ਇਹ ਗੱਲ ਉਠਾਈ ਹੈ, ਵਿਦੇਸ਼ਾਂ ਦੀਆਂ ਸਰਕਾਰਾਂ 'ਚ ਇਸ ਨੂੰ ਨਸਲਕੁਸ਼ੀ ਕਿਹਾ ਗਿਆ ਹੈ। ਪਰੰਤੂ ਜਦੋਂ ਭਾਈਵਾਲ ਸਰਕਾਰ ਦੇ ਵਿੱਚ ਅਕਾਲੀ ਦਲ ਹੋਵੇ ਤੇ ਬੀਜੇਪੀ ਦੀ ਸਰਕਾਰ ਹੋਵੇ, ਘੱਟੋ ਘੱਟ ਚੰਗਾ ਹੁੰਦਾ ਉਦੋਂ ਇੱਕ ਮਤਾ ਪਾਸ ਕਰਕੇ ਇਸ ਨੂੰ ਨਸਲਕੁਸ਼ੀ ਕਿਹਾ ਜਾਂਦਾ। ਸਰਕਾਰ ਜਿਹਦੀ ਮਰਜ਼ੀ ਹੋਵੇ, ਸਰਕਾਰ ਤਾਂ ਸਰਕਾਰ ਹੁੰਦੀ ਹੈ, ਤੇ ਸਰਕਾਰ ਉਸ ਗੱਲ ਦੀ ਮਾਫੀ ਮੰਗਦੀ ਕਿ ਇਹ ਸਾਤੋਂ ਗਲਤ ਹੋਇਆ। ਇੱਥੇ ਇਹ ਨਹੀਂ ਹੁੰਦਾ ਵੀ ਇਹ ਕਾਂਗਰਸ ਦੀ ਸਰਕਾਰ ਤੋਂ ਹੋਇਆ ਜਾਂ ਫਲਾਣੀ ਸਰਕਾਰ ਤੋਂ ਹੋਇਆ। ਸੋ ਇਸ ਕਰਕੇ ਅਕਾਲੀ ਦਲ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜਦੋਂ ਉਹਨੂੰ ਫਾਇਦਾ ਲੱਗਦਾ ਉਦਾਂ ਦੀ ਗੱਲ ਕਰ ਲੈਂਦਾ, ਜਦੋਂ ਨਹੀਂ ਲੱਗਦਾ ਉਦਾਂ ਦੀ ਕਰ ਲੈਂਦਾ। ਇਸ ਤੋਂ ਬਿਨਾਂ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹਦੇ ਵਿੱਚ ਰਿਕਾਰਡ ਆ ਗਿਆ ਕਿ ਬੀਜੇਪੀ ਦੇ ਨੇਤਾਵਾਂ ਨੇ ਵੀ ਸਰਕਾਰ ਨੂੰ, ਸਮੇਂ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉੱਥੇ ਇਸ ਤਰ੍ਹਾਂ ਦਾ ਵਰਤਾਰਾ ਹੈ, ਇਹਨੂੰ ਬੰਦ ਕਰਨ ਲਈ ਇੱਥੇ ਹਮਲਾ ਕੀਤਾ ਜਾਵੇ, ਔਰ ਉਹ ਹਮਲੇ ਦੀ ਸਪੋਰਟ ਕੀਤੀ ਗਈ ਹੈ। ਇਹਦੇ ਵਿੱਚ ਕੋਈ ਝੂਠ ਨਹੀਂ। ਮੈਂ ਇਹ ਗੱਲ ਕਿਉਂ ਕਰਦਾ? ਮੈਂ ਇਹ ਗੱਲ ਕਰਦਾ ਕਿ ਰਾਜਨੀਤਿਕ ਲੋਕਾਂ ਕੋਲੇ ਜਦੋਂ ਮੌਕਾ ਮਿਲਦਾ ਹੈ ਉਹ ਆਪਣੀ ਦਲੀਲ ਘੜ ਲੈਂਦੇ ਨੇ। ਐਸੇ ਤਰ੍ਹਾਂ ਹੀ ਮੇਰੇ ਆਮ ਆਦਮੀ ਪਾਰਟੀ ਦੇ ਭਰਾ ਨੇ ਬਹੁਤ ਵੱਡੀ ਗੱਲ ਕਹੀ ਕਿ ਜੀ ਸੰਘੀ ਢਾਂਚੇ ਤੇ ਹਮਲਾ ਹੈ। ਜਦੋਂ ਧਾਰਾ 370 ਟੁੱਟਦੀ ਹੈ, ਕੇਜਰੀਵਾਲ ਇੱਕ ਵੀ ਸ਼ਬਦ ਨਹੀਂ ਮੂੰਹੋਂ ਬੋਲਦੇ, ਉਦੋਂ ਸੰਘੀ ਢਾਂਚਾ ਕਿਤੇ ਉਰੇ ਪਰੇ ਜਿਹਾ ਹੋਇਆ ਸੀ, ਉਦੋਂ ਵੀ ਸੰਘੀ ਢਾਂਚਾ ਸੀ, ਉਦੋਂ ਵੀ ਸੰਘੀ ਢਾਂਚੇ ਤੇ ਹਮਲਾ ਸੀ। ਸੋ ਇਸ ਕਰਕੇ ਰਾਜਨੀਤਿਕ ਪਾਰਟੀਆਂ ਨੂੰ ਜਦੋਂ ਜਿਹੜਾ ਕੋਈ ਸੂਟ ਕਰਦਾ ਹੈ ਉਹ ਉਹਦੇ ਮੁਤਾਬਕ ਚੱਲਦੀਆਂ ਨੇ। ਇਹ ਸਿਚੁਏਸ਼ਨ ਦੇ ਵਿੱਚ ਫਿਰ ਮੈਂ ਕਹਿਣਾ ਕਿ ਅਕਾਲੀ ਦਲ ਕੋਲ ਕੋਈ ਆਪਸ਼ਨ ਨਹੀਂ। ਜੇ ਅਕਾਲੀ ਦਲ ਇੰਡੀਆ ਅਲਾਇੰਸ ਨਾਲ ਜਾਂਦਾ ਹੈ ਤਦ ਵੀ ਕੁਝ ਸੀਟਾਂ ਜਿਹੜੀਆਂ ਪਾਰਲੀਮੈਂਟ ਦੀਆਂ ਨੇ ਉਹ ਕਾਂਗਰਸ ਕੋਲ ਜਾਣਗੀਆਂ ਲੜਨ ਲਈ ਸਮਝੌਤੇ 'ਚ, ਕੁਝ ਸੀਟਾਂ ਆਮ ਆਦਮੀ ਕੋਲ ਜਾਣਗੀਆਂ। ਤਾਂ ਆਪਾਂ ਸਮਝ ਸਕਦੇ ਹਾਂ ਕਿ ਅਕਾਲੀ ਦਲ ਲਈ ਹਿੱਸਾ ਕਿੰਨਾ ਬਚੇਗਾ। ਜੇਕਰ ਭਾਰਤੀ ਜਨਤਾ ਪਾਰਟੀ ਨਾਲ ਲੜਦੇ ਨੇ, ਉਹ ਵੱਡੇ ਭਰਾ ਦੇ ਰੂਪ 'ਚ ਆ ਗਏ ਨੇ, ਉਹਨਾਂ ਨੇ ਬਿਲਕੁਲ ਰਾਈਡਰ ਲਾ ਦਿੱਤਾ ਹੈ ਕਿ ਜੇਕਰ ਇੰਨੀਆਂ ਸੀਟਾਂ ਲੈਣੀਆਂ ਤਾਂ ਸਮਝੌਤੇ 'ਚ ਆਓ, ਨਹੀਂ ਨਾ ਆਓ। ਤੀਸਰੀ ਆਪਸ਼ਨ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇੱਕ ਪਰਸੈਪਸ਼ਨ ਬਣ ਰਹੀ ਹੈ ਕਿ ਯੂਪੀ ਦੇ ਵਿੱਚ ਜੇਕਰ ਭੈਣ ਮਾਇਆਵਤੀ ਆਪਣੀ ਪਾਰਟੀ ਨੂੰ ਵੱਖਰੇ ਤੌਰ ਤੇ ਲੜਾਉਂਦੇ ਨੇ ਤਾਂ ਉਹਦਾ ਫਾਇਦਾ ਜਿਹੜਾ ਹੈ ਉਹ ਬੀਜੇਪੀ ਨੂੰ ਮਿਲ ਸਕਦਾ ਹੈ। ਪਰੰਤੂ ਇੱਥੇ ਜਿਹੜਾ ਉਹ ਫਾਇਦਾ ਅਕਾਲੀ ਦਲ ਦਾ ਹੈ ਉਹ ਬੀਜੇਪੀ ਨੂੰ ਮਿਲਣ ਦੇ ਚਾਂਸ ਘੱਟ ਨੇ ਮੇਰੀ ਸਮਝ ਮੁਤਾਬਕ। ਇੱਥੇ ਉਹਦਾ ਫਾਇਦਾ ਇੰਡੀਆ ਅਲਾਇੰਸ ਨੂੰ ਮਿਲੇਗਾ। ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਲੈਣ ਦੇਣ ਨਹੀਂ। ਇਹਨਾਂ ਦੀ ਟੱਕਰ ਦਿੱਲੀ 'ਚ ਵੀ ਰਹੇਗੀ, ਟੱਕਰ ਪੰਜਾਬ 'ਚ ਵੀ ਰਹੇਗੀ। ਪਰ ਸਥਿਤੀ ਨੂੰ ਦੇਖਦੇ ਹੋਏ ਕਿਸੇ ਤਰ੍ਹਾਂ ਇੰਡੀਆ ਅਲਾਇੰਸ ਦੇ ਵਿੱਚ ਆਮ ਆਦਮੀ ਪਾਰਟੀ ਚਲੀ ਗਈ ਹੈ। ਹਲੇ ਵੀ ਸਾਰਾ ਕੁਝ ਸੈਟਲ ਨਹੀਂ ਹੋਇਆ। ਸੀਟਾਂ ਦੀ ਵੰਡ ਤੇ ਹਲੇ ਵੀ ਸੰਭਾਵਨਾ ਹੈ, ਮਤਲਬ ਅਲਾਇੰਸ ਭਾਵੇਂ ਬਣ ਗਿਆ, ਪ੍ਰੈਸ਼ਰ ਰਹੇਗਾ, ਪਰ ਹਲੇ ਵੀ ਔਖਾ ਲੱਗ ਰਿਹਾ ਹੈ ਕਿ ਇਹ ਸੀਟਾਂ ਦੀ ਲੈਣ ਦੇਣ ਸਮੇਂ ਇਹਨਾਂ ਪਾਰਟੀਆਂ ਦੇ ਵਿੱਚ ਅਲਾਇੰਸ ਸਿਰੇ ਚੜ ਜਾਏਗਾ। ਸੋ ਮੈਨੂੰ ਇਹ ਲੱਗਦਾ ਹੈ ਭਾਰਤੀ ਜਨਤਾ ਪਾਰਟੀ
ਨੇ ਵੀ ਕਾਂਗਰਸ ਵਾਲੀ ਨੀਤੀ ਤੇ ਜਿਹੜੀਆਂ ਆਪਣੀਆਂ ਕਿਸੇ ਜ਼ਮਾਨੇ 'ਚ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦਾ ਸਮਝੌਤਾ 75 'ਚ ਹੋਇਆ ਸੀ, ਮੇਰੀ ਭੈਣ ਨੇ ਕਿਹਾ ਯਾਦ ਕਰੋ 75 'ਚ ਕੱਲੇ ਪੰਜਾਬ 'ਚੋਂ ਉਨੀਆਂ ਗ੍ਰਿਫਤਾਰੀਆਂ ਸੀ, ਸਾਰੇ ਹਿੰਦੁਸਤਾਨ 'ਚੋਂ ਉਨੀਆਂ ਨਹੀਂ ਸੀ। ਇਹ ਮੇਰੀ ਭੈਣ ਨੇ ਕਿਹਾ ਕਿ ਹੁਣ ਸਾਰੇ ਰਲ ਗਏ। ਜਦੋਂ ਤੁਹਾਡੇ ਕੋਲੇ 2 ਸੀਟਾਂ ਸੀ ਤੁਸੀਂ ਵੀ ਸਾਰੇ ਰਲ ਕੇ ਕਾਮਯਾਬ ਹੋਏ ਸੀ, ਇੱਕ ਦਿਨ ਤੁਸੀਂ ਵੀ ਨਹੀਂ ਕਾਮਯਾਬ ਹੋਏ। ਉਦੋਂ 2 ਸੀਟਾਂ ਤੋਂ ਬਾਅਦ ਤੁਸੀਂ ਸਾਰਿਆਂ ਨਾਲ ਰਲ ਕੇ ਕਾਮਯਾਬ ਹੋਏ ਸੀ। ਤੇ ਨੇਚਰਲੀ ਮੌਕੇ ਤਲਾਸ਼ ਕਰਨਾ ਰਾਜਨੀਤਿਕ ਲੋਕਾਂ ਦਾ ਹੱਕ ਹੈ, ਇਹ ਰਾਈਟ ਹੈ। ਇਸ ਕਰਕੇ ਇੰਡੀਆ ਅਲਾਇੰਸ ਆਪਣਾ ਮੌਕਾ ਤਲਾਸ਼ਣ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਨਾਲ ਜੋੜ ਰਿਹਾ ਹੈ। ਇਹ ਅੱਛੀ ਗੱਲ ਹੈ। ਠੀਕ ਹੈ ਧਾਲੀਵਾਲ ਸਾਹਿਬ, ਸਮੇਂ ਦੀ ਕਮੀ ਹੈ, ਪਰ ਇਹ ਹੈ ਕਿ ਇਸ ਸਮੇਂ ਅਕਾਲੀ ਦਲ ਕੋਲ ਕੋਈ ਆਪਸ਼ਨ ਨਹੀਂ ਹੈ। ਇਸ ਗੱਲ ਕਰਕੇ ਜਿਵੇਂ ਧਾਲੀਵਾਲ ਸਾਹਿਬ ਨੇ ਕਿਹਾ ਕਿ ਉਹ ਨਾ ਤਾਂ ਹੁਣ ਇੰਡੀਆ ਦੇ ਵਿੱਚ ਜਾ ਰਿਹਾ, ਨਾ ਉਹ ਐਨਡੀਏ ਦੇ ਵਿੱਚ ਜਾ ਰਿਹਾ, ਉਸ ਦੀ ਇੱਕ ਮਜਬੂਰੀ ਹੈ। ਤੇ ਇਸ ਗੱਲ ਕਰਕੇ ਇਹ ਸਹੀ ਜਾਂ ਗਲਤ ਸਟੈਂਡ ਹੈ, ਇਹ ਤਾਂ ਹੁਣ ਸਮਾਂ ਹੀ ਦੱਸੂਗਾ ਕਿ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈ। ਅਕਾਲੀ ਦਲ ਨੂੰ ਲੋਕ ਕਿੰਨਾ ਕੁ ਵੋਟ ਪਾਉਂਦੇ ਆ, ਕਿਵੇਂ ਇਹਦਾ ਮਾਣ ਸਤਿਕਾਰ ਰੱਖਦੇ ਆ, ਕਿਉਂਕਿ ਹਾਲ ਦੀ ਘੜੀ ਸਥਿਤੀ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ। ਧਾਲੀਵਾਲ ਸਾਹਿਬ, ਭਾਰਤੀ ਸਾਹਿਬ, ਜੈਸਮੀਨ ਜੀ, ਮਠਾੜੂ ਜੀ ਤੇ ਬੱਬੀ ਬਾਦਲ ਜੀ, ਤੁਸੀਂ ਆਪਣੇ ਆਪਣੇ ਵਿਚਾਰ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫਿਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਵਿੱਚ ਆਵਾਂਗੇ, ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਚਰਚਾ।